अंग 14वां। अज शनिचरवार सी। सवेरे सवेरे ही रामदेई बेजी वल आ गई। बेजी अज मंदिर नहीं जाना? उन्हें आके पुछया। मत्था टेकदियां बीबी जाना तो सी, जानी चित जिहा नहीं राजी। बेजी ने अपने तौलीए नूं चिलमची च पा के मल मल के धोंदियां आखिया, जिउंदी वसदी रहो, तेरे बच्चे जिउण। की गल चित क्यों नहीं राजी? जे राजी नहीं सी चित तां राम करना सी। तेरी भी हड्डी च चैन नहीं। सारा दिन टुरन फिरन कुछ ना कुछ करदी हो रहेगी। नाले मैं तैनूं दसां, पाठ करन च भी ताकत खर्च हुंदी है। सਹਿੰਦਾ ਸਹਿੰਦਾ ਕਰਿਆ ਕਰ। ਅਵਿਨਾਸ਼ ਬਹੂ ਦੱਸਦੀ ਸੀ। ਇੱਕ ਦਿਨ ਅਖੇ ਤਕੜੇ ਨੇ ਬੇਜੀ ਦਾ ਹਾੜ ਜਾਵੇ ਸਿਆਲ ਜਾਵੇ, ਤੜਕੇ 2 ਵਜੇ ਉੱਠ ਕੇ ਠੰਡੇ ਪਾਣੀ ਨਾਲ ਨਹਾ ਲੈਂਦੇ ਨੇ ਤੇ ਪਾਠ ਕਰਨ ਲੱਗ ਜਾਂਦੇ ਨੇ। ਰਾਮदेव ਬੋਲੀ, ਜਿਹੜਾ ਰੱਬ ਇੰਨਾ ਕੁਛ ਦਿੰਦਾ ਉਹਨੂੰ ਹੋਰ ਨਹੀਂ ਯਾਦ ਤਾਂ ਰੱਖੀਏ। ਇਹੀ ਤਾਂ ਮੈਂ ਆਖਦੀ ਹਾਂ ਬੇਜੀ, ਵੀ ਮਰਨ ਮਗਰੋਂ ਤੁਹਾਨੂੰ ਤਾਂ ਲੈ ਜਾਊ ਰੱਬ ਸਵਰਗ 'ਚ ਤੇ ਅਸੀਂ ਸਾਰੇ ਹੋਵਾਂਗੇ ਨਰਕ 'ਚ। ਫਿਰ ਤਾਂ ਤੁਹਾਨੂੰ ਮਿਲਣ ਲਈ ਵੀ ਪਰਮਿਟ ਲੈਣਾ ਪਿਆ ਕਰੂ, ਹੈ ਨਾ? ਰਾਮदेव ਕੋਲੋਂ ਲੰਘੀ ਜਾਂਦੀ ਅਵਿਨਾਸ਼ ਨੇ ਮਜ਼ਾਕ ਨਾਲ ਆਖਿਆ। ਕਾਹਦੇ ਪਰਮਿਟ? 84 ਦੇ ਗੇਟ 'ਚ ਬੰਦਾ ਖਬਰ ਨਹੀਂ ਕਿੱਧਰੋਂ ਕਿੱਧਰ ਨੂੰ ਲੰਘ ਜਾਂਦਾ, ਮੁੜ ਕੇ ਕੌਣ ਕਿਹਨੂੰ ਮਿਲਦਾ। ਬੀਜੀ ਨੇ ਥੱਕੀ ਥੱਕੀ ਆਵਾਜ਼ 'ਚ ਆਖਿਆ। ਲੈ ਹੈ, ਐਂ ਤੈਨੂੰ ਅਸੀਂ ਜਾਣ ਦਿੰਦੇ ਹਾਂ। ਆ ਜਿਹੜਾ ਬੇਬੇ ਤੂੰ ਪੁੰਨਦਾਨ ਕਰਦੀ ਐ, ਉਹ ਆਖਦੇ ਨੇ ਅਗਲੇ ਜਨਮ 70 ਗੁਣਾ ਮਿਲਦਾ। ਉਹ ਲੈਣ ਵੀ ਤਾਂ ਸਾਡੇ ਵਰਗਿਆਂ ਕੋਲ ਆਏਗੀ। ਰਾਮदेव ਨੇ ਹੱਸ ਕੇ ਆਖਿਆ। ਕੀ ਪਤਾ ਮੈਂ ਪਿਛਲਾ ਹੀ ਕੋਈ ਕਰਜ਼ਾ ਚੁਕਤਾ ਕਰਦੀ ਹੋਵਾਂ। ਬੇਜੀ ਬੋਲੇ। ਨਹੀਂ ਬੇਬੇ, ਕਰਜ਼ਾ ਦੇਣ ਵਾਲੇ ਦੀ ਰੂਹ ਤੇਰੇ ਵਰਗੀ ਨਹੀਂ ਹੁੰਦੀ। ਰਾਮदेव ਨੇ ਆਖਿਆ। ਐਂ ਕਰ, ਸਿੱਧਾ ਪੱਤਾ ਮੰਦਰ ਅੱਜ ਤੂੰ ਹੀ ਦੇ ਆਈ। ਲੈ ਜਾ, ਕਾਲੇ ਕੀੜਿਆਂ ਦੇ ਭੌਣ ਉੱਪਰ ਤਿਲ ਚੌਲੀ ਪਾ ਦੇਈ। ਗਊ ਨੂੰ ਪੇੜਾ ਮੈਂ ਬਹਾਦਰ ਨੂੰ ਆਖ ਦੇਵਾਂਗੀ, ਦੇ ਆਊਗਾ। ਬੇਜੀ ਨੇ ਤੌਲੀਆ ਸੁੱਕਣਾ ਪਾਉਂਦਿਆਂ ਕਿਹਾ। ਤੇਰੀ ਮਰਜ਼ੀ ਹੈ। ਹੁਣ ਤੂੰ ਚੱਲਦੀ ਤਾਂ ਚੰਗਾ ਸੀ। ਮੈਂ ਤਾਂ ਕੱਲ ਵੀ ਗਈ ਸੀ, ਤਹਿਸੀਲਦਾਰ ਨਹੀਂ ਲੈ ਗਈ ਸੀ। ਜੀ ਨਹੀਂ ਨਾ ਟਿਕਦਾ ਉਹਦਾ। ਆਪਣੇ ਮੁੰਡੇ ਬਾਰੇ ਪੁੱਛਿਆ ਪੁਆਣ ਗਈ ਸੀ ਵੀ ਇੰਨਾ ਹੀ ਪਤਾ ਲੱਗ ਜੇ ਜਿਉਂਦਾ ਵੀ ਹੈ ਕਿ ਨਹੀਂ। ਰਾਮदेव ਨੇ ਦੱਸਿਆ। ਮਾਵਾਂ ਦੇ ਕਾਲਜੇ ਤਾਂ ਫਿਰ ਭੁੱਜਦੇ ਹੀ ਨੇ। ਮਾਂ ਨੇ ਤਾਂ ਧੀ ਪੁੱਤ ਨੂੰ ਆਪਣੇ ਲਹੂ ਮਾਸ 'ਚ ਬਣਾਇਆ ਹੁੰਦਾ। ਬੇਜੀ ਨੇ ਆਖਿਆ। ਨਾਰੀਅਲ ਪੂਰੇ ਜਲ ਪ੍ਰਵਾਹ ਕਰ ਦਿੱਤੇ ਸੀ? ਰਾਮदेव ਨੇ ਪੁੱਛਿਆ। 4 ਤਾਂ ਕਰਤੇ ਸੀ, ਬਾਕੀ ਦੇ 3 ਉਹ ਪਏ ਨੇ ਅਲਮਾਰੀ 'ਚ। ਕਿਸੇ ਹੋਰ ਦੇ ਹੱਥੋਂ ਜਲ ਪ੍ਰਵਾਹ ਕਰਵਾਏ ਤਾਂ ਲੱਗਣੇ ਵੀ ਨਹੀਂ। ਚਲੋ, ਜਦੋਂ ਚਿੱਤ ਠੀਕ ਹੋਇਆ ਫੇਰ ਕਰਵਾ ਦਿਓ। ਆਪੇ ਕਰਾ ਲਿਆ ਕਰਨਗੇ ਜਿਵੇਂ ਚਿੱਤ ਕਰਿਆ ਕਰੂਗਾ। ਬੇਜੀ ਨੇ ਬੇਦਿਲੀ ਨਾਲ ਆਖਿਆ। ਚੰਗਾ ਫਿਰ ਮੈਂ ਤਾਂ ਚੱਲਾਂ ਬੇਬੇ ਜੀ, ਆਖਦੀ ਰਾਮदेव ਬੇਜੀ ਤੋਂ ਸਿੱਧਾ ਪੱਤਾ ਲੈ ਕੇ ਪੌੜੀਆਂ ਉਤਰ ਗਏ। ਰਾਮदेव ਨੂੰ ਗਈ ਦੇਖ ਕੇ ਅਵਿਨਾਸ਼ ਬੇਜੀ ਦੇ ਕੋਲ ਬੈਠ ਕੇ ਅਖਬਾਰ ਪੜ੍ਹਨ ਲੱਗ ਪਈ। ਅਵਿਨਾਸ਼, ਰਾਮदेव ਤੇਰੇ ਨਾਲੋਂ ਬਹੁਤ ਵੱਡੀ ਉਮਰ ਦੀ ਹੈ। ਉਹਨੂੰ ਰਾਮदेव ਨਾ ਆਖਿਆ ਕਰ। ਹੋਰ ਕੀ ਬੀਬੀ ਰਾਮदेव ਆਖ ਦਿੱਤਾ, ਬੇਜੀ ਨੇ ਸਮਝਾਇਆ। ਸਾਡੇ ਵੱਲ ਤਾਂ ਲਾਗੀਆਂ ਦੇ ਸਭ ਦੇ ਨਾਂ ਹੀ ਲੈਂਦੇ ਨੇ, ਭਾਵੇਂ ਛੋਟਾ ਹੋਵੇ ਭਾਵੇਂ ਵੱਡਾ। ਅਵਿਨਾਸ਼ ਬੋਲੇ। ਹਰ ਘਰ ਦੇ ਆਪਣੇ ਤੌਰ ਤਰੀਕੇ ਹੁੰਦੇ ਨੇ। ਜਿਸ ਘਰ ਦੀ ਤੂੰ ਹੁਣ ਨੂੰਹ ਹੈ, ਉੱਥੇ ਤੇਰੇ ਵਿਆਹ ਵਿੱਚ ਪਿੰਡੋਂ ਆਈ ਨੈਣ ਨੂੰ ਕਿਸੇ ਮਹਿਮਾਨ ਨੇ ਮਖੌਲ ਕਰ ਦਿੱਤਾ ਸੀ ਤਾਂ ਮਹਿੰਦਰ ਦੇ ਪਾਪਾ ਨੇ ਪਿਸਤੌਲ ਕੱਢ ਲਿਆ ਸੀ। ਉਹ ਮਰਦੇ ਦਮ ਤੱਕ ਆਪਣੀ ਦਾਦੀ ਦੇ, ਭਾਵੇਂ ਉਹ ਤੇਲਣ ਸੀ, ਪੈਰੀਂ ਹੱਥ ਲਾਉਂਦੇ ਹੁੰਦੇ ਸੀ। ਬੇਜੀ ਨੇ ਦੱਸਿਆ। ਰਮਨੀਕ ਨੂੰ ਵੀ ਇਹ ਸਾਰੀਆਂ ਮੱਤਾਂ ਦੇਣੀਆਂ ਸੀ। ਜਦੋਂ ਅਵਿਨਾਸ਼ ਨੇ ਆਖਿਆ, ਬੇਜੀ ਨੂੰ ਗੁੱਸਾ ਚੜ੍ਹ ਗਿਆ। ਬੋਲੇ, ਜੇ ਕੋਈ ਇੱਕ ਜਣਾ ਖੂਹ 'ਚ ਡਿੱਗਦਾ ਹੈ ਤਾਂ ਸਾਰਿਆਂ ਨੇ ਤਾਂ ਨਹੀਂ ਡਿੱਗਣਾ। ਰਮਨੀਕ ਨਾਲੇ ਇਸ ਘਰ ਦੀ ਜੜ ਮੇਖ ਨਹੀਂ। ਉਹਦੀ ਕਿਸਮਤ ਵਿੱਚ ਜਿਹੋ ਜਿਹਾ ਘਰ ਹੋਊਗਾ ਜਾਂ ਜਿਹੋ ਜਿਹੇ ਘਰ ਦੀ ਕਿਸਮਤ 'ਚ ਉਹ ਹੋਊਗੀ, ਉਹ ਆਪੇ ਦੇਖ ਲੈਣਗੇ। ਮੈਂ ਤਾਂ ਤੁਹਾਨੂੰ ਇਹ ਦੱਸਣ ਲੱਗੀ ਸੀ ਵੀ ਦਿੱਲੀ ਆਪਾਂ ਨੂੰ ਫਲੈਟ ਅਲਾਟ ਹੋ ਗਿਆ। ਅੱਜ ਤੁਹਾਡੇ ਬੇਟੇ ਦਾ ਫੋਨ ਆਇਆ ਸੀ ਕਿ ਉਹ ਸਿੱਧੇ ਹੀ ਜਾ ਕੇ ਕਬਜ਼ਾ ਲੈ ਕੇ ਚਾਬੀਆਂ ਮੇਰੇ ਭਤੀਜੇ ਨੂੰ ਦੇ ਆਏ ਨੇ ਕਿ ਕਿਰਾਏ ਉੱਪਰ ਚਾੜ ਦੇਵੇ। ਮੈਂ ਉਹਨੂੰ ਚਿੱਠੀ ਪਾ ਦਿੱਤੀ ਹੈ ਵੀ ਕਿਰਾਏਦਾਰ ਤੋਂ 1 ਸਾਲ ਦਾ ਕਿਰਾਇਆ ਐਡਵਾਂਸ ਲੈ ਕੇ ਸਾਰਾ ਵੁੱਡਵਰਕ ਕਰਵਾ ਦੇਵੇ। ਮੈਂ ਦੱਸਿਆ ਸੀ ਵੀ ਬੇਜੀ ਤੋਂ ਹੋਰ ਪੈਸੇ ਨਹੀਂ ਅਸੀਂ ਹੁਣ ਮੰਗ ਸਕਦੇ। ਬੇਜੀ ਨੇ ਕੋਈ ਜਵਾਬ ਨਹੀਂ ਦਿੱਤਾ। ਕੁਝ ਪਲ ਰੁਕ ਕੇ ਅਵਿਨਾਸ਼ ਆਖਣ ਲੱਗੀ, ਬੇਜੀ ਹੇਠਲੇ ਕਿਰਾਏਦਾਰਾਂ ਤੋਂ ਆਪਾਂ ਘਰ ਖਾਲੀ ਕਰਾ ਲਈਏ। ਹੁਣ ਮਕਾਨ ਬਹੁਤ ਮਹਿੰਗੇ ਹੋ ਗਏ ਨੇ। ਅਵਿਨਾਸ਼ ਨੇ ਜਦੋਂ ਆਖਿਆ, ਬੇਜੀ ਨੂੰ ਜਿਵੇਂ ਧੱਕਾ ਜਿਹਾ ਲੱਗਿਆ। ਹੇਠਲੇ ਕਿਰਾਏਦਾਰ ਤਾਂ ਹੁਣ ਘਰਦਿਆਂ ਵਰਗੇ ਸਨ। ਸਮਝੋ ਘਰਦਿਆਂ ਤੋਂ ਵੀ ਵੱਧ। 8 ਸਾਲ ਹੋ ਗਏ ਸਨ ਉਹਨਾਂ ਨੂੰ ਰਹਿੰਦਿਆਂ। ਪਿਛਲੇ ਸਾਲ ਆਪ ਹੀ ਉਹਨਾਂ ਨੇ 100 ਰੁਪਏ ਵਧਾ ਦਿੱਤੇ ਸਨ। ਫਿਰ ਉਹਨਾਂ ਨੂੰ ਕਦੇ ਕੋਈ ਕੰਮ ਆਖੋ ਅੱਧ ਬੋਲ ਕਰਦੇ ਸਨ। ਇਸੇ ਲਈ ਕੋਈ ਬਿੱਲ ਭਰਨਾ, ਕੋਈ ਬਾਜ਼ਾਰੋਂ ਚੀਜ਼ ਮੰਗਵਾਉਣੀ ਆ, ਕੋਈ ਕਿਸੇ ਨੂੰ ਸੁਨੇਹਾ ਭੇਜਣਾ, ਅਗਲੀ ਗੱਲ ਭੁੰਜੇ ਨਹੀਂ ਸੀ ਪੈਣ ਦਿੰਦੇ। ਇਹੀ ਮਕਾਨ ਹੁਣ 3000 ਰੁਪਏ ਮਹੀਨੇ ਉੱਤੇ ਬੜੇ ਆਰਾਮ ਨਾਲ ਚੜ੍ਹ ਸਕਦਾ ਤੇ ਇਹ ਦਿੰਦੇ ਨੇ ਸਿਰਫ 2000 ਰੁਪਏ। ਬੇਜੀ ਨੂੰ ਚੁੱਪ ਦੇਖ ਕੇ ਅਵਿਨਾਸ਼ ਨੇ ਫੇਰ ਆਖਿਆ,
ਸਾਊ ਪੈਸਾ ਹੀ ਤਾਂ ਸਭ ਕੁਝ ਨਹੀਂ ਹੁੰਦਾ, ਬੰਦੇ ਵੀ ਤਾਂ ਚੰਗੇ ਚਾਹੀਦੇ ਨੇ। ਬੇਜੀ ਨੇ ਆਖਿਆ। ਬੰਦਿਆਂ ਤੋਂ ਆਪਾਂ ਕੀ ਲੈਣਾ, ਆਪਾਂ ਉੱਪਰ ਰਹਿਣਾ। ਨਾਲੇ ਉਂਝ ਸਾਰਾ ਦਿਨ ਉੱਪਰ ਨੂੰ ਭੱਜੇ ਰਹਿੰਦੇ ਨੇ। ਕਦੇ ਬੁੜੀ ਆ ਗਈ, ਕਦੇ ਕੋਈ ਜਵਾਕ ਆ ਗਿਆ, ਚੰਗੇ ਲੱਗਾਂਗੇ ਆਖਦੇ ਵੀ ਘਰ ਖਾਲੀ ਕਰ ਦਿਓ, ਅਸੀਂ ਵੱਧ ਪੈਸਿਆਂ ਤੇ ਦੇਣਾ। ਬੇਜੀ ਨੇ ਜਰਾ ਖਿਝ ਕੇ ਆਖਿਆ। ਇਸ 'ਚ ਬੁਰੀ ਗੱਲ ਕੀ ਹੈ? ਤੁਸੀਂ ਨਹੀਂ ਆਖਣਾ, ਮੈਂ ਆਖ ਦਿਆਂਗੀ। ਰਹਿਣਾ ਹੈ ਤਾਂ 3000 ਰੁਪਏ ਮਹੀਨਾ ਦੇਣ। ਦੂਜੇ ਦੇ ਥਾਂ ਤੇ ਖੜ ਕੇ ਸੋਚੀਦਾ। ਵਿਚਾਰੇ ਦਿੱਲੀ ਦੇ ਦੰਗਿਆਂ 'ਚ ਉੱਜੜ ਕੇ ਆ ਗਏ, ਫਿਰ ਤਕੜੇ ਨੇ ਜਿਨ੍ਹਾਂ ਨੇ ਕੰਮਕਾਰ ਤੋਰ ਲਿਆ, ਰੋਟੀ ਖਾਣ ਜੋਗੇ ਹੋ ਗਏ। ਸਾਲ 2 ਸਾਲ 'ਚ ਆਪਣਾ ਮਕਾਨ ਪਾ ਲੈਣਗੇ ਤਾਂ ਚਲੇ ਜਾਣਗੇ। ਪਲਾਟ ਤਾਂ ਇਹਨਾਂ ਨੇ ਖਰੀਦ ਹੀ ਲਿਆ ਮਾਲ ਟਾਊਨ 'ਚ। ਬੇਜੀ ਨੇ ਚਿੜੀਆਂ ਲਈ ਰੋਟੀ ਦੇ ਭੋਰੇ ਚੂਰੇ ਕਰਦਿਆਂ ਆਖਿਆ। ਤੁਹਾਨੂੰ ਆਪਣੇ ਘਰ ਨਾਲੋਂ ਬੇਗਾਨਿਆਂ ਦਾ ਬਹੁਤ ਖਿਆਲ ਹੈ ਨਹੀਂ? ਬੇਜੀ ਕੌੜ ਕੇ ਅਵਿਨਾਸ਼ ਵੱਲ ਝਾਕੇ ਤਾਂ ਸਹੀ, ਪਰ ਬੋਲੇ ਕੁਝ ਨਹੀਂ। ਹੁਣ ਸਾਰਾ ਦਿਨ ਤੁਹਾਡੇ ਕੋਲ ਆਂਢ ਗੁਆਂਢ 'ਚੋਂ ਕਦੇ ਕੋਈ ਆ ਜਾਂਦੀ ਹੈ, ਕਦੇ ਕੋਈ। ਸਾਰਾ ਦਿਨ ਚਾਹ ਦਾ ਪਤੀਲਾ ਚੜਿਆ ਰਹਿੰਦਾ। ਬਾਵੇ ਨੂੰ ਮੈਂ ਬਾਹਰ ਬੰਦ ਕਰਕੇ ਪੜ੍ਹਾਉਣੀ ਆ। ਬਿਨਾਂ ਪੁੱਛੇ ਦੱਸੇ ਤੁਸੀਂ ਜਿਹਨੂੰ ਜੀ ਕਰਦਾ, ਜੋ ਜੀ ਕਰਦਾ ਚੱਕ ਕੇ ਪੜ੍ਹਾ ਦਿੰਦੇ ਹੋ। ਮੁੰਨੀ ਧੋਬਣ ਜੇ ਕੱਪੜੇ ਪ੍ਰੈਸ ਕਰਦੀ ਹੈ ਤਾਂ ਪੂਰੇ ਪੈਸੇ ਲੈਂਦੀ ਹੈ। ਉਹਨੂੰ ਸ਼ੱਕਰ ਦੀ ਥਾਲੀ ਪਾਉਣ ਦੀ ਭਲਾ ਕੀ ਲੋੜ ਸੀ? ਤੀਏ ਦਿਨ ਫੂਲਕਲੀ ਆਟਾ ਪਵਾ ਕੇ ਲੈ ਜਾਂਦੀ ਹੈ। ਆਖੇ ਬੇਜੀ ਜਵਾਕ ਭੁੱਖੇ ਬੈਠੇ ਨੇ, ਵੀ ਪੈਸੇ ਨਹੀਂ ਲੈਂਦੀ ਮਹੀਨੇ ਦੇ। ਇਸੇ ਤਰ੍ਹਾਂ ਬਚਨੇ ਨੂੰ ਤੁਸੀਂ ਕਦੇ ਖਾਲੀ ਹੱਥ ਨਹੀਂ ਤੋਰਿਆ। ਪ੍ਰਤਾਪੀ ਤਾਂ ਸਿਫਾਰਸ਼ਾਂ ਮੁੱਕਣ ਹੀ ਨਹੀਂ ਦਿੰਦੀ। ਕਦੇ ਬੇਬੀ ਜੀ ਜੁੱਤੀ ਲੈ ਦਿਓ, ਕਦੇ ਰਜਾਈ ਨਹੀਂ, ਪਾਲੇ ਮਰਦੇ ਆ। ਮੇਰੇ ਖਿਆਲ ਨਹੀਂ ਹੋਰ ਕਿਸੇ ਦੇ ਘਰ 'ਚ ਇਉਂ ਹੁੰਦਾ ਹੋਵੇ। ਅਵਿਨਾਸ਼ ਨੇ ਅੱਜ ਕਿੰਨਾ ਹੀ ਕੁਝ ਆਖਤਾ। ਇਹ ਸਭ ਸੁਣ ਕੇ ਬੇਜੀ ਨੂੰ ਹੈਰਾਨੀ ਹੋਈ, ਬੁਰਾ ਵੀ ਲੱਗਿਆ। ਹੁਣ ਉਹ ਇਸ ਤੋਂ ਪੁੱਛ ਕੇ ਕਿਸੇ ਨੂੰ ਕੁਛ ਦਿਆ ਲਿਆ ਕਰੇਗੀ। ਇਹਦਾ ਮਤਲਬ ਇਹ ਸਾਰੀਆਂ ਗੱਲਾਂ ਵੱਲ ਖਿਆਲ ਰੱਖਦੀ ਹੈ, ਪਰ ਬੇਅਕਲ ਭੁੱਖੇ ਨੰਗੇ ਘਰ ਦੀ ਨੇ। ਕਦੇ ਕੁਛ ਦੇਖਿਆ ਹੋਵੇ ਤਾਂ ਪਤਾ ਹੋਵੇ। ਇਹ ਕੀ ਜਾਣੇ ਵੀ ਜੇ ਕੁਛ ਬੀਜਾਂਗੇ ਨਹੀਂ ਤਾਂ ਵੱਢਾਂਗੇ ਕਿੱਥੋਂ? ਬੇਜੀ ਕਿੰਨਾ ਹੀ ਕੁਝ ਸੋਚ ਗਏ, ਪਰ ਬੋਲੇ ਕੁਝ ਨਹੀਂ। ਮੈਨੂੰ ਤਾਂ ਕੀ, ਤੁਹਾਡਾ ਘਰ ਹੈ, ਜਿਵੇਂ ਮਰਜ਼ੀ ਕਰੀ ਜਾਓ। ਮੈਂ ਤਾਂ ਇਸ ਲਈ ਆਖਦੀ ਹਾਂ ਵੀ ਅੱਜ ਕੱਲ੍ਹ ਜ਼ਮਾਨਾ ਬੜਾ ਮਹਿੰਗਾਈ ਦਾ ਹੈ, ਹਰ ਚੀਜ਼ ਮੁੱਲ ਦੀ ਆਉਂਦੀ ਹੈ। ਅਵਿਨਾਸ਼ ਨੇ ਅੱਗੋਂ ਆਖਿਆ। ਸਾਊ ਤੱਤੇ ਪਾਣੀਆਂ ਨਾਲ ਨਹੀਂ ਘਰ ਜਲਦੇ ਹੁੰਦੇ। ਨਾਲੇ ਜਿਸ ਘਰ ਦਾ ਪੁੰਨ ਨਾ ਨਿਕਲੇ ਉਹ ਤਾਂ ਦਰਿਆ ਤੋਂ ਛੱਪੜ ਹੋ ਜਾਂਦਾ। ਮੇਰੀ ਸੱਸ ਦੱਸਦੀ ਹੁੰਦੀ ਸੀ ਕਿ ਇੱਕ ਬੁੜਾ ਜਿੱਥੇ ਜਾਇਆ ਕਰੇ ਆਪਣੇ ਰੋਟੀ ਨਾਲ ਬੰਨ੍ਹ ਕੇ ਲਿਜਾਇਆ ਕਰੇ। ਜਦੋਂ ਉਹਨੇ ਮੁੰਡਾ ਵਿਆਹ ਲਿਆ, ਘਰ ਨੂੰ ਆ ਗਈ ਤਾਂ ਵੀ ਵਾਂਢੇ ਜਾਣ ਲੱਗਿਆ ਨੂੰਹ ਨੂੰ ਆਖਣ ਲੱਗਾ, ਸਾਊ ਲੜ ਖਾਤਰ ਰੋਟੀ ਪਕਾ ਦੇ। ਨੂੰਹ ਸੀ ਕਿਸੇ ਭਲੇ ਘਰ ਦੀ, ਆਖਣ ਲੱਗੀ, ਬਾਬਾ ਜੀ ਰੋਟੀ ਲੜ ਲਿਜਾਣ ਦੀ ਲੋੜ ਨਹੀਂ, ਰੋਟੀ ਤੁਹਾਡੀ ਗਾਹਾਂ ਗਈ। ਬੁੜੇ ਨੂੰ ਸਮਝ ਨਾ ਲੱਗੇ, ਬਿਨਾਂ ਰੋਟੀ ਚਲਿਆ ਗਿਆ, ਪਰ ਸੋਚੀ ਜਾਵੇ ਰੋਟੀ ਗਾਹਾਂ ਕਿਵੇਂ ਗਈ। ਹੁਣ ਉਹ ਜਿੱਥੇ ਜਾਣ ਅਗਲੇ ਮੱਲੋ ਮੱਲੀ ਚਾਹ ਅੱਗੇ ਲਿਆ ਧਰਨ। ਰੋਟੀ ਪਰੋਸ ਦੇਣ। ਬੁੜੇ ਨੇ ਪੁੱਛਿਆ, ਹੁਣ ਕੀ ਗੱਲ ਹੋ ਗਈ? ਅੱਗੇ ਤਾਂ ਕਦੇ ਤੁਸੀਂ ਚਾਹ ਰੋਟੀ ਪੁੱਛੀ ਨਹੀਂ ਸੀ। ਅਗਲਿਆਂ ਨੇ ਦੱਸਿਆ, ਜਿਸ ਘਰ ਦੀ ਕੁੜੀ ਤੇਰੀ ਨੂੰਹ ਹੈ, ਉਸ ਘਰ ਦੇ ਲੋਕਾਂ ਨੇ ਕਦੇ ਕਿਸੇ ਨੂੰ ਚਾਹ ਰੋਟੀ ਬਿਨਾਂ ਆਉਣ ਜਾਣ ਨਹੀਂ ਦਿੱਤਾ, ਤੇ ਤੂੰ ਉਸ ਕੁੜੀ ਦਾ ਸਹੁਰਾ ਹੈ। ਇਉਂ ਬੁੜੇ ਨੂੰ ਸਮਝ ਲੱਗੀ ਕਿ ਉਹਦੀ ਰੋਟੀ ਗਾਹਾਂ ਕਿਵੇਂ ਚਲੀ ਗਈ ਸੀ। ਲੜ ਲੈ ਜਾਣ ਦੀ ਕੀ ਲੋੜ ਹੈ? ਹਰੇਕ ਥਾਂ ਹੋਟਲ ਹੁੰਦੇ ਨੇ, ਢਾਬੇ ਹੁੰਦੇ ਨੇ, ਬਸ ਪੱਲੇ ਪੈਸੇ ਚਾਹੀਦੇ ਨੇ। ਅਵਿਨਾਸ਼ ਬੋਲੀ। ਤੁਹਾਨੂੰ ਅੱਜ ਕੱਲ੍ਹ ਦੀਆਂ ਨੂੰ ਨਹੀਂ ਇਹ ਗੱਲਾਂ ਸਮਝ ਆ ਸਕਦੀਆਂ। ਬੇਜੀ ਹੁਣ ਪੁਰਾਣੇ ਜ਼ਮਾਨੇ ਨਹੀਂ ਰਹੇ। ਅੱਜ ਕੱਲ੍ਹ ਹਰ ਚੀਜ਼ ਬੜੀ ਮਹਿੰਗੀ ਹੈ। ਅਸੀਂ ਤਾਂ ਡਰਦੇ ਮਾਰੇ ਤੁਹਾਨੂੰ ਕੁਝ ਆਖਦੇ ਨਹੀਂ। ਅਵਿਨਾਸ਼ ਨੇ ਗੱਲ ਸਹਿੰਦੀ ਬਣਾਉਣ ਲਈ ਜ਼ਰਾ ਹੱਸ ਕੇ ਆਖਿਆ। ਉਸ ਦਿਨ ਬੇਜੀ ਭਲੇ ਵੇਲਿਆਂ ਨੂੰ ਤੇ ਭਲੇ ਲੋਕਾਂ ਨੂੰ ਮੁੜ ਮੁੜ ਯਾਦ ਕਰਦੇ ਰਹੇ ਤੇ ਇਹ ਵੀ ਸੋਚਦੇ ਰਹੇ, ਮੇਰਾ ਹੁਣ ਕਾਹਦਾ ਜਿਉਣਾ? ਕਿਰਾਏਦਾਰਾਂ ਵਾਲੀ ਗੱਲ ਅਵਿਨਾਸ਼ ਨੇ ਕਈ ਵਾਰੀ ਛੇੜੀ ਤਾਂ ਬੇਜੀ ਨੇ ਹਾਰ ਕੇ ਆਖਿਆ, ਮੈਂ ਆਖ ਦਿਆਂਗੀ ਉਹਨਾਂ ਨੂੰ ਵੀ ਸਾਲ ਕੁ 'ਚ ਆਪਣਾ ਘਰ ਬਣਾ ਲਓ। ਸਾਲ 'ਚ ਕਿਧਰੇ ਨਹੀਂ ਕੋਈ ਨੇਰੀ ਆ ਚੱਲੀ। ਤੇ ਬੇਜੀ ਨੇ ਝਕਦਿਆਂ ਇੱਕ ਦਿਨ ਕਿਰਾਏਦਾਰਾਂ ਦੀ ਜਨਾਨੀ ਨੂੰ ਬਸ ਇੰਨਾ ਹੀ ਆਖਿਆ, ਧੀਏ ਆਪਣੀ ਕੋਠੀ ਬਣਵਾ ਲਓ, ਆਪਣੇ ਘਰ ਵਰਗੀ ਰੀਸ ਨਹੀਂ ਹੁੰਦੀ। ਸਾਨੂੰ ਤਾਂ ਇਹ ਘਰ ਵੀ ਆਪਣਾ ਹੀ ਲੱਗਦਾ ਬੇਬੇ ਜੀ, ਅੱਗੋਂ ਨੇ ਉੱਤਰ ਦਿੱਤਾ। ਇਹ ਤਾਂ ਠੀਕ ਹੈ, ਫਿਰ ਵੀ ਕੱਲ੍ਹ ਨੂੰ ਮੈਂ ਅੱਖਾਂ ਮੀਚ ਗਈ, ਐਵੇਂ ਤੁਹਾਡੇ 'ਚ ਫਰਕ ਪੈਣ। ਨਾਲੇ ਅੱਜ ਕੱਲ੍ਹ ਦੀਆਂ ਬਹੂਆਂ ਵਿੱਚ ਨਹੀਂ ਇੰਨਾ ਗਮਾ। ਮੈਂ ਚਾਹੁੰਦੀ ਹਾਂ ਆਪਾਂ ਐਵੇਂ ਮਿਲਦੇ ਰਹੀਏ। ਨਹੀਂ ਬੇਬੇ ਜੀ, ਅਸੀਂ ਤੁਹਾਨੂੰ ਨਹੀਂ ਕੁਝ ਹੋਣ ਦੇਣਾ। ਉਹ ਮੈਂ ਆਖੂੰਗੀ ਕਾਕੇ ਦੇ ਦਾਰ ਜੀ ਨੂੰ ਵੀ ਸਿਆਣੇ ਦੀ ਸਿਆਣੀ ਉਹ ਮੱਤ ਹੁੰਦੀ ਹੈ। ਇਹ ਸੁਣ ਕੇ ਬੇਜੀ ਨੂੰ ਜਰਾ ਸੌਖਾ ਸਾਹ ਆਇਆ। ਇੱਕ ਤਰ੍ਹਾਂ ਨਾਲ ਸਮਝੋ ਸਾਲ ਕੁ ਲਈ ਤਾਂ ਉਹਨਾਂ ਨੇ ਇਸ ਗੱਲ ਨੂੰ ਪਰਾਂ ਕਰਤਾ ਸੀ। ਬੇਜੀ ਬਥੇਰਾ ਸੋਚਦੇ, ਮੈਂ ਕਿਸੇ ਦਾ ਦਿੱਤਾ ਤਾਂ ਨਹੀਂ ਖਾਂਦੀ, ਘਰ ਮੇਰਾ ਹੈ। ਫਿਰ ਵੀ ਜਦੋਂ ਕਿਸੇ ਲਈ ਬਹਾਦਰ ਨੂੰ ਚਾਹ ਬਣਾਉਣ ਲਈ ਆਖਦੇ ਤਾਂ ਕੁਝ ਪਲ ਸੋਚਦੇ ਰਹਿੰਦੇ। ਕਿਸੇ ਨੂੰ ਕੋਈ ਚੀਜ਼ ਦਿੰਦਿਆਂ ਅਵਿਨਾਸ਼ ਉੱਪਰੋਂ ਆ ਜਾਂਦੀ ਤਾਂ ਝੇਪ ਜੇ ਜਾਂਦੇ। ਕਦੇ ਕਦੇ ਉਹਨਾਂ ਦਾ ਮਨ ਕਰਦਾ ਕਿਧਰੇ ਰੋਈਏ ਚੜ੍ਹ ਜਾ, ਉੱਚੀ ਉੱਚੀ ਰੋਵਾਂ,
ਪਰ ਕੀ ਕਰਨ, ਕਿਸੇ ਕੋਲ ਢਿੱਡ ਵੀ ਤਾਂ ਨਹੀਂ ਸੀ ਫਰੋਲ ਸਕਦੇ। ਕਿਹੜਾ ਕੋਈ ਅੰਮਾ ਬਾਬਾ ਬੈਠਾ ਸੀ। ਬਗਾਨਿਆਂ ਕੋਲ ਗੱਲ ਕਰਕੇ ਤਾਂ ਆਪਣੇ ਢਿੱਡ ਤੋਂ ਹੀ ਝੱਗਾ ਚੱਕਣਾ ਸੀ। ਸਰਾਧਾਂ ਦੇ ਦਿਨਾਂ 'ਚ ਤੀਜ ਨੂੰ ਉਹਨਾਂ ਨੇ ਰਮਨੀਕ ਦੇ ਪਾਪਾ ਦਾ ਸਰਾਧ ਕੀਤਾ। ਕੋਠੇ ਉੱਪਰ ਕਾਵਾਂ ਨੂੰ ਖੀਰ ਪ੍ਰਸ਼ਾਦ ਪਾਇਆ, ਪੰਡਤ ਨੂੰ ਰੋਟੀ ਖਵਾਈ, ਕੱਪੜੇ ਦਿੱਤੇ, ਯਤੀਮਖਾਨੇ ਫਲ ਤੇ ਮਠਿਆਈ ਵੰਡ ਕੇ ਆਏ। ਚੌਦੇ ਨੂੰ ਜਦੋਂ ਉਹ ਫਿਰ ਖੀਰ ਰਿੰਨਣ ਬੈਠ ਗਏ ਤਾਂ ਅਵਿਨਾਸ਼ ਨੇ ਪੁੱਛਿਆ, ਸਰਾਧ ਤਾਂ ਆਪਾਂ ਕਰਤਾ ਸੀ। ਰਮਨੀਕ ਦੇ ਪਾਪਾ ਦਾ ਤਾਂ ਤੀਜ ਨੂੰ ਹੁੰਦਾ। ਭੁੱਲੇ ਵਿਸਰੇ ਪਿੱਤਰ ਚੌਦੇ ਨੂੰ ਆਪਣੇ ਆਪਣੇ ਘਰ ਜਾਂਦੇ ਨੇ। ਇਹ ਦਾਨ ਪੁੰਨ ਉਹਨਾਂ ਦੀ ਨਿਮਿਤ ਕਰੀਦਾ। ਸਾਡੇ ਤਾਂ ਕੀਰਤਪੁਰ ਫੁੱਲ ਪਾ ਕੇ ਇੱਕੋ ਵਾਰੀ ਮੱਥਾ ਟੇਕ ਆਉਂਦੇ ਨੇ। ਅਵਿਨਾਸ਼ ਬੋਲੀ, ਨਹੀਂ ਧੀਏ, ਪਿੱਤਰਾਂ ਦਾ ਰਿਣ ਤਾਂ ਲਾਉਣਾ ਹੀ ਹੁੰਦਾ। ਸਰਾਧ ਮਰਿਆਂ ਤੇ ਜਿਉਂਦਿਆਂ ਵਿਚਕਾਰ ਪੁਲ ਹੁੰਦੇ ਨੇ। ਬੇਜੀ ਨੇ ਅਵਿਨਾਸ਼ ਨੂੰ ਦੱਸਿਆ, ਪਰ ਉਹਨਾਂ ਦੇ ਮਨ 'ਚ ਖਿਆਲ ਆਇਆ, ਅੱਜ ਕੱਲ੍ਹ ਤਾਂ ਲੋਕ ਆਪਣੇ ਜਿਉਂਦਿਆਂ ਨੂੰ ਨਹੀਂ ਸਿਆਣਦੇ, ਮਰਿਆਂ ਨੂੰ ਕਿਸੇ ਨੇ ਕੀ ਸਿਆਣਨਾ। ਕੁਝ ਦਿਨਾਂ ਮਗਰੋਂ ਮਹਿੰਦਰ ਛੁੱਟੀ ਲੈ ਕੇ ਆ ਗਿਆ। ਅਵਿਨਾਸ਼ ਦੀ ਭੈਣ ਦਾ ਵਿਆਹ ਸੀ। ਅਗਲਿਆਂ ਨੇ ਤਾਂ ਆਖਿਆ ਸੀ ਆਪਣੇ ਬੇਜੀ ਨੂੰ ਵੀ ਨਾਲ ਲੈ ਕੇ ਆਇਓ, ਪਰ ਬੇਜੀ ਆਖਦੇ ਸਨ, ਹੈ ਕਮਲੇ, ਸੱਗੇ ਰੱਤੇ ਥਾਂ ਮੈਂ ਜਾਂਦੀ ਸੋਹਣੀ ਲੱਗਦੀ ਹਾਂ, ਤੇ ਉਹ ਨਹੀਂ ਸਨ ਗਏ। ਅਵਿਨਾਸ਼ ਦੀ ਭੈਣ ਲਈ ਇੱਕ ਵਧੀਆ ਸੂਟ ਉਹਨਾਂ ਆਪਣੇ ਵੱਲੋਂ ਭੇਜਤਾ ਸੀ। ਵਿਆਹ ਤੋਂ ਮਗਰੋਂ ਡਰਾਈ ਕਲੀਨ ਲਈ ਜਿਹੜਾ ਤਿੱਲੇ ਦੀ ਕਢਾਈ ਵਾਲਾ ਸ਼ਨੀਲ ਦਾ ਸੂਟ ਤੇ ਬਨਾਰਸੀ ਸਾੜੀਆਂ ਅਵਿਨਾਸ਼ ਨੇ ਅਟੈਚੀ ਕੇਸ ਵਿੱਚੋਂ ਕੱਢੀਆਂ, ਉਹਨਾਂ ਦੀ ਹਾਲਤ ਦੇਖ ਕੇ ਬੇਜੀ ਨੂੰ ਲੱਗਿਆ, ਜਮਾਂ ਹੀ ਦਰਦ ਨਹੀਂ ਇਹਨੂੰ ਕਿਸੇ ਚੀਜ਼ ਦਾ। ਪੈਰਾਂ ਹੇਠ ਆ ਕੇ ਸੂਟ ਦੀਆਂ ਮੂਹਰੀਆਂ ਪਾਟ ਗਈਆਂ ਸਨ ਤੇ ਸਾੜੀਆਂ ਉੱਪਰ ਕਮਲਿਆਂਗ ਦਾਗ ਲਾਏ ਪਏ ਸਨ। ਧੀ ਪੁੱਤ ਤਾਂ ਸਹੁਨਰਾ ਹੀ ਚਾਹੀਦਾ, ਬੇਜੀ ਨੇ ਮਾਨੀ ਮਨ ਆਖਿਆ। ਬਾਵੇ ਦਾ ਗਲਾ ਖਰਾਬ ਹੋ ਗਿਆ ਸੀ। ਵਿਆਹ 'ਚ ਸ਼ਾਇਦ ਖਾਣ ਪੀਣ ਦਾ ਪਰਹੇਜ਼ ਨਹੀਂ ਸੀ ਰੱਖਿਆ ਗਿਆ। ਫਿਰ ਵੀ ਬੇਜੀ ਨੇ ਮੂੰਹੋਂ ਕੁਝ ਨਾ ਆਖਿਆ। ਇੱਕ ਦਿਨ ਰਹਿੰਦਾ ਸੀ ਮਹਿੰਦਰ ਦੀ ਛੁੱਟੀ ਦਾ। ਜਦੋਂ ਬੇਜੀ ਦੇ ਕਮਰੇ 'ਚ ਆਇਆ, ਮਹਿੰਦਰ ਨੂੰ ਦੇਖ ਕੇ ਹੁਣ ਬੇਜੀ ਨੂੰ ਘਬਰਾਹਟ ਜਿਹੀ ਹੋਣ ਲੱਗ ਜਾਂਦੀ ਸੀ। ਕੀ ਪਤਾ ਨਹੀਂ ਕੀ ਆਖੇ। ਬੇਜੀ, ਮੈਨੂੰ ਆਫਿਸਰਸ ਕਲੋਨੀ 'ਚ ਬੰਗਲਾ ਅਲਾਟ ਹੋ ਸਕਦਾ। ਸੈਪਰੇਟਿਡ ਫੈਮਲੀਜ਼ ਨੂੰ ਦੇ ਦਿੰਦੇ ਨੇ ਬੰਗਲਾ, ਮਹਿੰਦਰ ਨੇ ਆਖਿਆ। ਆਪਣੀ ਤਾਂ ਸੁੱਖ ਨਾਲ ਹੈ ਕੋਠੀ। ਬੰਗਲੇ ਦਾ ਆਪਾਂ ਨੂੰ ਸਾਰਾ ਹੀ 250 ਕਿਰਾਇਆ ਦੇਣਾ ਪਏਗਾ ਤੇ ਆਪਣੀ ਕੋਠੀ ਦਾ ਉੱਪਰਲਾ ਹਿੱਸਾ 2500 ਤੱਕ ਕਿਰਾਏ ਤੇ ਚੜ੍ਹ ਸਕਦਾ। ਤੇ ਜਦੋਂ ਤੇਰੀ ਬਦਲੀ ਹੋ ਗਈ ਕਿਸੇ ਅਜਿਹੇ ਥਾਂ ਜਿੱਥੇ ਅਵਿਨਾਸ਼ ਤੇ ਬਾਵੇ ਨੂੰ ਨਾਲ ਲੈ ਕੇ ਜਾਣਾ ਹੋਵੇ, ਫਿਰ ਤੁਸੀਂ ਵੀ ਨਾਲ ਹੀ ਚੱਲਿਓ। 2 ਥਾਂ ਘਰ ਚਲਾਉਣ ਦਾ ਤਾਂ ਕੋਈ ਮਤਲਬ ਨਹੀਂ। ਦੇਖ ਕਾਕਾ, ਤੁਸੀਂ ਜੋ ਕਰਨਾ ਕਰ ਲਓ, ਮੈਂ ਜਿਉਂਦੀ ਨੇ ਆਪਣਾ ਘਰ ਛੱਡ ਕੇ ਕਿਤੇ ਨਹੀਂ ਜਾਣਾ। ਬੇਜੀ ਨੇ ਆਪਣੇ ਜਾਣੇ ਬੜੀ ਸਖਤ ਹੋ ਕੇ ਆਖਿਆ, ਪਰ ਬੋਲ ਉਹਨਾਂ ਦੇ ਥਿੜਕ ਗਏ ਸਨ। ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ। ਤੁਸੀਂ ਹਮੇਸ਼ਾ ਆਪਣੀ ਮਰਜ਼ੀ ਕਰਨੀ ਹੁੰਦੀ ਹੈ, ਆਖਦਾ ਮਹਿੰਦਰ ਹਰਕ ਕੇ ਚਲਾ ਗਿਆ। ਉਸ ਦਿਨ ਸਾਰਾ ਦਿਨ ਨਾ ਕੋਈ ਉਹਨਾਂ ਦੇ ਕਮਰੇ 'ਚ ਆਇਆ, ਨਾ ਹੀ ਉਹ ਆਪ ਕਮਰੇ ਤੋਂ ਬਾਹਰ ਆਏ। ਰਾਤ ਦੀ ਗੱਡੀ ਅਵਿਨਾਸ਼ ਤੇ ਬਾਵਾ ਮਹਿੰਦਰ ਨੂੰ ਸਟੇਸ਼ਨ ਉੱਪਰ ਗੱਡੀ ਚੜ੍ਹਾ ਆਏ। ਜਾਣ ਤੋਂ ਪਹਿਲਾਂ ਬੇਜੀ ਨੂੰ ਮੱਥਾ ਟੇਕਣ ਵੀ ਨਹੀਂ ਆਇਆ। ਸਾਰੀ ਰਾਤ ਬੇਜੀ ਨੇ ਅੱਖਾਂ 'ਚ ਲੰਘਾਈ। ਅੰਗ 15। ਅਗਲੇ ਦਿਨ ਬੇਜੀ ਨਹਾ ਧੋ ਕੇ ਤਿਆਰ ਹੋ ਕੇ ਬਾਜ਼ਾਰ ਗਏ। ਇੱਕ ਸੂਟ ਦਾ ਚਿੱਟਾ 2 ਘੋੜੇ ਦੀ ਬੋਸਕੀ ਦਾ ਕੱਪੜਾ ਖਰੀਦਿਆ, ਨਾਲ ਚੁੰਨੀ ਚਿਕਨ ਦੀ ਉਹੀ ਲਾ ਲਈ ਜਿਹੜੀ ਉਹਨਾਂ ਦਾ ਭਤੀਜਾ ਜੋ ਵਲੈਤ ਤੋਂ ਲੈ ਕੇ ਆਇਆ ਸੀ। ਇੱਕ ਕੱਢੇ ਹੋਏ ਪੱਲਿਆਂ ਵਾਲਾ ਵਧੀਆ ਜਿਹਾ ਸ਼ਾਲ ਖਰੀਦਿਆ। ਕੱਛੇ ਤੇ ਸ਼ਮੀਜ਼ ਦਾ ਕੱਪੜਾ ਲਿਆ ਤੇ ਸੰਤ ਨਗਰ ਆਪਣੀ ਇੱਕ ਸਹੇਲੀ ਦੇ ਘਰ ਚਲੇ ਗਏ, ਜਿਹੜੀ ਨਿੱਤ ਉਹਨਾਂ ਨੂੰ ਗੁਰਦੁਆਰੇ ਮਿਲਦੀ ਹੁੰਦੀ ਸੀ। ਗਰੀਬਣੀ ਹੋਣ ਕਰਕੇ ਉਹਦੀ ਨੂੰਹ ਕੱਪੜੇ ਸਿਉਂਦੀ ਸੀ। ਸਾਰਾ ਦਿਨ ਕੋਲ ਬੈਠ ਕੇ ਬੇਜੀ ਨੇ ਆਪਣੀ ਪਸੰਦ ਦਾ ਸੂਟ ਸਿਲਾਇਆ, ਕੱਛਾ ਤੇ ਸ਼ਮੀਜ਼ ਸਲਵਾਏ, ਚੁੰਨੀ ਦੀ ਲੇਡ ਕਰਾਈ। 40 ਰੁਪਏ ਦੇਣੇ ਸਨ। ਸਹੇਲੀ ਦੀ ਨੂੰਹ ਨੂੰ 50 ਰੁਪਏ ਦੇ ਦਿੱਤੇ। ਆਖੇ ਕਦੇ ਕੋਈ ਹੋਰ ਲੀੜਾ ਸਵਾ ਲਊਂਗੀ। ਕਿੱਧਰ ਦੀਆਂ ਤਿਆਰੀਆਂ, ਨਵਾਂ ਸੂਟ ਸਿਲ ਰਿਹਾ। ਬੇਜੀ ਦੀ ਸਹੇਲੀ ਸੋਧਾ ਨੇ ਆਪਣੀ ਐਨਕ ਤੋਂ ਸ਼ੀਸ਼ੇ ਸਾਫ਼ ਕਰਦਿਆਂ ਪੁੱਛਿਆ, ਹੁਣ ਤਾਂ ਗਾਹਾਂ ਹੀ ਜਾਣਾ, ਹੋਰ ਕਿੱਥੇ? ਬੇਜੀ ਬੋਲੇ, ਸੰਗੇ ਸਰਫੇ ਦਾ ਭੈਣ ਜੀ ਤੇਰਾ ਟੱਬਰ, ਤੈ ਸੁੱਖੀ ਸੰਦੀ ਹੁਣੇ ਕਾਹਨੂੰ ਗਾਹਾਂ ਦੀਆਂ ਤਿਆਰੀਆਂ ਕਰਨੀਆਂ ਨੇ? ਰੱਬ ਦੇ ਸੱਦੇ ਦਾ ਕੀ ਪਤਾ ਹੁੰਦਾ ਹੈ, ਇਸ ਲਈ ਤਿਆਰ ਤਾਂ ਰਹਿਣਾ ਹੀ ਚਾਹੀਦਾ। ਬੇਜੀ ਨੇ ਹੱਸ ਕੇ ਕਿਹਾ, ਰੱਬ ਕੀ ਏਡਾ ਹੀ ਕਮਲਾ ਹੈ ਬਈ ਤੈਨੂੰ ਸੱਦ ਲੂ? ਸਾਡੇ ਵਰਗਿਆਂ ਦੀ ਗੱਲ ਕਰੋ, ਜਿਨ੍ਹਾਂ ਦੀ ਕਿਸੇ ਨੂੰ ਲੋੜ ਨਹੀਂ। ਬੇਜੀ ਦੀ ਸਹੇਲੀ ਨੇ ਜਦੋਂ ਆਖਿਆ, ਉਹਦੀ ਨੂੰਹ ਨੇ ਮਸ਼ੀਨ ਰੋਕ ਕੇ ਆਖਿਆ, ਦੇਖ ਲਓ ਬੇਜੀ, ਮੈਂ ਰੱਬ ਨੂੰ ਜਾਨ ਦੇਣੀ ਹੈ, ਆਪਣੀ ਮਾਂ ਤੋਂ ਵੱਧ ਸਮਝਦੀ ਹਾਂ ਇਹ ਫੇਰ ਵੀ। ਲੈ ਹੈ, ਤੇਰੀ ਗੱਲ ਤਾਂ ਨਹੀਂ ਨੂੰਹ, ਮੇਰੀ ਭੈਣ ਜੀ ਬਥੇਰੀ ਲੈਕ ਹੈ, ਕਿਸੇ ਨੇਕ ਕੁੱਖ ਦੀ ਜਾਈ ਹੈ, ਕਦੇ ਭੋਰਾ ਫਰਕ ਨਹੀਂ ਰੱਖਿਆ। ਮੈਂ ਤਾਂ ਉਹ ਆਖਦੀ ਹਾਂ ਵੀ ਬੁੜੇ ਤਾਂ ਵਾਧੂ ਹੀ ਹੋ ਜਾਂਦੇ ਆ। ਬੇਜੀ ਦੀ ਸਹੇਲੀ ਸੋਧਾ ਨੇ ਹੱਸ ਕੇ ਆਖਿਆ, ਨਾ ਭਾਈ, ਸਾਡੀ ਮਾਂ ਜੀ ਤਾਂ ਵਾਧੂ ਨਹੀਂ। ਇਹ ਨਾ ਹੁੰਦੇ ਹੁਣ ਤਾਂ ਹੀ ਅਸੀਂ ਖਬਰ ਨਹੀਂ ਕਿੱਧਰ ਨੂੰ ਗਏ ਹੁੰਦੇ। ਇਹ ਤਾਂ ਮਾਂ ਜੀ ਨੇ ਚੱਕਿਆ ਡੰਡਾ ਤਾਂ ਕਿਤੇ ਅਸੀਂ ਵੱਸਦੇ ਰਹਿ ਗਏ। ਬੇਜੀ ਦੀ ਸਹੇਲੀ ਸੋਧਾ ਦੀ ਨੂੰਹ ਆਖਣ ਲੱਗੀ,
ਕੀ ਗੱਲ ਹੋ ਗਈ ਸੀ ਭੈਣ ਜੀ? ਬੇਜੀ ਨੇ ਆਪਣੀ ਸਹੇਲੀ ਸੁਧਾ ਨੂੰ ਪੁੱਛਿਆ। ਗੱਲ ਹੋ ਗਈ ਸੀ ਜਲਦਿਆਂ ਦਾ ਸਿਰ। ਜਦੋਂ ਭਗੀਰਥ ਦਾ ਬਾਈ ਜਿਉਂਦਾ ਸੀ, ਅਸੀਂ ਕਰੋੜਾ ਸਾਹਿਬ ਦੇ ਘਰ ਰਹਿੰਦੇ ਸੀ। ਭਗੀਰਥ ਦਾ ਬਾਈ ਕਰੋੜਾ ਸਾਹਿਬ ਦਾ ਡਰਾਈਵਰ ਸੀ। ਭਗੀਰਥ ਉੱਥੇ ਹੀ ਜੰਮਿਆ, ਉੱਥੇ ਹੀ ਵੱਡਾ ਹੋਇਆ। ਕਰੋੜਾ ਸਾਹਿਬ ਦੇ ਘਰ ਸਾਰੇ ਕੌਰ ਆਉਂਦੇ ਰਹਿੰਦੇ ਸੀ। ਕਈਆਂ ਨਾਲ ਭਗੀਰਥ ਦੀ ਯਾਰੀ ਪੈ ਗਈ, ਕਈਆਂ ਦੇ ਨਾਲ ਇਹ ਕਈ ਦਿਨ ਰਹਿ ਵੀ ਆਉਂਦਾ। ਇਹੋ ਜਿਹੇ ਤੌਰ ਤਰੀਕੇ ਸਿੱਖ ਗਿਆ। ਮਾੜਾ ਇਹਨੇ ਕੱਪੜਾ ਨਾ ਪਾਉਣਾ, ਮਾੜੀ ਚੀਜ਼ ਨਾ ਲੈਣੀ। ਉਹ ਪੜ੍ਹਨ 'ਚ ਹੁਸ਼ਿਆਰ ਸੀ। ਘਰੋਂ ਕਿਸੇ ਗੱਲ ਨੂੰ ਜਵਾਬ ਮਿਲਣਾ ਤੇ ਇਹਨੇ ਜਾ ਕੇ ਕਰੋੜਾ ਸਾਹਿਬ ਤੋਂ ਮੰਗ ਲੈਣੀ। ਫਿਰ ਨੌਕਰ ਵੀ ਟੈਕਸ ਦੇ ਮਹਿਕਮੇ 'ਚ ਕਰੋੜਾ ਸਾਹਿਬ ਨੇ ਕਰਵਾਤਾ। ਇੰਨੇ ਨੂੰ ਬਾਈ ਇਹਦੇ ਨੇ ਪਲਾਟ ਲੈ ਕੇ 2 ਕਮਰੇ ਵੀ ਪਾ ਲਏ। ਸੋਹਣਾ ਕਬੀਲਦਾਰਾਂ ਵਾਲਾ ਇਹਦਾ ਵਿਆਹ ਵੀ ਹੋ ਗਿਆ। ਬਹੂ ਤੇਰੇ ਸਾਹਮਣੇ ਆ, ਮੈਂ ਰੱਜ ਕੇ ਸੋਹਣੀ ਲਈ ਸੀ ਬਈ ਇਹਦਾ ਜਾਣ ਆਉਣਾ ਚੰਗੇ ਚੰਗੇ ਥਾਈਂ ਨਾਲ ਜਾਂਦੀ ਚੰਗੀ ਤਾਂ ਲੱਗੇ। ਵਰੇ ਦੇ ਅੰਦਰ ਹੀ ਪੁੱਤ ਵੀ ਹੋ ਗਿਆ। ਫਿਰ ਖਬਰ ਨਹੀਂ ਕੀ ਇਹਦੇ ਤੇ ਸਾੜ ਸਤੀ ਆ ਚੜੀ। ਕਈ ਦਿਨ ਘਰ ਹੀ ਨਾ ਵੜਿਆ ਕਰੇ। ਫਿਰ ਸ਼ਰਾਬ ਪੀ ਕੇ ਆਉਣ ਲੱਗ ਪਿਆ। ਜਦੋਂ ਬਾਈ ਇਹਦਾ ਮਰਿਆ, ਇਹਨੂੰ ਤਾਂ ਜਮਾ ਹੀ ਖੁੱਲ ਖੇਡ ਹੋ ਗਈ। ਆਖੇ ਹਮ ਤੇ ਤੋਂ ਹੋਰ ਵਿਆਹ ਕਰੇਂਗੇ, ਇਹ ਤਾਂ ਘੱਟ ਪੜ੍ਹੀ ਲਿਖੀ ਹੈ। ਮੈਂ ਬਥੇਰਾ ਸਮਝਾਇਆ ਵੀ ਮਾਂ ਤੇਰੀ ਕਿਹੜਾ BA ਪਾਸ ਸੀ। ਨਾਲੇ ਕਬੀਲਦਾਰਾਂ ਵਾਲੀਆਂ ਗੱਲਾਂ ਕਰੀਦੀਆਂ ਨੇ। ਜੇ ਭਲਾ ਤੇਰੀ ਭੈਣ ਨਾਲ ਕੋਈ ਇਉਂ ਕਰੇ ਫਿਰ ਕਾਹਨੂੰ ਜੀ? ਗੱਲ ਹੀ ਨਾ ਸੁਣੇ ਕੋਈ। ਇੱਕ ਦਿਨ ਇੱਕ ਬਾਲਾ ਜਿਹਾ ਕਟਿਆਂ ਵਾਲੀ ਨੂੰ ਹੋਰ ਘਰ ਲੈ ਆਇਆ। ਆਖੇ ਦੇਖ ਲੈ ਮਾਂ, ਇਸ ਕੁੜੀ ਨਾਲ ਵਿਆਹ ਕਰਨਾ। ਉਹ ਸਿਰ ਮੁੰਨੀ ਨੂੰ ਮੈਂ ਆਖਿਆ ਤੈਨੂੰ ਹੋਰ ਨਹੀਂ ਕੋਈ ਥਿਆਉਂਦਾ ਮਰਨ ਨੂੰ। ਦੇਖ ਤਾਂ ਮੂਰਤੀ ਵਰਗੀ ਮੇਰੀ ਨੂੰਹ ਹੈ। ਆਖਣ ਲੱਗੀ ਤੁਸੀਂ ਆਪਣੇ ਬੇਟੇ ਨੂੰ ਰੋਕ ਲਓ। ਮੈਨੂੰ ਤਾਂ ਫਿਰ ਚੜ ਗਿਆ ਗੁੱਸਾ। ਮੈਂ ਤਾਂ ਚੱਕੀ ਖੂੰਡੀ ਵੀ ਹਰਾਮਜ਼ਾਦੀਏ, ਨਿਕਲ ਜਾ ਮੇਰੇ ਘਰੋਂ, ਨਾਲੇ ਆਪਣੇ ਇਸ ਪਹਾੜੋਂ ਨੂੰ ਲੈ ਜਾ। ਖਬਰਦਾਰ ਜੇ ਮੁੜ ਕੇ ਮੇਰੇ ਘਰ ਵੜਿਆ, ਰੁੜ ਜਾਣਿਆ। ਮੈਂ ਇਸੇ ਖਾਤਰ ਜੰਮਿਆ ਸੀ। ਸਮਝ ਲਊਂਗੀ ਵੀ ਤੂੰ ਮਰ ਗਿਆ। ਫਿਰ ਕਿਸੇ ਕੰਨ ਜੇ ਵਲੇਟ ਕੇ ਤੁਰ ਗਿਆ। ਜਾਣ ਲੱਗੇ ਨੂੰ ਮੈਂ ਵੀ ਆਖਤਾ ਵੀ ਤੇਰੇ ਅਫਸਰ ਕੋਲ ਜਾਊਂਗੀ, ਦੇਖੂੰਗੀ ਤੂੰ ਕਿਵੇਂ ਕਰਵਾਉਣਾ ਦੂਜਾ ਵਿਆਹ। ਬਸ ਬੇਬੇ ਭੈਣੇ, ਉਹ ਜਾਣਦਾ ਸੀ ਵੀ ਮੇਰੀ ਮਾਂ ਹਾਂਡਣ ਹੈ, ਸਭ ਕੁਝ ਕਰ ਸਕਦੀ ਹੈ। ਮੈਂ ਇਸ ਜਦ ਕਮਲੀ ਨੂੰ ਵੀ ਝਿੜਕਿਆ ਵੀ ਕਿਉਂ ਜੁਲਕਦੀਆਂ, ਤਕੜੀ ਹੋ, ਸ਼ੇਰ ਤਾਂ ਨਹੀਂ ਬਈ ਤੈਨੂੰ ਮੂੰਹ 'ਚ ਪਾਊਗਾ। ਮਾਰ 4 ਦੁਹੱਥੜਾਂ ਜਾ ਵੱਢੀ ਦੇ, ਕੀ ਕਰ ਲੂਗੀ ਤੇਰਾ। ਪਰ ਇਹ ਇੰਨੇ ਜੋਗੀ ਕਿੱਥੇ। ਮਹੀਨਾ ਭਰ ਤਾਂ ਘਰ ਨਹੀਂ ਵੜਿਆ। ਮੈਂ ਇਹਨੂੰ ਕੱਪੜੇ ਸਿਉਣੇ ਸਿੱਖਣ ਲਾਤਾ। ਹੁਣ ਆਪਣਾ ਸੋਹਣਾ ਰੁਜ਼ਗਾਰ ਤੋਰੀ ਜਾਂਦੀ ਹੈ। ਮਹੀਨੇ ਕੁ ਮਗਰੋਂ ਆ ਗਿਆ। ਇੱਕ ਦਿਨ ਚੁੱਪ ਕੀਤਾ ਬੈਠਾ ਰਿਹਾ। ਮੈਂ ਇਹਨੂੰ ਵੀ ਆਖਤਾ, ਬਹੂ ਨੂੰ ਵੀ, ਖਬਰਦਾਰ ਜੇ ਮੂੰਹ ਲਾਇਆ। 6 ਕੁ ਮਹੀਨੇ ਇਉਂ ਕਰਦਾ ਰਿਹਾ, ਕਦੀ ਆ ਜੇ ਕਦੀ ਨਾ ਆਵੇ। ਅਸੀਂ ਨਹੀਂ ਸਿਆਣੇ ਆ। 6 ਕੁ ਮਹੀਨੇ ਮਗਰੋਂ ਸਿਰ ਮੁੰਨੀ ਆਪੇ ਕਿਸੇ ਨਾਲ ਵਿਆਹ ਕਰਵਾ ਕੇ ਅਮਰੀਕਾ ਚਲੀ ਗਈ ਤੇ ਕਿਰਾਏ ਦਾ ਕਮਰਾ ਖਾਲੀ ਕਰਕੇ ਘਰ ਆ ਗਿਆ। ਬੇਜੀ ਦੀ ਸਹੇਲੀ ਸੋਧਾ ਨੇ ਆਪਣੇ ਮੁੰਡੇ ਦੀ ਸਾਰੀ ਕਹਾਣੀ ਦੱਸਤੀ। ਫਿਰ ਤਾਂ ਤਕੜੀਆਂ ਰਹੀਆਂ ਤੁਸੀਂ, ਬੇਜੀ ਨੇ ਹੱਸ ਕੇ ਆਖਿਆ। ਆਪਣੇ ਕੋਲ ਨਹੀਂ ਇਹੋ ਜਿਹੀ ਲਿਪ ਛਿਪ। ਮੈਂ ਤਾਂ ਬੀਬੀ ਕਿਸ਼ਨਾ ਨੂੰ ਵੀ ਇਹੀ ਸਲਾਹ ਦਿੱਤੀ ਸੀ ਵੀ ਤਕੜੇ ਹੋਈਦਾ। ਕਿਸ਼ਨਾ ਹੈ ਨਹੀਂ ਬੈਂਕ 'ਚ ਲੱਗੀ ਹੋਈ। ਬਾਪ ਉਹਦਾ ਕਈ ਸਾਲ ਹੋ ਗਏ ਮਰ ਗਿਆ ਸੀ। ਦੋਵੇਂ ਭਾਈ ਪਹਿਲਾਂ ਪੜ੍ਹਾਏ, ਨੌਕਰ ਕਰਵਾਏ, ਵਿਆਹੇ। ਮਗਰੋਂ ਦੋਵਾਂ ਭੈਣਾਂ ਦਾ ਵਿਆਹ ਕੀਤਾ। ਆਪਣੀ ਵਾਰੀ ਨੂੰ ਵਕਤ ਜਿਹਾ ਹੀ ਲੰਘ ਗਿਆ। ਕੁਛ ਦਿਨ ਹੋਏ ਛੋਟਾ ਭਰਾ ਆਖਣ ਲੱਗਿਆ ਤੇਰਾ ਵਿਆਹ ਤਾਂ ਹੁਣ ਹੋਣਾ ਨਹੀਂ। ਪੈਸੇ ਪੂਸੇ ਜਿਹੜੇ ਰੱਖੇ ਨੇ ਮੈਨੂੰ ਕਾਰ ਲੈਣ ਲਈ ਦੇ ਦੇ। ਕੱਪੜੇ ਸਿਉਣ ਦੇਣ ਆਈ ਮੇਰੇ ਕੋਲ। ਗੱਲ ਕਰਕੇ ਰੋ ਪਈ। ਮੈਂ ਆਖਿਆ 50 ਮਾਰ ਛਿੱਤਰ ਭਾਈਆਂ ਦੇ। ਚੁੱਪ ਕਰਕੇ ਕਿਸੇ ਸਾਊ ਜਿਹੇ ਬੰਦੇ ਨਾਲ ਵਿਆਹ ਕਰਵਾ ਲੈ। ਰੱਬ ਦੀ ਕੁਦਰਤ, ਇੱਕ ਬੰਦਾ ਟੱਕਰ ਵੀ ਗਿਆ ਜਿਹਦੀ ਵਹੁਟੀ ਮਰੀ ਨੂੰ 2 ਸਾਲ ਹੋ ਗਏ ਸਨ। ਇੱਕ ਛੋਟੀ ਜਿਹੀ ਕੁੜੀ ਸੀ ਤੇ ਉਹ ਵੀ ਉਹਦੀ ਨਾਨੀ ਲੈ ਗਈ ਸੀ। ਜਦੋਂ ਗੱਲ ਪੱਕੀ ਹੋ ਗਈ ਤਾਂ ਹੀ ਘਰਦਿਆਂ ਨੂੰ ਪਤਾ ਲੱਗਿਆ। ਫਿਰ ਪਿੱਟਦੇ ਫਿਰਨ ਅਖੇ ਇਹ ਕੋਈ ਉਮਰ ਹੈ ਵਿਆਹ ਕਰਨ ਦੀ। ਅਸਲ ਗੱਲ ਸੀ ਵੀ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਘਰੋਂ ਚੱਲੀ ਸੀ। ਬਈ ਜੈ ਖਾਣੇ ਹੋਣ ਜਾਂ ਤਾਂ ਆਪ ਉਸ ਬਾਰੇ ਸੋਚੋ, ਉਹਦੇ ਦੁੱਖ ਸੁੱਖ ਦਾ ਖਿਆਲ ਰੱਖੋ, ਜਾਂ ਫਿਰ ਉਹਨੂੰ ਆਪ ਨੂੰ ਸੋਚਣ ਦਿਓ। ਮਾੜਾ ਜਿਹਾ ਤਾਂ ਕ੍ਰਿਸ਼ਨਾ ਘਬਰਾ ਗਈ ਸੀ। ਅਖੇ ਚਲੋ ਰਹਿਣ ਹੀ ਦਿੰਦੇ ਆ। ਮੈਂ ਆਖਿਆ ਜਦੋਂ ਜਮਾ ਹੀ ਉਮਰ ਉੱਪਰ ਲੰਘ ਗਈ ਫੇਰ ਨਹੀਂ ਕਿਸੇ ਨੇ ਸਿਆਣਾ। ਇਹਨਾਂ ਭਾਈ ਭਤੀਜਿਆਂ ਕੋਲ ਤੇਰੀ ਖਾਤਰ ਟਾਈਮ ਕਿੱਥੇ ਹੋਊ। ਲੋਕ ਸੋਧਾਂ ਭੈਣ ਭੁੱਲ ਹੀ ਜਾਂਦੇ ਨੇ ਕਿਸੇ ਦਾ ਕੀਤਾ। ਇਸੇ ਨੂੰ ਤਾਂ ਕਲਯੁਗ ਆਖਦੇ ਨੇ। ਬੇਜੀ ਬੋਲੇ, ਕੀ ਕਰਤਾ ਕਲਯੁਗ ਨੇ। ਰਾਮਦੇਈ ਸੋਧਾਂ ਦੀ ਦੇਹਲੀ ਵੜਦੀ ਬੋਲੀ, ਲੋ ਦੇਖ ਲਓ। ਅਖੇ ਉਹ ਕਿਹੜੀ ਗਲੀ ਜਿੱਥੇ ਫੱਤੋ ਨਹੀਂ ਖੜੀ। ਬੇਜੀ ਨੇ ਰਾਮਦੇਈ ਨੂੰ ਮਜ਼ਾਕ ਕੀਤਾ। ਆਜਾ ਬੀਬੀ। ਰਾਮਦੇਈ ਮੱਥਾ ਟੇਕਦੀਆਂ ਸੋਧਾ ਨੇ ਆਖਿਆ ਤੇ ਉਹਦੀ ਨੂੰਹ ਨੇ ਉੱਠ ਕੇ ਪੈਰੀਂ ਹੱਥ ਲਾਏ। ਅਸੀਸਾਂ ਦਿੰਦੀ ਬੀਬੀ ਰਾਮਦੇਈ ਪੀੜੀ ਲੈ ਕੇ ਉਹਨਾਂ ਦੇ ਕੋਲ ਬੈਠ ਗਈ ਤੇ ਬੋਲੀ, ਤੈਨੂੰ ਕੀ ਦੱਸਾਂ ਬੇਬੇ, ਤੂੰ ਹੱਸੇਂਗੀ। ਅੱਜ ਕੰਧ ਤੇ ਸੁੱਕਣਾ ਪਾਇਆ ਕੋਈ ਮੇਰਾ ਕਛਹਿਰਾ ਹੀ ਲਾ ਕੇ ਲੈ ਗਿਆ।
ਕਿਸੇ ਨੇ ਘੋੜੀ ਦੇ ਪਾਉਣਾ ਹੋਣਾ, ਹੋਰ ਤੇਰਾ ਕਚਹਿਰਾ ਕਿਹਦੇ ਮੇਚ ਆਊ। ਸੋਧਾ ਨੇ ਰਾਮਦੇਈ ਨੂੰ ਮਖੌਲ ਕੀਤਾ। ਦੇਖ ਲੈ ਬੇਬੇ, ਅਖੇ ਭੇਡਾਂ ਨੂੰ ਵੀ ਜ਼ੁਕਾਮ ਹੋਣ ਲੱਗਿਆ। ਸੋਧਾ ਨੂੰ ਵੀ ਮਸ਼ਕਰੀਆਂ ਸੁੱਝਦੀਆਂ ਨੇ। ਅੱਜ ਇੱਕ ਖਬਰ ਬੜੀ ਮਾੜੀ ਸੁਣੀ ਹੈ, ਰਾਮਦੇਈ ਆਖਣ ਲੱਗੀ। ਕੀ ਖਬਰ ਹੈ? ਬੇਜੀ ਨੇ ਉਤਾਵਲੇ ਹੋ ਕੇ ਪੁੱਛਿਆ। ਉਹ ਰਾਣੀ ਬਲਵੰਤ ਸਿੰਘ ਮਾਲ ਅਫਸਰ ਦੀ ਕੁੜੀ, ਜਿਹੜੀ ਧਨੌਲੇ ਵਾਲੇ DC ਦੇ ਮੁੰਡੇ ਨੂੰ ਵਿਆਹੀ ਸੀ, ਉਹ ਭਾਖੜੇ 'ਚ ਡੁੱਬ ਗਈ। ਡੁੱਬਣਾ ਹੀ ਸੀ ਉਹਨੇ। ਆਦਮੀ ਨੇ ਕੋਈ ਹੋਰ ਜਨਾਨੀ ਰੱਖੀ ਹੋਈ ਹੈ। ਹਰਖ ਦੀ ਮਾਰੀ ਨੇ ਘਰੋਂ ਪੈਰ ਪੱਟ ਲਿਆ, ਜਾਂ ਆਖੋ ਉਸ ਕਾਂਗਰਸੀਏ ਦੀਆਂ ਗੱਲਾਂ 'ਚ ਆ ਗਈ ਵੀ ਉਸ ਤੀਵੀਂ ਨੂੰ ਚੁਕਵਾ ਦਿਆਂਗੇ, ਮਰਵਾ ਦਿਆਂਗੇ। ਸੀ ਉਹ ਐਸਾ ਵੈਸਾ ਬੰਦਾ, ਉਹ ਸਾਡਾ ਰਿਸ਼ਤੇਦਾਰ ਹੀ ਹੈ। ਉਹ ਤਾਂ ਆਖਦਾ ਹੁੰਦਾ ਕਿ ਹਰੇਕ ਤੀਵੀਂ ਦਾ ਮੁੱਲ ਹੁੰਦਾ, ਕਿਸੇ ਦਾ ਬਹੁਤਾ, ਕਿਸੇ ਦਾ ਥੋੜ੍ਹਾ। ਕੋਈ ਪੁੱਛਣ ਵਾਲਾ ਹੋਵੇ ਵੀ ਹਰਾਮੀਆਂ, ਤੇਰੀ ਮਾਂ ਦਾ ਕੀ ਮੁੱਲ ਹੈ ਜਾਂ ਤੇਰੀ ਭੈਣ ਦਾ ਕੀ ਮੁੱਲ ਹੈ। ਕਮਲੀ ਸੀ ਵੀ ਦੁੱਖ ਸੁੱਖ ਤਾਂ ਕਰਮਾਂ ਦੇ ਹੁੰਦੇ ਆ, ਬੇਜੀ ਨੇ ਦੱਸਿਆ। ਲੈ ਬੇਬੇ ਜੀ, ਤੁਸੀਂ ਅਖਬਾਰ 'ਚ ਤਸਵੀਰਾਂ ਨਹੀਂ ਦੇਖੀਆਂ? ਦਿੱਲੀ ਇੱਕ 14 ਕੁ ਸਾਲ ਦੀ ਕੁੜੀ ਤੇ 12 ਕੁ ਸਾਲ ਦਾ ਭਰਾ ਗੁੰਡੇ ਕਾਰ 'ਚ ਚੁੱਕ ਕੇ ਲੈ ਗਏ, ਦੂਰ ਜੰਗਲ 'ਚ ਲਿਜਾ ਕੇ ਉਹਨਾਂ ਦਾ ਬੁਰਾ ਹਾਲ ਕਰਕੇ ਵੱਢ ਤੇ। ਸੋਧਾਂ ਦੀ ਨੂੰ ਮਸ਼ੀਨ ਚਲਾਉਣੀ ਥੰਮ ਕੇ ਦੱਸਣ ਲੱਗੀ। ਪਿਛਲੇ ਵੇਲਿਆਂ 'ਚ ਜਿਨ੍ਹਾਂ ਨੂੰ ਰਾਖਸ਼ ਆਖਦੇ ਸੀ, ਇਹੋ ਜਿਹੀ ਤਾਂ ਹੋਣੇ ਨੇ ਬੰਦੇ ਖਾਣੇ। ਰਾਮਦੇਈ ਬੋਲੀ। ਸੱਚ ਬੇਬੇ ਜੀ, ਰਮਨੀਕ ਨਹੀਂ ਕਦੇ ਆਈ ਕੱਪੜੇ ਸਿਲਾਣ? ਸੋਧਾਂ ਦੀ ਨੂੰਹ ਨੇ ਪੁੱਛਿਆ। ਭਰਜਾਈ ਉਹਨੂੰ ਚੰਗੀ ਨਹੀਂ ਸਮਝਦੀ, ਇਸ ਕਰਕੇ ਉਹ ਆਉਂਦੀ ਹੋਈ ਨਹੀਂ ਇੱਥੇ, ਬੇਜੀ ਨੇ ਦੱਸਿਆ। ਅਜੇ ਤਾਂ ਬੇਬੇ ਭੈਣੇ ਤੂੰ ਸਰਮੀ ਜਿਉਂਦੀ ਬੈਠੀ ਐ, ਭਲਕੇ ਇਹ ਕੀ ਰੰਗ ਲਾਉਣਗੇ। ਇੱਕ ਗੱਲ ਹੋਰ ਆਖਾਂ, ਹੁਣ ਨਹੀਂ ਭਰਾ ਭਰਜਾਈ ਸਾਰੀ ਉਮਰ ਦੇ ਮਾਪੇ ਬਣਦੇ। ਇਸ ਲਈ ਜੋ ਭੋਰਾ ਦੇਣਾ ਲੈਣਾ ਹੈ, ਆਪ ਬੈਠੀਓ ਦੇ ਜਾਈਂ। ਬੇਜੀ ਦੀ ਸਹੇਲੀ ਸੋਧਾ ਨੇ ਜਿਵੇਂ ਸਮਝਾਇਆ। ਉਹ ਚੰਦਰੀ ਵਿਆਹ ਕਰਵਾਏ ਤਾਂ ਸਹੀ, ਬੇਜੀ ਨੇ ਜਿਵੇਂ ਉਦਾਸ ਹੋ ਕੇ ਆਖਿਆ। ਜਿਹਦੇ ਨਾਲ ਆਖਦੀ ਆ ਉਸੇ ਨਾਲ ਕਰ ਦਿਓ, ਬੇਜੀ ਦੀ ਸਹੇਲੀ ਸੋਧਾ ਨੇ ਸਲਾਹ ਦਿੱਤੀ। ਚੰਗਾ ਹੈ, ਸਗੋਂ ਮਗਰੋਂ ਕਿਸੇ ਗੱਲ ਦਾ ਉਲਾਂਭਾ ਨਹੀਂ ਦੇਊਗੀ। ਬੇਜੀ ਨੇ ਕੋਈ ਹੁੰਗਾਰਾ ਨਹੀਂ ਭਰਿਆ। ਅੱਜ ਉਹਨਾਂ ਵਿੱਚ ਜਿਵੇਂ ਗੁਰਦੁਆਰੇ ਜਾਣ ਦੀ ਵੀ ਹਿੰਮਤ ਨਹੀਂ ਸੀ। ਉਹ ਘਰ ਨੂੰ ਹੀ ਆ ਗਏ। ਆਥਣੇ ਰੋਟੀ ਖਾ ਕੇ ਉਹ ਲੱਕ ਸਿੱਧਾ ਕਰਨ ਲਈ ਪਈ ਸਨ ਕਿ ਬਾਹਰੋਂ ਬਾਵੇ ਦੀਆਂ ਲੇਰਾਂ ਸੁਣੀਆਂ। ਬੇਜੀ ਕਾਹਲੀ ਨਾਲ ਉੱਠ ਕੇ ਨੰਗੇ ਪੈਰੀ ਬਾਹਰ ਆਏ। ਅਵਿਨਾਸ਼ ਬਾਵੇ ਨੂੰ ਮਾਰੀ ਜਾ ਰਹੀ ਸੀ। ਕੁੜੇ ਫੋਟ, ਫਿੱਟੇ ਮੂੰਹ, ਫੁੱਲ ਵਰਗਾ ਜਵਾਕ ਹੈ, ਕਿਵੇਂ ਕਸਾਈਆਂ ਵਾਂਗੂ ਮਾਰਨ ਲੱਗੀ ਪਈ ਹੈ। ਤੂੰ ਦੱਸ ਤਾਂ ਸਹੀ, ਹੋ ਕੀ ਗਿਆ? ਹੋ ਗਿਆ ਮੇਰਾ ਸਿਰ, ਇਹਦੀ ਖਾਤਰ ਮੈਂ ਨਾਲ ਨਹੀਂ ਗਈ, ਇੱਥੇ ਰਹਿ ਰਹੀ ਹਾਂ। ਤੇ ਟੈਸਟਾਂ ਵਿੱਚੋਂ ਨੰਬਰ ਜਮਾ ਹੀ ਥੋੜ੍ਹੇ ਆਏ ਨੇ, ਸ਼ਰਮ ਵਾਲੀ ਗੱਲ ਹੈ। ਹੁਣ ਮਾਰਨ ਨਾਲ ਕੀ ਨੰਬਰ ਵੱਧ ਜਾਣਗੇ? ਬੇਜੀ ਨੇ ਬਾਵੇ ਨੂੰ ਆਪਣੀ ਬੁੱਕਲ ਛੁਪਾਉਂਦਿਆਂ ਹਰ ਕੇ ਕਿਹਾ। ਇਹਨੂੰ ਤੁਹਾਡੀ ਸ਼ੈ ਨਹੀਂ ਵਿਗਾੜਿਆ। ਹਰ ਵੇਲੇ ਜਦੋਂ ਝਿੜਕਦੀਆਂ ਤੁਹਾਡੀ ਕੁੱਛੜ 'ਚ ਜਾ ਵੜਦਾ। ਆ ਲੈਣ ਦੇ ਤੇਰੇ ਡੈਡੀ ਨੂੰ, ਜੇ ਤੇਰੀਆਂ ਹੱਡੀਆਂ ਨਾ ਤੁੜਵਾਈਆਂ। ਅਵਿਨਾਸ਼ ਨੇ ਦੋ ਗੱਲਾਂ ਬੇਜੀ ਨੂੰ ਆਖੀਆਂ, ਫਿਰ ਬਾਵੇ ਦੇ ਦੁਆਲੇ ਹੋ ਗਈ। ਇਹ ਕੋਈ ਤਰੀਕਾ ਹੈ ਪੜ੍ਹਾਈਆਂ ਕਰਵਾਉਣ ਦਾ? ਕੋਲ ਬੈਠ ਕੇ ਆਪ ਤਾਂ ਤੂੰ ਨਾਵਲ ਪੜ੍ਹਦੀ ਰਹਿੰਦੀ ਹੈ। ਆਪੇ ਕੁਛ ਕਰੇ ਚਾਹੇ ਨਾ ਕਰੇ, ਜਦੋਂ ਤੀਕ ਆਪ ਸਾਹਮਣੇ ਨਹੀਂ ਕੰਮ ਕਰਵਾਏਂਗੀ, ਜਵਾਕਾਂ ਦਾ ਕੀ ਕਸੂਰ ਹੈ? ਬੇਜੀ ਹਰਕ ਕੇ ਪਏ। ਹੋਰ ਮੈਂ ਮਰ ਜਾਵਾਂ? ਲੋਕਾਂ ਵਾਂਗ ਕਦੇ ਕਿੱਟੀ ਪਾਰਟੀਆਂ 'ਤੇ ਨਹੀਂ ਗਈ, ਰਿਸ਼ਤੇਦਾਰਾਂ ਦੇ ਨਹੀਂ ਤੁਰੀ ਫਿਰਦੀ, ਸੱਜਣ ਫੱਬਣ 'ਤੇ ਨਹੀਂ ਸਾਰਾ ਵੇਲਾ ਲਾਉਂਦੀ। 2 ਘੜੀ ਜੇ ਕਿਤਾਬ ਚੁੱਕ ਲੈਣੀ, ਉਹ ਵੀ ਨਹੀਂ ਤੁਹਾਡੇ ਕੋਲੋਂ ਜਰਿਆ ਜਾਂਦਾ। ਅਵਿਨਾਸ਼ ਗੁੱਸੇ 'ਚ ਆਖਣ ਲੱਗੀ। ਤੂੰ ਨਹੀਂ ਜਾਂਦੀ, ਰਿਸ਼ਤੇਦਾਰ ਤੇਰੇ ਇੱਥੇ ਆਏ ਰਹਿੰਦੇ ਨੇ ਤੀਜੇ ਦਿਨ। ਸੱਜਣ ਫੱਬਣ ਨੂੰ ਤੈਨੂੰ ਕੋਈ ਰੋਕਦਾ ਟੋਕਦਾ? ਬਾਕੀ ਕੰਮ ਸਾਰਾ ਬਹਾਦਰ ਦੇ ਸਿਰ ਹੈ। ਤੇਰੀ ਜ਼ਿੰਮੇਵਾਰੀ ਤਾਂ ਸਿਰਫ ਜਵਾਕ ਦੀ ਹੈ। ਹੋਰ ਦੱਸ, ਤੂੰ ਕੀ ਕਮਾਈ ਕਰਦੀ ਹੈ? ਬੇਜੀ ਨੂੰ ਵੀ ਗੁੱਸਾ ਆ ਗਿਆ। ਠੀਕ ਹੈ, ਫਿਰ ਜੇ ਮੇਰੀ ਜ਼ਿੰਮੇਵਾਰੀ ਹੈ ਤਾਂ ਮੈਂ ਮਾਰਾਂ ਚਾਹੇ ਰੱਖਾਂ, ਤੁਸੀਂ ਦਖਲ ਨਾ ਦਿਓ। ਅਵਿਨਾਸ਼ ਨੇ ਬਾਵੇ ਨੂੰ ਬਾਂਹ ਤੋਂ ਫੜ ਕੇ ਆਪਣੀ ਵੱਲ ਖਿੱਚਦਿਆਂ ਆਖਿਆ। ਬਾਵਾ ਡਰਦਾ ਫਿਰ ਚੀਕਾਂ ਮਾਰ ਕੇ ਰੋਣ ਲੱਗ ਪਿਆ ਤੇ ਬੇਜੀ ਨੂੰ ਚੰਬੜ ਗਿਆ। ਦਖਲ ਕਿਵੇਂ ਨਾ ਦਿਆਂ? ਹੋਰ ਤੈਨੂੰ ਮਾਰਨ ਦਿਆਂ? ਕਰਦੀ ਕੀ ਹੈ? ਮੈਂ ਤਾਂ ਜਾਣੀ ਜਵਾਕ ਹੀ ਨਹੀਂ ਸੀ ਪੜ੍ਹਾਏ, ਬੇਜੀ ਖਿੱਚ ਕੇ ਬੋਲੀ। ਉਸ ਦਿਨ ਬਾਵਾ ਬੇਜੀ ਤੋਂ ਪਰਾਂ ਨਹੀਂ ਸੀ ਹੋ ਰਿਹਾ ਤੇ ਰਾਤ ਵੇਲੇ ਅਵਿਨਾਸ਼ ਉਹਨੂੰ ਖਿੱਚ ਕੇ ਲੈ ਗਈ। ਕਮਰੇ 'ਚ ਜਾ ਕੇ ਅੰਦਰੋਂ ਕੁੰਡਾ ਬੰਦ ਕਰ ਲਿਆ ਤੇ ਫਿਰ ਕੱਸ ਕੇ 2-3 ਚਪੇੜਾਂ ਲਾਈਆਂ। ਬਾਵਾ ਲੇਰਾ ਮਾਰਦਾ ਰਿਹਾ। ਬੇਜੀ ਬਾਹਰੋਂ ਦਰਵਾਜ਼ਾ ਖੜਕਾਉਂਦੇ ਰਹੇ। ਅਵਿਨਾਸ਼ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਹਾਰ ਕੇ ਬੇਜੀ ਆਪਣੇ ਕਮਰੇ 'ਚ ਚਲੇ ਗਏ। ਕਮਰੇ 'ਚ ਜਾ ਕੇ ਕਿੰਨਾ ਹੀ ਚਿਰ ਰੋਂਦੇ ਰਹੇ। ਉਸ ਦਿਨ ਰਾਤ ਵੇਲੇ ਬਾਵੇ ਨੂੰ ਅਵਿਨਾਸ਼ ਨੇ ਭੁੱਖਾ ਰੱਖਿਆ। ਬੇਜੀ ਨੇ ਵੀ ਰੋਟੀ ਨਾ ਖਾਧੀ। ਉਸ ਦਿਨ ਬਹਾਦਰ ਵੀ ਭੁੱਖਾ ਹੀ ਪੈ ਗਿਆ। ਮਗਰੋਂ ਬੜੀ ਰਾਤ ਗਈ। ਬੇਜੀ ਸੋਚਦੇ ਰਹੇ, ਇਹੋ ਜਿਹੀਆਂ ਗੱਲਾਂ ਤਾਂ ਘਰਾਂ 'ਚ ਹੋ ਹੀ ਜਾਂਦੀਆਂ ਨੇ। ਮੈਨੂੰ ਉਹੀ ਇੰਨਾ ਹਰਖ ਚੜ੍ਹਨ ਲੱਗ ਪਿਆ। ਤੇ ਫਿਰ ਉਹ ਮਨ ਹੀ ਮਨ ਵਾਹਿਗੁਰੂ 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 ਕਰਦੇ ਰਹੇ। ਅੰਗ 16। ਦੀਵਾਲੀ ਆਉਣ ਵਾਲੀ ਸੀ। ਆਖਦੇ ਨੇ ਇਸ ਦਿਨ ਰਾਮਚੰਦਰ ਜੀ, ਸੀਤਾ ਜੀ ਤੇ ਲਛਮਣ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਪਰਤੇ ਸਨ ਤੇ ਨਗਰ ਵਾਸੀਆਂ ਨੇ ਉਹਨਾਂ ਦੇ ਪਰਤ ਆਉਣ ਦੀ ਖੁਸ਼ੀ 'ਚ ਦੀਪਮਾਲਾ ਕੀਤੀ ਸੀ। ਲੋਕ ਹੁਣ ਵੀ ਉਸੇ ਦਿਨ ਨੂੰ ਯਾਦ ਕਰਕੇ ਦੀਵਾਲੀ ਮਨਾਉਂਦੇ ਹਨ। ਬੇਜੀ ਨੇ ਕੋਠੀ ਕਲੀ ਕਰਵਾਈ, ਦਰਵਾਜ਼ਿਆਂ ਨੂੰ ਪੇਂਟ ਕਰਵਾਇਆ। ਦੇਸੀ ਘੀ ਦੀ ਮਠਿਆਈ ਪਕਾਉਣ ਵਾਲੇ ਸੇਵਕ ਰਾਮ ਦੀ ਦੁਕਾਨ ਉੱਪਰ ਮਠਿਆਈ ਦਾ ਆਰਡਰ ਦੇ ਕੇ ਆਂਦਾ।
ਅਵਿਨਾਸ਼ ਨੂੰ 2 ਸੂਟ ਖਰੀਦ ਲੈਣ ਲਈ 1000 ਰੁਪਇਆ ਦਿੱਤਾ। ਬਾਵੇ ਲਈ ਬੇਜੀ ਕੱਪੜੇ, ਖਿਡੌਣੇ, ਪਟਾਕੇ, ਫੁੱਲਝੜੀਆਂ ਆਦਿ ਕਈ ਦਿਨ ਪਹਿਲਾਂ ਹੀ ਖਰੀਦ ਲਿਆਏ ਸੀ। ਬੇਜੀ ਨੇ ਅਵਿਨਾਸ਼ ਨੂੰ ਆਖਿਆ, ਮਹਿੰਦਰ ਨੂੰ ਚਿੱਠੀ ਪਾ, ਦੀਵਾਲੀ ਨੂੰ ਛੁੱਟੀ ਲੈ ਕੇ ਆ ਜਾਏ। ਚਿੱਠੀ ਅਜੇ ਉਹਨੂੰ ਪਹੁੰਚੀ ਨਹੀਂ ਸੀ, ਮਹਿੰਦਰ ਪਹਿਲਾਂ ਹੀ ਛੁੱਟੀ ਲੈ ਕੇ ਆ ਗਿਆ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਅਵਿਨਾਸ਼ ਦੀ ਭਰਜਾਈ ਤੇ ਭਾਈ ਵੀ ਆਪਣੇ ਦੋਵੇਂ ਬੱਚਿਆਂ ਨਾਲ ਇਹਨਾਂ ਕੋਲ ਆ ਗਏ। ਅਵਿਨਾਸ਼ ਨੂੰ ਤਾਂ ਜਿਵੇਂ ਚਾਅ ਚੜ੍ਹ ਗਿਆ। ਮਹਿੰਦਰ ਤਾਂ ਨਾਲ ਨਹੀਂ ਗਿਆ, ਪਰ ਅਵਿਨਾਸ਼ ਦੀਵਾਲੀ ਕਰਕੇ ਇੰਨੀ ਭੀੜ ਦੇ ਬਾਵਜੂਦ ਆਪਣੇ ਭਰਾ ਭਰਜਾਈ ਨੂੰ ਸ਼ਾਪਿੰਗ ਲਈ ਬਾਜ਼ਾਰ ਲੈ ਗਈ। ਦੀਵਾਲੀ ਵਾਲੇ ਦਿਨ ਉਹ ਫਿਰ ਬਾਜ਼ਾਰ ਜਾਣ ਲਈ ਤਿਆਰ ਹੋ ਗਿਆ। ਅੱਜ ਮਹਿੰਦਰ ਵੀ ਉਹਨਾਂ ਦੇ ਨਾਲ ਸੀ। ਦੁਪਹਿਰੇ ਖਾਣਾ ਖਾਣ ਵੀ ਉਹ ਘਰ ਨਾ ਆਏ। ਹੌਲੀ ਹੌਲੀ ਦਿਨ ਢਲ ਗਿਆ, ਆਥਣ ਹੋ ਗਈ, ਰਾਤ ਪੈ ਗਈ। ਖਾਣਾ ਤਿਆਰ ਕਰਵਾ ਕੇ, ਮਠਿਆਈ ਮੰਗਵਾ ਕੇ, ਹੱਟੜੀ ਦੇ ਕੋਲ ਤੇਲ ਪਾ ਕੇ ਚੋਂਗੜੇ ਧਰੀ ਬੇਜੀ ਕਦੋਂ ਦੇ ਉਡੀਕ ਰਹੇ ਸੀ। ਕਾਫੀ ਰਾਤ ਹੋ ਗਈ ਸੀ। ਆਲੇ ਦੁਆਲੇ ਦੀਆਂ ਕੋਠੀਆਂ 'ਚ ਕਦੋਂ ਦੇ ਦੀਵੇ ਜਗ ਰਹੇ ਸੀ, ਪਰ ਮਹਿੰਦਰ ਹੋਰੀ ਅਜੇ ਤੱਕ ਨਹੀਂ ਸੀ ਮੁੜੇ। ਹਾਰ ਕੇ ਬੇਜੀ ਨੇ ਬਹਾਦਰ ਨੂੰ ਦੀਵੇ ਡੰਗ ਦੇਣ ਲਈ ਆਖਿਆ। ਆਪ ਉਹਨਾਂ ਨੇ ਸਾਫ਼ ਥਾਂ ਉੱਪਰ ਪਾਣੀ ਦਾ ਛਿੱਟਾ ਦੇ ਕੇ ਲਕਸ਼ਮੀ ਦੀ ਮੂਰਤੀ ਵਾਲੀ ਹੱਟੜੀ ਜਗਾਈ। ਦੀਵੇ ਡੰਗੇ, ਖਿੱਲਾਂ, ਖੰਡ, ਖੇਲਣੇ, ਮਠਿਆਈ ਧਰ ਕੇ ਮੱਥਾ ਟੇਕਿਆ। ਉਡੀਕ ਕੇ 10 ਵਜੇ ਉਹਨਾਂ ਮਠਿਆਈ ਦੇ 3-4 ਟੁਕੜੇ ਬਹਾਦਰ ਨੂੰ ਦਿੱਤੇ। ਰੋਟੀ ਖਾ ਲੈਣ ਲਈ ਵੀ ਆਖ ਦਿੱਤਾ। ਪਹਿਲੇ ਆਪ ਤੋਂ ਖਾਓ, ਬਹਾਦਰ ਬੋਲਿਆ। ਆ ਲੈਣ ਦਿੰਨੀਆਂ ਜਵਾਕਾਂ ਨੂੰ, ਤੂੰ ਖਾ, ਭੁੱਖ ਲੱਗੀ ਹੋਊਗੀ, ਬੇਜੀ ਬੋਲੇ। 11:30 ਵਜੇ ਉਹ ਘਰ ਪਰਤੇ। ਬਾਵਾ ਤਾਂ ਰਸਤੇ 'ਚ ਹੀ ਸੌਂ ਗਿਆ ਸੀ। ਇੰਨਾ ਚਿਰ ਲਾਤਾ, ਦੇਖ ਤਾਂ ਜਵਾਕ ਵਰੇ ਦਿਨਾਂ ਦੇ ਦਿਨ ਭੁੱਖਾ ਹੀ ਸੌਂ ਗਿਆ। ਬੇਜੀ ਮਹਿੰਦਰ ਵੱਲ ਝਾਕ ਕੇ ਬੋਲੇ, ਜਿਹਨੇ ਬਾਵੇ ਨੂੰ ਚੁੱਕਿਆ ਸੀ। ਭੁੱਖਾ ਨਹੀਂ ਸੁੱਤਾ, ਇਹਨੇ ਖਾ ਲਈ ਸੀ ਰੋਟੀ। ਸਗੋਂ ਅਸੀਂ ਸਾਰੇ ਵੀ ਖਾ ਕੇ ਆਏ ਹਾਂ ਗ੍ਰੀਨ ਹੋਟਲ 'ਚ, ਮਹਿੰਦਰ ਨੇ ਬਾਵੇ ਨੂੰ ਬੈੱਡ ਉੱਪਰ ਪਾਉਂਦੇ ਦੱਸਿਆ। ਮੈਂ ਤਾਂ ਰੋਟੀ ਤਿਆਰ ਕਰਵਾਈ ਬੈਠੀ ਸੀ ਤੁਹਾਡੇ ਸਾਰਿਆਂ ਦੀ, ਬੇਜੀ ਨੇ ਅਵਿਨਾਸ਼ ਵੱਲ ਝਾਕ ਕੇ ਆਖਿਆ। ਮੈਂ ਤਾਂ ਆਖਿਆ ਸੀ ਘਰ ਚੱਲਦੇ ਹਾਂ। ਇਹ ਆਖਣ ਲੱਗੇ ਗ੍ਰੀਨ 'ਚ ਘੁੱਟ ਲਾ ਕੇ ਚੱਲਦੇ ਹਾਂ। ਫਿਰ ਜਦੋਂ ਘੁੱਟ ਚੜ੍ਹ ਗਈ, ਫਿਰ ਆਖਣ ਲੱਗੇ ਹੁਣ ਘਰ ਕਿੱਥੇ ਜਾਵਾਂਗੇ, ਇੱਥੇ ਹੀ ਖਾ ਲੈਂਦੇ ਹਾਂ। ਸਗੋਂ 1300-1400 ਦਾ ਬਿੱਲ ਆ ਗਿਆ, ਅਵਿਨਾਸ਼ ਨੇ ਦੱਸਿਆ। ਚਲੋ ਉਹ ਜਾਣੇ, ਰੁਪਈਆਂ ਦਾ ਤਾਂ ਕੁਛ ਨਹੀਂ, ਪਰ ਚੰਗਾ ਸੀ ਵਰੇ ਦਿਨਾਂ ਦੇ ਦਿਨ ਆਪਣੇ ਘਰ ਦੀਵਾਲੀ ਮਨਾਉਂਦੇ। ਆਖ ਬੇਜੀ ਆਪਣੇ ਕਮਰੇ ਵੱਲ ਚਲੇ ਗਏ। ਆਪਕੋ ਖਾਣਾ ਲਾ ਦੂੰ, ਬਹਾਦਰ ਨੇ ਬੇਜੀ ਨੂੰ ਜਾ ਕੇ ਪੁੱਛਿਆ। ਲਿਆ ਦੇ, ਬਸ ਇੱਕੋ ਫੁਲਕਾ ਲਿਆਈ ਤੇ ਥੋੜੀ ਦਾਲ ਸਬਜ਼ੀ ਲਿਆਈ, ਬੇਜੀ ਨੇ ਦੱਸਿਆ। ਰੋਟੀ ਖਾ ਕੇ ਬੇਜੀ ਪੈ ਗਏ। ਮਹਿੰਦਰ ਵੀ ਬਾਵੇ ਦੇ ਨਾਲ ਹੀ ਪੈ ਗਿਆ, ਪਰ ਅਵਿਨਾਸ਼ ਤੇ ਉਹਦੀ ਭਾਈ ਭਰਜਾਈ ਬਹੁਤ ਰਾਤ ਤੱਕ ਗੱਲਾਂ ਬਾਤਾਂ ਕਰਦੇ ਰਹੇ। ਅਗਲੇ ਦਿਨ ਜਾਣ ਲੱਗਿਆਂ ਨੂੰ ਸਾਰਿਆਂ ਨੂੰ 100-100 ਰੁਪਏ ਬੇਜੀ ਨੇ ਦਿੱਤੇ। ਇੱਕ ਸੂਟ ਆਪਣੀ ਭਰਜਾਈ ਨੂੰ ਅਵਿਨਾਸ਼ ਨੇ ਵੀ ਦਿੱਤਾ। ਬੇਜੀ ਨੇ ਆਖਿਆ ਤਾਂ ਕੁਝ ਨਾ, ਪਰ ਮਨ 'ਚ ਆਖਿਆ ਇਹ ਉਲਟੇ ਹੀ ਰਿਵਾਜ ਚੱਲ ਪਏ, ਆਖੇ ਨਣਦ ਭਰਜਾਈ ਨੂੰ ਕੱਪੜੇ ਦੇਵੇ। ਜਾਣ ਵੇਲੇ ਅਵਿਨਾਸ਼ ਦੇ ਭਤੀਜੇ ਨੇ ਬਾਵੇ ਦੇ ਚੱਲਣ ਤੇ ਭੌਂਕਣ ਵਾਲਾ ਵਲੈਤੀ ਕੁੱਤਾ ਚੁੱਕ ਲਿਆ ਕਿ ਮੈਂ ਲੈ ਕੇ ਜਾਣਾ। ਨਹੀਂ ਲੈ ਕੇ ਨਹੀਂ ਜਾਈਦੀ ਕਿਸੇ ਦੀ ਚੀਜ਼, ਆਖਦਿਆਂ ਅਵਿਨਾਸ਼ ਦੀ ਭਰਜਾਈ ਨੇ ਕੁੱਤਾ ਵਾਪਸ ਕਰਨ ਦੀ ਕੋਸ਼ਿਸ਼ ਕੀਤੀ, ਪਰ ਬੱਚਾ ਮੰਨਿਆ ਨਹੀਂ। ਚਲੋ ਲੈ ਜਾਣ ਦਿਓ, ਹੋਰ ਲੈ ਦਿਆਂਗੇ ਬਾਵੇ ਨੂੰ, ਮਹਿੰਦਰ ਨੇ ਆਖ ਤਾਂ ਦਿੱਤਾ, ਪਰ ਬੇਜੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਬਾਵਾ ਆਪਣਾ ਕੁੱਤਾ ਦੇਣਾ ਨਹੀਂ ਸੀ ਚਾਹੁੰਦਾ। ਉਹਨੇ ਜਾ ਕੇ ਆਪਣਾ ਕੁੱਤਾ ਵਾਪਸ ਲੈਣ ਦੀ ਕੋਸ਼ਿਸ਼ ਕੀਤੀ, ਪਰ ਅਵਿਨਾਸ਼ ਨੇ ਉਹਨੂੰ ਝਿੜਕਤਾ। ਤੇਰੇ ਪਾਪਾ ਆਖਦੇ ਨੇ ਤੈਨੂੰ ਹੋਰ ਨਵਾਂ ਲੈ ਦੇਣਗੇ। ਕਿਹੋ ਜਿਹੇ ਲੋਕ ਨੇ, ਬੇਜੀ ਦੇ ਮਨ 'ਚ ਆਇਆ, ਪਰ ਉਹ ਬੋਲੇ ਕੁਝ ਨਹੀਂ। ਇੰਨੇ ਚਿਰ ਨੂੰ ਬੀਬੀ ਰਾਮਦਈ ਆ ਗਈ। ਬੇਜੀ ਨੇ ਖਿੱਲਾਂ, ਖੰਡ, ਖੇਲਣੇ, ਮਠਿਆਈ, ਇੱਕ ਸੂਟ, 11 ਰੁਪਏ ਉਹਨੂੰ ਦਿੱਤੇ, ਨਾਲ ਹੀ ਪੈਰੀਂ ਹੱਥ ਲਾਏ। ਬਹੂ ਰਾਣੀ ਦੇ ਭਾਈ ਭਰਜਾਈ ਆਏ ਹੋਏ ਸੀ, ਮੈਂ ਤਾਂ ਹੇਠਾਂ ਜਾਂਦੇ ਦੇਖੇ ਸੀ, ਰਾਮਦਈ ਨੇ ਅਸੀਸਾਂ ਦਿੰਦੀ ਨੇ ਪੁੱਛਿਆ। ਆਹੋ ਆਏ ਹੋਏ ਸੀ, ਬੇਜੀ ਨੇ ਦੱਸਿਆ। ਫਿਰ ਤਾਂ ਬੇਜੀ ਤੈਨੂੰ ਵੀ ਸੂਟ ਲੈ ਕੇ ਆਏ ਹੋਣਗੇ, ਰਾਮਦਈ ਨੇ ਹੱਸ ਕੇ ਪੁੱਛਿਆ। ਪੁਰਾਣੇ ਰਿਵਾਜਾਂ ਨੂੰ ਅੱਜ ਕੱਲ੍ਹ ਕੌਣ ਜਾਣਦਾ ਹੈ, ਨਾਲੇ ਰੱਬ ਆਪਣੇ ਘਰ ਹੀ ਦੇਵੇ ਸਭ ਕੁਝ, ਬੇਜੀ ਬੋਲੀ। ਲੈ ਹੈ, ਇੱਕ ਸੂਟ ਨਾਲ ਕੀ ਕਿਸੇ ਨੇ ਰੱਜਣਾ ਹੁੰਦਾ? ਇਹ ਤਾਂ ਬੰਦੇ ਦਾ ਮਾਣ ਤਾਣ ਹੀ ਹੁੰਦਾ। ਕਾਹਦੇ ਮਾਣ ਤਾਣ, ਰੱਬ ਸਗੋਂ ਕਿਸੇ ਤੋਂ ਕੁਛ ਦਵਾਏ ਹੀ ਨਾ, ਵਾਧੂ ਭਾਰ ਚੜ੍ਹਦਾ ਸਿਰ, ਬੇਜੀ ਨੇ ਚੌਲਾਂ 'ਚ ਰੋੜ ਚੁਗਦਿਆਂ ਦੱਸਿਆ। ਲੈ ਹੈ ਬੇਬੇ ਜੀ, ਉਲਟੀ ਗੱਲ ਕਰਤੀ ਤੂੰ। ਦੇਣ ਦੇ ਥਾਂ ਐਂ ਭਾਰ ਕਾਹਦਾ ਚੜ੍ਹਦਾ? ਹੁਣ ਤੈਂ ਨਹੀਂ ਮੈਨੂੰ ਸੂਟ ਦਿੱਤਾ, ਲੈ ਨਰੈਣਾ ਵੀ ਆਉਂਦਾ ਤੁਰਿਆ। ਬੇਜੀ ਨੇ ਨਰੈਣੇ ਨੂੰ ਵੀ ਸਭ ਕੁਝ ਦਿੱਤਾ ਜੋ ਰਾਮਦਈ ਨੂੰ ਦਿੱਤਾ ਸੀ। ਉਹਨੂੰ ਪਗੜੀ ਸਗੋਂ ਫਾਲਤੂ ਸੀ। ਬਹਾਦਰ ਚਾਹ ਪਾ ਲਿਆਇਆ। ਬੇਜੀ ਨੇ ਪਲੇਟਾਂ 'ਚ ਪਾ ਕੇ ਨਾਲ ਨੂੰ ਮਠਿਆਈ ਦਿੱਤੀ। ਬੇਬੇ ਜੀ ਦੀਵਾਲੀ ਮੁਬਾਰਕ ਹੋ, ਔਰ ਹਮਾਰਾ ਹਿੱਸਾ, ਫੂਲਕਲੀ ਨੇ ਆਪਣੀ ਟੋਕਰੀ ਪਰਾਂ ਧਰਦਿਆਂ ਆਖਿਆ। ਬੇਜੀ ਲਿਫਾਫੇ 'ਚ ਪਾ ਕੇ ਰੱਖੀਆਂ ਸਭ ਚੀਜ਼ਾਂ, ਸਣੇ ਸੂਟ, ਫੂਲਕਲੀ ਦਾ ਵੀ ਕੱਢ ਲਿਆਈ, ਫੜਾਉਂਦੇ ਬੋਲੇ। ਤੈਨੂੰ ਕਿਵੇਂ ਭੁੱਲ ਜੂ, ਤੂੰ ਤਾਂ ਆਥਣ ਨੂੰ ਧੂੰਆਂ ਸਿੱਧਰ ਪਾ ਕੇ ਬੈਠ ਜਾਏਂਗੀ। ਦੇਖਿਆ ਨਹੀਂ ਸੀ ਸੂਰਜ ਗ੍ਰਹਿਣ ਵਾਲੇ ਦਿਨ ਮੈਂ ਕਿਹਾ ਸੀ ਕੱਪੜੇ ਲੱਭ ਕੇ ਫੇਰ ਦੇਊਂਗੀ, ਤੇ ਤੂੰ ਉੱਥੇ ਹੀ ਬੈਠ ਗਈ ਸੀ। ਆਖੇ ਕੱਪੜੇ ਦੇਂਗੀ ਤਾਂ ਜਾਊਂਗੀ। ਬੇਜੀ ਨੇ ਜਰਾ ਮੁस्कुरा के आखे। बेबे जी तुम्हारे जैसे लोगों पर ही हमारा जोर है, फुलकली बोली। ਬੇਜੀ ਨੂੰ ਘਰ ਦੇ ਬੇਸ਼ੱਕ ਭੁੱਲ ਜਾਣ, ਬਾਹਰਲਾ ਕੋਈ ਨਹੀਂ ਭੁੱਲਦਾ, ਫੁਲਕਲੀ।
ਦੇਖ ਲੈ, ਪਹਿਲਾਂ ਹੀ ਸਾਰਿਆਂ ਲਈ ਕੱਪੜੇ ਲਿਆ ਰੱਖੇ ਨੇ। ਕੋਲੋਂ ਲੰਘੀ ਜਾਂਦੀ ਅਵਿਨਾਸ਼ ਨੇ ਆਖਿਆ, तुमने तो बहू जी मोती दान किए होंगे पिछले जन्म में, जो ऐसी सास मिली। नहीं, सासे तो जीना हराम कर देवे। फूलकली ने हंस के अविनाश ਨੂੰ ਆਖਿਆ। ਲਿਆ ਬੇਬੇ ਜੀ, ਨਹੁੰ ਲਾ ਦਿਆਂ। ਨਰੈਣੇ ਨੇ ਪਟੜੀ ਬੇਜੀ ਦੇ ਕੋਲ ਡਾਹ ਕੇ ਬੈਠਦਿਆਂ ਆਖਿਆ। ਬੇਜੀ ਨੇ ਆਪਣੇ ਖੱਬੇ ਹੱਥ ਦੇ ਨਹੁੰ ਵੱਲ ਦੇਖਿਆ ਤੇ ਹੱਥ ਨਰੈਣੇ ਦੇ ਅੱਗੇ ਕਰਤਾ। इब देख लो, लोग आप ही नौ काट ले नेल कटर से। एक बेबे जी हैं जो नरैणे के लिए ऐसा नहीं करती। फूलकली ने नरैणे नाई वाल झाक के आख्या। कुड़े फूलकली, इसने भी तो मातड़ां दे सिर ते गुजारा करना है। होर किहड़ा इहदे हल चलदे ने। उत्तों धीआं रब ने इन्नियां देतियां, की करे बेचारा। बेजी बोले। बस बेबे जी, सोचिया सी एक सौरा जवाक हो जे, नगर नाल सांझ रह जे, ਪਿੱਤਰਾਂ ਨੂੰ ਪਾਣੀ ਮਿਲਦਾ ਰਹੇ। ਇਹ ਕੀ ਪਤਾ ਸੀ ਵੀ ਰੱਬ ਨੂੰ ਇਹ ਨਹੀਂ ਸੀ ਮਨਜ਼ੂਰ। ਨਰੈਣੇ ਨੇ ਬੇਜੀ ਦੇ ਨਹੁੰ ਲਾਉਂਦੇ ਨੇ ਦੱਸਿਆ। ਚਲੋ ਜਾਣੇ, ਘਰ ਜਮਾਈ ਰੱਖ ਲਈ, ਕਿਸੇ ਕੁੜੀ ਦੇ ਘਰ ਵਾਲੇ ਨੂੰ। ਬੇਜੀ ਬੋਲੇ। ਨਹੀਂ ਬੇਬੇ ਜੀ, ਹੁਣ ਅਗਲੇ ਵਾਲੇ ਜ਼ਮਾਨੇ ਨਹੀਂ ਰਹੇ ਵੀ ਬਗਾਨਾ ਪੁੱਤ ਆਪਣਾ ਬਣ ਜੂ। ਹੁਣ ਤਾਂ ਆਪਣੇ ਨਹੀਂ ਸਿਆਣਦੇ। ਨਰੈਣਾ ਆਖਣ ਲੱਗਾ। ਇਹ ਤਾਂ ਗੱਲ ਤੇਰੀ ਠੀਕ ਹੈ ਨਰੈਣਿਆ, ਪਰ ਬੁਢੇਪੇ ਵੇਲੇ ਕੋਈ ਆਸਰਾ ਵੀ ਤਾਂ ਚਾਹੀਦਾ ਹੈ। ਬੇਜੀ ਬੋਲੇ। ਆਸਰਾ ਬੇਬੇ ਰੱਬ ਦਾ ਚਾਹੀਦਾ ਹੈ, ਰਾਮਦੇਈ ਆਖਣ ਲੱਗੀ। ਸਤਯੁਗ 'ਚ ਮਨੁੱਖਾਂ ਦੀ ਆਰਬਲਾ ਲੱਖ ਬਰਸ ਹੁੰਦੀ ਸੀ। ਤ੍ਰੇਤੇ 'ਚ 10,000 ਬਰਸ, ਦੁਆਪਰ ਵਿੱਚ 1000 ਬਰਸ, ਕਲਯੁਗ 'ਚ ਆਰਬਲਾ 100 ਸਾਲ ਕੀ ਰਹਿ ਗਈ। 100 ਸਾਲ ਵੀ ਲੋਕ ਪੂਰੇ ਨਹੀਂ ਜੀਂਦੇ। ਉਹ ਵਿਸ਼ੇ ਵਿਕਾਰਾਂ ਨਾਲ ਦੇਹ ਪਹਿਲਾਂ ਹੀ ਜਰਜਰੀ ਕਰ ਲੈਂਦੇ ਨੇ। ਫਿਰ ਹੱਦ 100 ਸਾਲ ਦੀ ਖਾਤਰ ਕਾਹਨੂੰ ਬੰਦਾ ਇੰਨੇ ਬੰਨ ਨੂੰ ਬੰਨਦਾ ਫਿਰੇ। ਰਾਮ ਭਜਨ 'ਚ ਚਿੱਤ ਲਾਏ, ਜਿਹੜਾ ਅਗੰਤ ਨੂੰ ਸਹਾਈ ਵੀ ਹੋਵੇ। ਅੱਛਾ ਬੇਬੇ ਜੀ, ਮੈਂ ਚੱਲਦਾ, ਫਿਰ ਇੱਕ ਦੋ ਥਾਈਂ ਹੋਰ ਵੀ ਜਾਣਾ, ਆਖਦਾ ਨਰੈਣ ਚੀਜ਼ਾਂ ਸਮੇਟਣ ਲੱਗਾ। ਰੁਕ ਜਾ, ਮੈਂ ਪੈਸੇ ਵੀ ਦਿੰਨੀ ਆ। ਹੋਰ ਤੂੰ ਆਖਦਾ ਸੀ ਐਨਕ ਬਣਵਾਉਣੀ ਹੈ। ਆਖਦੇ ਬੇਜੀ ਅੰਦਰੋਂ ਪੈਸੇ ਕੱਢਣ ਚਲੇ ਗਏ। ਬੜੀ ਗਹਿਮਾ ਗਹਿਮ ਹੁੰਦੀ ਸੀ ਜਦੋਂ ਜੱਜ ਸਾਹਿਬ ਜੀ ਆਉਂਦੇ ਸੀ। ਮੁਕੱਦਮਿਆਂ ਵਾਲੇ 20 ਲੋਕ ਆ ਕੇ ਬੇਬੇ ਦੇ ਪੈਰੀਂ ਡਿੱਗਦੇ ਸੀ। ਗੱਲ ਇਹ ਸੀ ਵੀ ਰਿਸ਼ਵਤ ਤਾਂ ਇਹ ਲੈਂਦੇ ਨਹੀਂ ਸੀ, ਇਸ ਕਰਕੇ ਲੋਕ ਹੱਥ ਜੋੜਦੇ ਰਹਿੰਦੇ। ਨਰੈਣੇ ਨੇ ਦੱਸਿਆ। ਮੈਂ ਕਿਆ ਬਤਾਵਾਂ ਅੰਮਾ, ਇੱਕ ਵਾਰੀ ਮੇਰੇ ਮੁੰਡੇ ਨੂੰ ਟੈਕਸੀ ਵਾਲਿਆਂ ਨੇ ਠਾਣੇ ਫੜਾ ਦਿਆ। ਕਹੇ हमारे 5,000 रुपये इसने उठा लिए। मैं तो जी जज साहब पास आके रोने लग गई। भी पैसे उठाएगा तो घर पर ही लाएगा। आपके घर में इतने सालों से आते यहाँ तो कुछ उठाया नहीं, नाले सारी चीज़ें सामने पड़ी रहा। जज साहब ने उसे वेले फ़ोन किया, मुंडे ने तुरंत छोड़ दिया। उनकी तो बातें ही कुछ और थी। फूलकली दस रही सी। ਬੇਜੀ ਨੇ 50 ਰੁਪਏ ਨਰੈਣੇ ਨੂੰ ਐਨਕ ਲਈ ਦੇ ਦਿੱਤੇ। ਨਰੈਣੇ ਤੇ ਫੂਲਕਲੀ ਦੇ ਜਾਣ ਮਗਰੋਂ ਬੇਜੀ ਨੇ ਬੀਬੀ ਰਾਮਦੇਈ ਵੱਲ ਵੇਖਿਆ। ਆਖਣ ਲੱਗੇ, ਦਿਨ ਆਉਂਦੇ ਨੇ ਤੁਰ ਜਾਂਦੇ ਨੇ, ਇਸੇ ਤਰ੍ਹਾਂ ਰੁੱਤਾਂ ਆਉਂਦੀਆਂ ਨੇ ਲੰਘ ਜਾਂਦੀਆਂ ਨੇ, ਇਸੇ ਤਰ੍ਹਾਂ ਬੰਦੇ ਹੋ ਤੁਰ ਜਾਂਦੇ ਨੇ। ਇਹ ਤਾਂ ਜੱਗ ਰਵੀਰ ਹੈ ਬੇਬੇ, ਇਸ 'ਚ ਭਲਾ ਫਿਕਰ ਵਾਲੀ ਕਿਹੜੀ ਗੱਲ ਹੈ। ਦੁਨੀਆ ਨੇ ਤਾਂ ਇਉਂ ਹੀ ਤੁਰਦੀ ਰਹਿਣਾ। ਬਾਣੀ ਨਹੀਂ ਆਖਦੀ ਹੈ ਕਿ ਜਿੱਤ ਆਸਣ ਹਮ ਬੈਠੇ ਕੀਤੇ ਬੈਸ ਗਏ। ਬਹਾਦਰ, ਚਾਹ ਤਾਂ ਕਰ ਲਿਆ। ਬੇਜੀ ਨੇ ਹਾਕ ਮਾਰੀ। ਬਹਾਦਰ ਨੇ ਕੋਈ ਜਵਾਬ ਨਾ ਦਿੱਤਾ। ਵੇ ਸੁਣਿਆ ਨਹੀਂ ਤੈਨੂੰ ਮੈਂ ਕੀ ਆਖ ਰਹੀ ਹਾਂ। ਬੇਜੀ ਨੇ ਜਰਾ ਉੱਚੀ ਆਵਾਜ਼ 'ਚ ਆਖਿਆ। ਜੇ ਲੋग कोई काम करते हैं हमारा, जो चाय भी दूं, आते हैं चीजें कपड़ा पैसा लेते हैं और चल देते हैं। बहादुर बोलिਆ। ਵੇ ਚੰਦਰਿਆ, ਇਹ ਸਾਰਾ ਹੀ ਕੁਝ ਪਤਾ ਨਹੀਂ ਕਿਹਦੇ ਭਾਗਾਂ ਦਾ। ਸੁਣਿਆ ਨਹੀਂ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੀ ਹੈ। ਬਹਾਦਰ ਬਾਜ਼ਾਰ ਤੋਂ ਜਾ ਕੇ ਸਬਜ਼ੀ ਲੈ ਕੇ ਆ। ਕਿਲੋ ਮਟਰ, ਕਿਲੋ ਆਲੂ, ਕਿਲੋ ਪਿਆਜ਼, ਪਾਈਆ ਨਿੰਬੂ ਤੇ ਪਾਈਆ ਅਦਰਕ। ਅਵਿਨਾਸ਼ ਨੇ ਅੰਦਰੋਂ ਨਿਕਲ ਕੇ ਬਹਾਦਰ ਨੂੰ ਪੈਸੇ ਫੜਾਉਂਦਿਆਂ ਕਿਹਾ। ਮਟਰ ਤਾਂ ਬੈ ਹੁੰਦੇ ਨੇ, ਨਾਲੇ ਪਰਸੋਂ ਹੀ ਧਰੇ ਸੀ, ਕੁਝ ਹੋਰ ਮੰਗਾ ਲਓ। ਅੱਜ ਬੇਜੀ ਨੇ ਬਹਾਦਰ ਦੀ ਥਾਂ ਅਵਿਨਾਸ਼ ਨੂੰ ਆਖਿਆ। ਉਹਨੇ ਕੋਈ ਉੱਤਰ ਨਾ ਦਿੱਤਾ ਤੇ ਬਹਾਦਰ ਚਾਹ ਬਣਾਉਣ ਦੀ ਥਾਂ ਸਬਜ਼ੀ ਲੈਣ ਚਲਾ ਗਿਆ। ਬੇਜੀ ਨੂੰ ਅਜੀਬ ਲੱਗਿਆ। ਫਿਰ ਉਹਨਾਂ ਆਪ ਹੀ ਸੋਚ ਲਿਆ, ਚੱਲ ਮੈਂ ਖਾਲੀ ਦਾਲ ਨਾਲ ਖਾ ਲੂੰਗੀ ਰੋਟੀ, ਮਟਰ ਨਿਆਣਿਆਂ ਨੂੰ ਚੰਗੇ ਲੱਗਦੇ ਹੋਣਗੇ। ਬੇਜੀ ਨੇ ਆਪ ਰਸੋਈ 'ਚ ਜਾ ਕੇ ਚਾਹ ਬਣਾ ਕੇ ਲਿਆਂਦੀ। ਚਾਹ ਪੀਂਦੀ ਬੀਬੀ ਰਾਮਦੇਈ ਆਲੇ ਦੁਆਲੇ ਝਾਕਦੀ ਰਹੀ। ਉਹ ਸਭ ਸਮਝਦੀ ਸੀ। ਮਹਿੰਦਰ ਸਿੰਘ ਨਹੀਂ ਦਿਸਦਾ ਕਿਧਰੇ। ਬੀਬੀ ਰਾਮਦੇਈ ਨੇ ਬੁਝਲ ਚੁੱਪ ਨੂੰ ਤੋੜਦਿਆਂ ਪੁੱਛਿਆ। ਚਲਿਆ ਗਿਆ ਅੱਜ ਸਵੇਰੇ। ਫੌਜੀਆਂ ਨੂੰ ਛੁੱਟੀ ਵੀ ਤਾਂ ਸੁਖਾਲੀ ਨਹੀਂ ਮਿਲਦੀ। ਇਹਦੀ ਹੈ ਬਈ ਜਦੋਂ ਮਰਜ਼ੀ ਜਿੰਨੀ ਮਰਜ਼ੀ ਛੁੱਟੀ ਲੈ ਲਓ। ਬੇਜੀ ਨੇ ਦੱਸਿਆ। ਫੌਜ 'ਚ ਨਹੀਂ ਸੀ ਭੇਜਣਾ। ਤੇਰੇ ਘਰ ਕਾਹਦਾ ਘਾਟਾ ਹੈ। ਕੱਲਾ ਤੇਰਾ ਪੁੱਤ, ਇਹਨੂੰ ਤਾਂ ਪੁਲਿਸ 'ਚ ਕਰਾ ਦਿੰਦੀ। ਬੀਬੀ ਰਾਮਦੇਈ ਆਖ ਰਹੀ ਸੀ। ਨਹੀਂ ਬੀਬੀ ਰਾਮਦੇਈ, ਪੁਲਿਸ ਦੀ ਨੌਕਰੀ ਤਾਂ ਅੱਜ ਕੱਲ੍ਹ ਬਹੁਤੀ ਔਖੀ ਹੈ। 2-2 ਪੈਸੇ ਦੇ ਬੰਦੇ ਨੋਟਾਂ 'ਚ ਜਿੱਤ ਕੇ ਵਜ਼ੀਰ ਬਣ ਬੈਠਦੇ ਨੇ ਤੇ ਫਿਰ ਲੱਗ ਜਾਂਦੇ ਨੇ ਰੱਬ ਨੂੰ ਲੱਤਾਂ ਲਾਉਣ ਤੇ ਸਾਰੇ ਪੁਲਿਸ ਦੇ ਮਹਿਕਮੇ ਨੂੰ ਆਪਣੇ ਵਗਾਰੀ ਸਮਝਣ ਲੱਗ ਜਾਂਦੇ ਨੇ।
ਫੌਜ 'ਚ ਫੇਰ ਇੱਜ਼ਤ ਹੈ। ਨਾਲੇ ਮਹਿੰਦਰ ਨੇ ਕਿਤੇ ਸਹਿਣਾ ਸੀ ਕਿਸੇ ਦਾ ਰੋਬ। ਬੇਜੀ ਨੇ ਦੱਸਿਆ। बेजी आप बातें मत करो, अब हमने पढ़ाई करनी है, मामा ने बोला है। बावे ने अंदरों आके जदों आख्या, बेजी ने बीबी रामदेव जिवें 75 जियां गईयां। चंगा पुत करो पढ़ाई, मैं जानी हाँ, रामदेव ने उठदी ने आख्या। बेजी रामदेव नूं हेठां तक छड्डण आए। रामदेव दे चले जाण मगरों उपर नहीं गए, वो बिना ही मतलब दे 22 नंबर फाटक वल नूं तुर पए। 17वां अंग। ਅੱਧੇ ਮਾਰਚ ਤੱਕ ਠੰਡ ਘੱਟ ਚੁੱਕੀ ਸੀ। ਬਨਸਪਤੀ ਮੌਲਣ ਲੱਗ ਪਈ ਸੀ। ਕੁਦਰਤ ਦੇ ਰੰਗ ਨੇ। ਬੇਜੀ ਨੇ ਵੇਲਾਂ ਬੂਟਿਆਂ ਤੇ ਨਵੇਂ ਫੁੱਟਦੇ ਪੱਤਿਆਂ ਵੱਲ ਝਾਕ ਕੇ ਸੋਚਿਆ, ਰਮਨੀਕ ਤੇ ਮਹਿੰਦਰ ਦੋਵਾਂ ਭੈਣਾਂ ਭਾਈਆਂ ਦਾ ਵੀ ਇਸੇ ਮਹੀਨੇ ਦਾ ਜਨਮ ਹੈ। ਬੇਜੀ ਨੇ ਖਿਆਲ ਆਇਆ। ਬਾਵੇ ਦਾ ਮੜੰਗਾ ਵੀ ਤੇ ਸੁਭਾਅ ਵੀ ਮਹਿੰਦਰ ਤੇ ਪਾਪਾ ਵਰਗਾ ਹੈ। ਪਤਾ ਨਹੀਂ ਰੂਹਾਂ ਕਿੱਥੋਂ ਕਿੱਥੋਂ ਕੀ ਕੀ ਲੈ ਲੈਂਦੀਆਂ ਨੇ। ਫਿਰ ਪਤਾ ਨਹੀਂ ਕਿਵੇਂ ਉਹਨਾਂ ਨੂੰ ਰਮਨੀਕ ਦਾ ਖਿਆਲ ਆ ਗਿਆ। ਸੋਚਣ ਲੱਗੇ, ਮੈਂ ਕੋਈ ਇਹਨਾਂ ਦੀ ਕੈਦਣ, ਮੈਂ ਕਿਉਂ ਨਾ ਜਾਵਾਂ ਆਪਣੀ ਧੀ ਨੂੰ ਮਿਲਣ। ਪਤਾ ਨਹੀਂ ਕਿੰਨਾ ਕੁ ਚਿਰ ਕਿੰਨਾ ਕੁ ਚਿਰ ਨਹੀਂ। ਤੇ ਫਿਰ ਪਾਠ ਕਰਨ ਬੈਠ ਗਏ। ਅੱਜ ਮਨ ਪਤਾ ਨਹੀਂ ਕਿੱਧਰ ਕਿੱਧਰ ਭਟਕ ਰਿਹਾ ਸੀ। ਪਾਠ ਕਰਕੇ ਹੀ ਹਟੇ ਸਨ ਕਿ ਡਾਕਟਰਨੀ ਗਰੇਵਾਲ ਆ ਗਈ। ਉਹ ਰਮਨੀਕ ਦੀ ਜਮਾਤਣ ਵੀ ਸੀ ਤੇ ਸਹੇਲੀ ਵੀ। ਬਾਵੇ ਵੇਲੇ ਕੇਸ ਉਸੇ ਨੇ ਕੀਤਾ ਸੀ। ਖੁਸ਼ ਹੋ ਕੇ ਬੇਜੀ ਮਠਿਆਈ ਦੇ ਨਾਲ ਡਾਕਟਰਨੀ ਨੂੰ ਸਾੜੀ ਦੇ ਕੇ ਆਏ ਸੀ। ਕਮਾਲ ਹੈ ਬੇਜੀ, ਅਜੇ ਤਾਈਂ ਵੀ ਬਿਨਾਂ ਐਨਕ ਤੋਂ ਹੀ ਪੜ੍ਹੀ ਜਾ ਰਹੇ ਨੇ। ਡਾਕਟਰਨੀ ਨੇ ਉਹਨਾਂ ਨੂੰ ਪਿੰਗਲਵਾੜੇ ਦਾ ਇੱਕ ਇਸ਼ਤਿਹਾਰ ਪੜ੍ਹਦਿਆਂ ਦੇਖ ਕੇ ਆਖਿਆ, ਆਓ ਬੀਬਾ ਬੈਠੋ, ਜੀ ਆਇਆਂ ਨੂੰ। ਕੀ ਗੱਲ, ਕਦੇ ਆਏ ਨਹੀਂ? ਬੇਜੀ ਨੇ ਕੁਰਸੀ ਵੱਲ ਹੱਥ ਕਰਕੇ ਆਖਿਆ, ਵੇਲ ਹੀ ਨਹੀਂ ਮਿਲਦੀ ਬੇਜੀ। ਤੁਹਾਡੇ ਵੇਲੇ ਚੰਗੇ ਸੀ, ਔਰਤਾਂ ਸਿਰਫ ਘਰ ਦਾ ਹੀ ਕੰਮ ਕਰਦੀਆਂ ਸੀ। ਹੁਣ ਤਾਂ ਦੋ ਦੋ ਕੰਮ ਗਲ ਪੈ ਗਏ। ਜੂਨ ਖਰਾਬ ਕਰ ਰੱਖੀ ਅਸੀਂ ਲੋਕਾਂ ਨੇ। ਡਾਕਟਰ ਕੁਰਸੀ ਤੇ ਬੈਠਦੀ ਬੋਲੀ। ਤੁਸੀਂ ਫਿਰ ਧੀਏ ਅਫਸਰੀਆਂ ਵੀ ਤਾਂ ਕਰਦੀਆਂ ਹੋ। ਕਾਹਨੂੰ ਬੇਜੀ, ਅੱਗੇ ਸਿਰਫ ਘਰ 'ਚ ਘਰ ਵਾਲੇ ਦੀ ਗੁਲਾਮੀ ਕਰੀਦੀ ਸੀ, ਹੁਣ ਬਾਹਰ ਵਾਲਿਆਂ ਦੀ ਵੀ ਗੁਲਾਮੀ ਕਰੀਦੀ ਹੈ। ਨੋਟਾਂ ਦੇ ਵੀ ਤਾਂ ਪਰਸ ਭਰ ਕੇ ਲਿਆਉਣੀ ਆ ਹਰ ਮਹੀਨੇ, ਬੇਜੀ ਨੇ ਹੱਸ ਕੇ ਆਖਿਆ। ਅੱਗੇ ਅਗਲੇ ਨੂੰ ਫਿਕਰ ਹੁੰਦਾ ਸੀ ਵੀ ਕਬੀਲਦਾਰੀ ਤੋਰਨੀ ਹੈ, ਕਮਾਈ ਕਰਨੀ ਹੈ। ਹੁਣ ਅਗਲਾ ਇਹਦਾ ਵੀ ਭਾਰ ਤੁਹਾਡੇ ਉੱਪਰ ਪਾ ਦਿੰਦਾ ਹੈ। ਇਹ ਸੱਚੀ ਗੱਲ ਹੈ ਬੇਜੀ, ਡਾਕਟਰਨੀ ਦੱਸ ਰਹੀ ਸੀ। ਅੱਜ ਫਿਰ ਕਿਵੇਂ ਆਉਣੇ ਹੋਏ? ਨੂੰਹ ਰਾਣੀ ਗਈ ਸੀ ਤੁਹਾਡੀ ਹਸਪਤਾਲ ਮੇਰੇ ਕੋਲ। ਪੈਰ ਭਾਰੀ ਆਖਦੀ ਸੀ ਅਲਟਰਾਸਾਊਂਡ ਕਰਵਾਈਏ, ਲੜਕੀ ਹੈ ਤਾਂ ਅਬਾਰਸ਼ਨ ਕਰਵਾਉਣੀ ਹੈ। ਮੈਂ ਆਖਿਆ ਪਹਿਲਾਂ ਆਪਣੀ ਬੇਜੀ ਤੋਂ ਤਾਂ ਪੁੱਛ ਲੈ। ਰਾਮ ਰਾਮ, ਨਾ ਬੀਬੀ, ਇਹੋ ਜਿਹਾ ਪਾਪ ਨਾ ਕਰੀ। ਮੇਰਾ ਤਾਂ ਕੱਲਾ ਕੱਲਾ ਪੁੱਤ ਹੈ, ਹੋਰ ਸਰਾਪ ਮਾਰ ਜੂ ਜੀਵ ਹੱਤਿਆ ਦਾ। ਦੇਖ ਲਓ ਭਾਬੀ ਜੀ, ਬੇਜੀ ਕੀ ਆਖਦੇ ਨੇ। ਮੈਂ ਨਹੀਂ ਸੀ ਆਖਿਆ ਪੁੱਛ ਲਓ। ਬਹਾਦਰ ਤੋਂ ਚਾਹ ਦੀ ਟਰੇ ਚੁਕਵਾਈ ਆਉਂਦੀ ਅਵਿਨਾਸ਼ ਵੱਲ ਝਾਕ ਕੇ ਡਾਕਟਰ ਨਹੀਂ ਬੋਲੀ। ਸਾਰੀ ਦੁਨੀਆ ਹੀ ਕਰਵਾਈ ਜਾਂਦੀ ਹੈ, ਸਾਨੂੰ ਕੋਈ ਵੱਖਰਾ ਹੀ ਪਾਪ ਤਾਂ ਨਹੀਂ ਲੱਗਣ ਲੱਗਿਆ, ਅਵਿਨਾਸ਼ ਨੇ ਉੱਤਰ ਦਿੱਤਾ। ਦੁਨੀਆ ਦੇ ਮਾਰ ਗੋਲੀ, ਦੁਨੀਆ ਦੇ ਖੂਹ ਖਾਤੇ 'ਚ ਡਿੱਗਦੀ ਹੈ, ਤੈਂ ਵੀ ਜ਼ਰੂਰ ਡਿੱਗਣਾ। ਮੈਂ ਇਹੋ ਜਿਹਾ ਵਿਘਨ ਨਹੀਂ ਹੋਣ ਦੇਣਾ ਇਸ ਘਰ 'ਚ, ਬੀਜੀ ਬੋਲੇ। ਮਸਾ ਤਾਂ ਬਾਵਾ ਵੱਡਾ ਹੋਇਆ ਤੇ ਮੈਂ ਨਰਕ 'ਚੋਂ ਨਿਕਲੀ ਹਾਂ। ਤੁਹਾਡੀ ਸਲਾਹ ਵੀ ਮੁੜ ਕੇ ਫਿਰ ਉਸੇ ਚਿੱਕੜ 'ਚ ਜਾ ਫਸਾਂ ਤੇ 4-5 ਸਾਲ ਗਾਲਦਿਆਂ। ਅਵਿਨਾਸ਼ ਨੇ ਭੈੜਾ ਜਿਹਾ ਮੂੰਹ ਬਣਾ ਕੇ ਆਖਿਆ, ਬਹੂ ਰੱਬ ਦੇ ਸ਼ਰੀਕ ਨਹੀਂ ਬਣੀਦਾ। ਉਸ ਡਾਢੇ ਤੋਂ 7 ਵੇਲੇ ਡਰੀਏ। ਉਹਦੀ ਦਾਤ ਨੂੰ ਇਉਂ ਨਹੀਂ ਧਰਕਾਰੀਦਾ ਹੁੰਦਾ। ਊਂ ਤਾਂ ਬੇਜੀ ਛੋਟਾ ਪਰਿਵਾਰ ਹੀ ਠੀਕ ਹੁੰਦਾ, ਪਰ ਤੁਹਾਡੇ ਘਰ ਰੱਬ ਨੇ ਬਥੇਰਾ ਕੁਝ ਦਿੱਤਾ ਹੋਇਆ। ਤੇ ਨਾਲੇ ਭਾਬੀ ਜੀ ਨੇ ਕਿਹੜਾ ਕੋਈ ਜੌਬ ਕਰਨ ਜਾਣਾ ਹੁੰਦਾ, ਇਸ ਲਈ ਬੱਚੇ ਦੀ ਵੀ ਪ੍ਰੋਬਲਮ ਤਾਂ ਕੋਈ ਨਹੀਂ ਹੋਣ ਲੱਗੀ। ਪਰ ਭਾਬੀ ਜੀ ਨੂੰ ਪ੍ਰੋਬਲਮ ਲੱਗਦੀ ਹੈ, ਡਾਕਟਰ ਨਹੀਂ ਬੋਲੀ। ਚਲੋ ਜਾਣੇ, ਇਹਨਾਂ ਪਾਲੇ ਮੈਂ ਆਪ ਪਾਲ ਲਊਂਗੀ। ਨਾਲੇ ਜਿਸ ਘਰ ਧੀ ਨਾ ਹੋਵੇ ਉਸ ਘਰ ਦਾ ਤਾਂ ਪੁੰਨ ਹੀ ਨਹੀਂ ਨਿਕਲਦਾ। ਨਾਲੇ ਖਬਰੇ ਕਿਹੜੀ ਰੂਹ ਨੇ, ਕਿਹੜੇ ਨਛੱਤਰੀ ਘੁੰਮਦੀ ਨੇ ਇਹ ਘਰ ਚੁਣਿਆ, ਇਹ ਕੁੱਖ ਚੁਣੀ ਹੈ। ਇਹ ਤਾਂ ਕਿਸੇ ਨੂੰ ਕਤਲ ਕਰਨ ਵਾਲੀ ਗੱਲ ਹੋਈ। ਫਰਕ ਸਿਰਫ ਇੰਨਾ ਹੀ ਹੈ ਵੀ ਉਸ ਰੂਹ ਦੇ ਮੂੰਹ 'ਚ ਅਜੇ ਬੋਲ ਨਹੀਂ, ਬੇਜੀ ਆਖ ਰਹੇ ਸੀ। ਅਵਿਨਾਸ਼ ਤਿਉੜੀਆਂ ਨੀਆਂ ਪਾ ਕੇ ਉੱਠ ਗਈ। ਡਾਕਟਰਨੀ ਨੂੰ ਬੇਜੀ ਹੇਠਾਂ ਤੀਕ ਛੱਡਣ ਆਈ। ਜਾਂਦੀ ਨੂੰ ਫਿਰ ਤਾਕੀਦ ਕੀਤੀ, ਦੇਖੀ ਮੇਰੀ ਧੀ ਉਸ ਕਮਲੀ ਦੇ ਆਖੇ ਲੱਗ ਕੇ ਇਹੋ ਜਿਹਾ ਮਾੜਾ ਕੰਮ ਨਾ ਕਰੇ। ਤਦ ਹੀ ਤਾਂ ਮੈਂ ਤੁਹਾਨੂੰ ਦੱਸਣ ਆ ਗਈ। ਨਾਲੇ ਅੱਜ ਕੱਲ੍ਹ ਲੋਕਾਂ ਨੂੰ ਇਹ ਕੋਈ ਖਾਸ ਗੱਲ ਨਹੀਂ ਲੱਗਦੀ, ਡਾਕਟਰਨੀ ਨੇ ਦੱਸਿਆ। ਰੱਬ ਤੋਂ ਭੁੱਲੇ ਹੋਏ ਜਾਣਦੇ ਨਹੀਂ ਵੀ ਗ੍ਰੰਥਾਂ 'ਚ ਲਿਖਿਆ ਹੋਇਆ ਆਖੇ ਕਿਸੇ ਤੋਂ ਬਿੱਲੀ ਮਰ ਜਾਏ, ਉਹਨੇ ਭਾਰ ਦੀ ਸੋਨੇ ਦੀ ਬਿੱਲੀ ਬਣਾ ਕੇ ਪੁੰਨ ਕਰਨੀ ਪੈਂਦੀ ਸੀ ਪਾਪ ਲਾਉਣ ਲਈ। ਗਊ ਮਰ ਜਾਏ ਕਿਸੇ ਤੋਂ ਤਾਂ ਆਖਦੇ ਸਨ 7 ਜਨਮ ਨਹੀਂ ਪਾਪ ਉਤਰਦਾ, ਤੇ ਜੀਵ ਹੱਤਿਆ 100 ਗਊਆਂ ਦੀ ਹੱਤਿਆ ਦੇ ਬਰਾਬਰ ਸਮਝੀ ਜਾਂਦੀ ਸੀ। ਅੱਜ ਕੱਲ੍ਹ ਜੀਵ ਹੱਤਿਆ ਗੱਲ ਹੀ ਕੋਈ ਨਹੀਂ ਰਹਿ ਗਈ। ਬਾਕੀ ਲੋਕ ਇਹ ਨਹੀਂ ਸੋਚਦੇ ਵੀ ਵੰਸ਼ ਤਾਂ ਗਾਹਾਂ ਔਰਤ ਨਾਲ ਹੀ ਤੁਰਦਾ। ਧੀਆਂ ਮਾਰ ਕੇ ਨੂੰਹਾਂ ਦੀ ਆਸ ਕਿੱਥੇ ਰੱਖੋਗੇ? ਸ਼ਾਸਤਰਾਂ 'ਚ ਤਾਂ ਇਹ ਵੀ ਲਿਖਿਆ ਵੀ ਜਿਸ ਘਰ 'ਚ ਔਰਤ ਦੁਖੀ ਹੈ ਉੱਥੇ ਕੋਈ ਵੀ ਪੁੰਨ ਨਹੀਂ ਫਲਦਾ, ਤੇ ਜਿਸ ਘਰ 'ਚ ਧੀ ਨੂੰ ਜੰਮਣ ਤੋਂ ਪਹਿਲਾਂ ਹੀ ਕਤਲ ਕੀਤਾ ਜਾਂਦਾ ਉਸ ਘਰ ਦਾ ਕੀ ਹਸ਼ਰ ਹੁੰਦਾ ਹੋਊ। ਡਾਕਟਰਨੀ ਦੀ ਕਾਰ ਤੱਕ ਆਉਂਦੇ ਬੇਜੀ ਕਿੰਨਾ ਹੀ ਕੁਝਾ ਕੇ ਵਾਪਸ ਉੱਪਰ ਜਾ ਕੇ ਬੇਜੀ ਨੇ ਅਵਿਨਾਸ਼ ਨੂੰ ਵੱਲ ਝਾਕ ਕੇ ਆਖਿਆ, ਹੈ ਕੁੜੇ, ਤੂੰ ਕਿੱਡਾ ਲੋੜਾ ਕਰਨ ਲੱਗੀ ਸੀ? ਬੇਜੀ ਤੁਸੀਂ ਤਾਂ ਪੁਰਾਣੇ ਵੇਲਿਆਂ ਵਰਗੀਆਂ ਗੱਲਾਂ ਕਰਨ ਲੱਗ ਜਾਂਦੇ ਹੋ।
ਤੁਹਾਡੇ ਪੁੱਤਰ ਨੂੰ ਕੁੜੀਆਂ ਉੱਕਾਂ ਹੀ ਪਸੰਦ ਨਹੀਂ। ਤੂੰ ਕਿਸੇ ਦੀ ਕੁੜੀ ਨਹੀਂ ਸੀ? ਕੱਲ ਨੂੰ ਆਪਣੇ ਪੁੱਤਾਂ ਨੂੰ ਕੁਮਾਰੇ ਰੱਖ ਲੂ, ਫਿਰ ਕਿਸੇ ਦੀਆਂ ਕੁੜੀਆਂ ਨੂੰ ਵਿਆਹੁਣ ਨਹੀਂ ਜਾਊ। ਕੀ ਗੱਲਾਂ ਕਰਦਾ ਹੈ, ਰੱਬ ਤੋਂ ਧੱਕਿਆ ਹੋਇਆ। ਬੇਜੀ ਖਿਝ ਗਿਆ। ਅੱਗੋਂ ਅਵਿਨਾਸ਼ ਨੇ ਕੁਝ ਨਾ ਆਖਿਆ। ਇਹ ਤੋਂ ਮਗਰੋਂ ਬੇਜੀ ਅਵਿਨਾਸ਼ ਦਾ ਸਗੋਂ ਬਹੁਤਾ ਧਿਆਨ ਰੱਖਣ ਲੱਗ ਪਈ। ਤਾਜ਼ੇ ਫਲ ਲੈ ਕੇ ਆਉਣੇ, ਦੁੱਧ ਲੈਣਾ ਹੋਰ ਵਧਾ ਦਿੱਤਾ। ਗਰਮੀਆਂ ਲਈ ਪਹਿਲਾਂ ਹੀ ਖੁੱਲੇ ਪਤਲੇ ਸੂਟ ਲੈ ਆਏ। ਕਿੰਨੀ ਰਾਤ ਤੀਕ ਬਾਵੇ ਨੂੰ ਸਾਧੂ ਸੰਤਾਂ ਦੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ ਤਾਂ ਜੋ ਅਵਿਨਾਸ਼ ਨੂੰ ਤੰਗ ਨਾ ਕਰੇ। ਅੱਧ ਅਪ੍ਰੈਲ ਤੱਕ ਬੱਚਿਆਂ ਦੇ ਇਮਤਿਹਾਨ ਖਤਮ ਹੋ ਗਏ। ਮਹਿੰਦਰ ਉਹਨਾਂ ਨੂੰ ਲੈਣ ਵੀ ਆ ਗਿਆ। ਬੁੱਧਵਾਰ ਸਵੇਰੇ ਉਹ ਚਲੇ ਗਏ। ਇਸ ਵਾਰੀ ਬਹਾਦਰ ਨੂੰ ਉਹ ਬੇਜੀ ਕੋਲ ਛੱਡ ਕੇ ਗਏ ਤਾਂ ਜੋ ਮਗਰੋਂ ਫਿਕਰ ਨਾ ਰਹੇ। ਅੱਜ ਗੁਰਦੁਆਰੇ ਅਖੰਡ ਪਾਠ ਸੁੱਖ ਕੇ ਆਉਂਗੀ ਵੀ ਸਭ ਕੁਝ ਸੁੱਖ ਸਾਂਦ ਨਾਲ ਨੇਪਰੇ ਚੜ੍ਹ ਜੇ। ਜਿਉਂ ਹੀ ਬੇਜੀ ਨੇ ਸੋਚਿਆ, ਹੇਠਾਂ ਕਿਸੇ ਨੇ ਤਾੜ ਦੇ ਕੇ ਛਿੱਕ ਮਾਰੀ। ਬੇਜੀ ਦਾ ਮੱਥਾ ਠਣਕਿਆ। ਬੇਜੀ ਦੇ ਜੀ ਨੂੰ ਘਬਰਾਹਟ ਜੀ ਹੋਈ। ਉਹ ਸੋਚਾਂ ਜਿਹੀਆਂ 'ਚ ਘਿਰ ਗਏ। ਉਹਨਾਂ ਨੂੰ ਅੱਜ ਸਵੇਰੇ ਰਮਨੀਕ ਦਾ ਵੀ ਸੁਪਨਾ ਆਇਆ ਸੀ, ਜਿਵੇਂ ਉਹਦੇ ਖੰਭ ਨਿਕਲ ਆਏ ਸਨ ਤੇ ਉਹ ਉੱਡੀ ਫਿਰ ਰਹੀ ਸੀ, ਫਿਰ ਉੱਚੀ ਕਮਲਿਆਂ ਵਾਂਗ ਹੱਸੀ ਜਾ ਰਹੀ ਸੀ। ਬੇਜੀ ਵਾਹਿਗੁਰੂ ਕਰਨ ਲੱਗ ਪਏ। ਅੱਜ ਉਹਨਾਂ ਨੇ ਆਪ ਬਹਾਦਰ ਨੂੰ ਭੇਜ ਕੇ ਰਾਮਦੇਵ ਨੂੰ ਸੱਦਿਆ। ਕੀ ਗੱਲ ਬੇਬੇ ਜੀ, ਰਾਜੀ ਤਾਂ ਹੈ? ਉਹਨੇ ਆਉਂਦੀ ਨਹੀਂ ਪੁੱਛਿਆ। ਉਸ ਦਿਨ ਤੂੰ ਆਪਣੀ ਕਿਰਿਆ ਕਰਮ ਬਾਰੇ ਮੈਨੂੰ ਦੱਸਦੀ ਸੀ। ਅੱਜ ਮੈਂ ਤੈਨੂੰ ਆਖਣਾ ਚਾਹੁੰਦੀ ਹਾਂ ਵੀ ਜੇ ਮੈਂ ਪਹਿਲਾਂ ਮਰ ਗਈ ਤਾਂ ਮੇਰਾ ਕਿਰਿਆ ਕਰਮ ਦੱਸ ਕੇ ਵਿਧਾ ਅਨੁਸਾਰ ਕਰਵਾ ਦੇ। ਲੈ ਹੈ ਬੇਬੇ, ਮਰਨ ਤੇਰੇ ਵੈਰੀ। ਅਜੇ ਤਾਂ ਤੈਂ ਆਪਣੀ ਧੀ ਵਿਆਹੁਣੀ ਹੈ। ਧੀ ਆਪਣੇ ਆਪ ਜੋਗੀ ਹੈਗੀ ਹੈ। ਮੈਨੂੰ ਉਹਦਾ ਹੁਣ ਕੋਈ ਫਿਕਰ ਨਹੀਂ। ਜਦੋਂ ਚਿੱਤ ਕਰੂ ਆਪੇ ਵਿਆਹ ਕਰਵਾ ਲਊਗੀ। ਕੋਈ ਵੀ ਕੁੜੀ ਭਾਵੇਂ ਕਿੰਨੀ ਵੀ ਸਿਆਣੀ ਹੋਵੇ, ਉਹ ਮਾਪਿਆਂ ਨਾਲੋਂ ਤਾਂ ਸਿਆਣੀ ਨਹੀਂ ਹੋ ਸਕਦੀ। ਮਾਪੇ ਤਾਂ ਪਿਛਲੇ ਜ਼ਮਾਨੇ ਦੇ ਸਮਝੇ ਜਾਂਦੇ ਨੇ ਅੱਜ ਕੱਲ੍ਹ। ਬੇਬੇ ਜੀ ਇੱਕ ਗੱਲ ਪੁੱਛਾਂ, ਬੁਰਾ ਤਾਂ ਨਹੀਂ ਮਨਾਏਂਗੀ? ਰਾਮਦੇਵ ਬੋਲੀ। ਪੁੱਛ ਲੈ। ਭਲਾ ਰਮਨੀਕ ਨੇ ਆਪਣੇ ਨੇ ਦਿੱਲੀ ਵਿਆਹ ਕਰਾ ਲਿਆ ਹੋਇਆ? ਪਤਾ ਨਹੀਂ। ਜੇ ਇਹੀ ਗੱਲ ਸੀ ਆਪਣੇ ਹੱਥੀਂ ਕਰ ਦਿੰਦੀ। ਲੋਕਾਂ ਦੀ ਕਹਿਬਤ ਤੋਂ ਤਾਂ ਬਚ ਰਹਿੰਦੇ। ਸਾਨੂੰ ਤਾਂ ਉਹਨੇ ਆਖਿਆ ਨਹੀਂ ਕਿ ਫਲਾਣੇ ਬੰਦੇ ਨਾਲ ਮੇਰਾ ਵਿਆਹ ਕਰ ਦਿਓ। ਸਿਆਤ ਡਰਦੀ ਹੋਵੇ ਵੀ ਮੰਨਣਾ ਨਹੀਂ, ਪਰ ਮੰਨਣਾ ਕਾਹਤੋਂ ਨਹੀਂ? ਕਿਸੇ ਹੋਰ ਜਾਤ ਦਾ ਤਾਂ ਨਹੀਂ? ਤਾਂ ਜਾਤਾਂ ਰੱਬ ਦੀਆਂ ਹੀ ਬਣਾਈਆਂ ਹੁੰਦੀਆਂ ਨੇ। ਫਿਰ ਵੀ ਕੁਛ ਨਾ ਕੁਛ ਫਰਕ ਹੁੰਦਾ। ਨਹੀਂ, ਉਹ ਬੰਦਾ ਪਹਿਲਾਂ ਵਿਆਹਿਆ ਹੋਇਆ। ਬੇਜੀ ਤੋਂ ਪਤਾ ਨਹੀਂ ਕਿਵੇਂ ਆਖਿਆ ਗਿਆ। ਫਿਰ ਦੂਜਾ ਵਿਆਹ ਕਿਉਂ ਕਰਵਾਉਂਦਾ? ਕੀ ਔਲਾਦ ਨਹੀਂ? ਬੱਚੇ ਵੀ ਹਨ, ਬਸ ਘਰ ਵਾਲੀ ਪਸੰਦ ਨਹੀਂ। ਕਦੇ ਤਾਂ ਪਸੰਦ ਹੋਊ ਜਿਹੜਾ ਉਹਦੇ ਨਾਲ ਵਿਆਹ ਕੀਤਾ ਸੀ। ਮਗਰੋਂ ਜੇ ਇਹ ਵੀ ਪਸੰਦ ਨਾ ਰਹੀ ਫਿਰ? ਇੰਨਾ ਨਹੀਂ ਨਾ ਸੋਚਦੀਆਂ ਅੱਜ ਕੱਲ੍ਹ ਦੀਆਂ ਬੇਵਕੂਫ ਕੁੜੀਆਂ। ਅਸਲ 'ਚ ਬੇਬੇ ਜੀ, ਸਿਆਣੀ ਉਮਰ ਦੇ ਤਜਰਬੇਕਾਰ ਬੰਦੇ ਬੇਵਕੂਫ ਬਣਾਉਣਾ ਜਾਣਦੇ ਹੁੰਦੇ ਨੇ। ਨਹੀਂ ਤਾਂ ਕੋਈ ਪੁੱਛੇ ਵੀ ਹੋਰ ਦੁਨੀਆ 'ਤੇ ਕੋਈ ਚੰਗਾ ਬੰਦਾ ਹੀ ਨਹੀਂ ਹੈ। ਨਾਲੇ ਉਹਦੀ ਤੀਵੀਂ ਦੀ ਥਾਂ ਆਪਣੇ ਆਪ ਨੂੰ ਖੜਾ ਕੇ ਤਾਂ ਜ਼ਰਾ ਸੋਚੇ। ਮੈਨੂੰ ਤਾਂ ਲੱਗਦਾ ਅੱਜ ਕੱਲ੍ਹ ਦੀ ਪੜ੍ਹਾਈ ਵੀ ਕੋਈ ਅਕਲ ਨਹੀਂ ਦਿੰਦੀ। ਰਾਮਦੇਵ ਆਖ ਰਹੀ ਸੀ। ਉਹਦਾ ਪਾਪਾ ਜਿਉਂਦਾ ਹੁੰਦਾ ਜਿਵੇਂ ਮਰਜ਼ੀ ਨਿਪਟਦਾ। ਮਹਿੰਦਰ ਸਿੰਘ ਨੂੰ ਇੰਨੀ ਸਮਝ ਨਹੀਂ, ਨਾਲੇ ਬਹੂ ਨੂੰ ਵੀ ਬਹੁਤੀ ਡੂੰਘੀ ਅਕਲ ਨਹੀਂ। ਉਹਨੇ ਵੀ ਹਰ ਵੇਲੇ ਬਲਦੀ ਤੇ ਤੇਲ ਹੀ ਪਾਉਣਾ ਹੁੰਦਾ। ਗੱਲ ਵੀ ਕਿਹਦੇ ਨਾਲ ਕਰੋ? ਲੋਕ ਤਾਂ ਸਿਰਫ ਗੱਲਾਂ ਬਣਾਉਣ ਵਾਲੇ ਹੁੰਦੇ ਆ। ਬੇਜੀ ਨੇ ਉਦਾਸ ਜਿਹੀ ਆਵਾਜ਼ 'ਚ ਆਖਿਆ। ਪਰ ਉਸ ਬੰਦੇ 'ਚ ਹੈ ਕੀ ਇਹੋ ਜਿਹਾ ਵੀ ਰਮਨੀਕ ਨੂੰ ਉਹੀ ਪਸੰਦ ਆਇਆ? ਰਾਮਦੇਵ ਪੁੱਛ ਰਹੀ ਸੀ। ਬੇਜੀ ਪਰੇਸ਼ਾਨ ਜੇ ਹੋ ਕੇ ਰਾਮਦੇਵ ਵੱਲ ਝਾਕੀ। ਮੈਂ ਤੈਨੂੰ ਦੱਸਾਂ ਬੇਬੇ, ਸ਼ਹਿਰ 'ਚ ਸਾਡੇ ਗੁਆਂਢ ਰਹਿੰਦਾ ਸੀ ਇੱਕ ਬੰਦਾ, ਪੁਤਲੀ ਵਰਗੀ ਬੜੀ ਸੋਹਣੀ ਉਹਦੀ ਘਰ ਵਾਲੀ, ਬਸ ਨੁਕਸ ਹੀ ਕੱਢਦਾ ਰਿਹਾ ਕਰੇ। ਅਖੀਰ ਉਹ ਇੱਕ ਦਿਨ ਫਾਹਾ ਲੈ ਕੇ ਮਰ ਗਈ। ਲੋਕ ਤਾਂ ਵਿੱਚੋਂ ਇਹ ਵੀ ਆਖਦੇ ਸੀ ਕਿ ਆਪ ਮਾਰ ਕੇ ਰੱਸੀ ਪਾ ਕੇ ਟੰਗਤੀ। ਸੱਚ ਕੀ ਹੈ ਤਾਂ ਰੱਬ ਹੀ ਜਾਣਦਾ। ਪਰ 2 ਮਹੀਨੇ ਨਹੀਂ ਪੈਣ ਦਿੱਤੇ ਹੋਰ ਵਿਆਹ ਕਰਾਉਣ ਨੂੰ, ਰਾਮਦੇਵ ਨੇ ਦੱਸਿਆ। ਬੇਜੀ ਬਹੁਤ ਉਦਾਸ ਹੋ ਗਏ। ਮਨ ਹੀ ਮਨ ਉਹਨਾਂ ਪੱਕਾ ਫੈਸਲਾ ਕਰ ਲਿਆ ਕਿ ਉਹ ਰਮਨੀਕ ਨੂੰ ਜਾ ਕੇ ਸਮਝਾਉਣਗੇ। ਬਾਵਾ ਤੇ ਅਵਿਨਾਸ਼ ਵੀ ਅੱਜ ਕੱਲ੍ਹ ਮਹਿੰਦਰ ਕੋਲ ਗਏ ਹੋਏ ਸਨ। ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਣਾ। ਅਗਲੇ ਦਿਨ ਬੇਜੀ ਨੇ ਵੀ ਤਿਆਰੀ ਕਰ ਲਈ। ਜੇ ਕੋਈ ਪੁੱਛੇ ਤਾਂ ਆਖਦੇ ਹੀ ਹਰਿਦੁਆਰ ਗਏ ਨੇ। ਜਾਣ ਤੋਂ ਪਹਿਲਾਂ ਬਹਾਦਰ ਨੂੰ ਸਮਝਾਇਆ। ਉਹਨਾਂ ਨੇ ਦਿੱਲੀ ਦੀ ਗੱਡੀ ਫੜ ਲਈ। ਅੰਗ 18। ਬੇਜੀ ਦਿੱਲੀ ਪਹੁੰਚੇ ਤਾਂ ਕੋਈ ਕਣੀ ਪੈ ਰਹੀ ਸੀ। ਉਹਨਾਂ ਨੇ ਟੈਕਸੀ ਕੀਤੀ। ਸਿੱਧੇ ਰਮਨੀਕ ਦੇ ਘਰ ਪਹੁੰਚ ਗਏ। ਆਥਣ ਦੇ 5 ਵੱਜ ਰਹੇ ਸਨ। ਘੰਟੀ ਵਜਾਈ ਤਾਂ ਇੰਦਰਦੇਵ ਨੇ ਦਰਵਾਜ਼ਾ ਖੋਲ੍ਹਿਆ। ਬੇਜੀ ਨੂੰ ਦੇਖ ਕੇ ਹੈਰਾਨ ਤਾਂ ਹੋਇਆ, ਪਰ ਝੱਟ ਹੀ ਸੰਭਲ ਕੇ ਮੱਥਾ ਟੇਕਿਆ। ਬੇਜੀ ਨੇ ਕੋਈ ਜਵਾਬ ਨਾ ਦਿੱਤਾ। ਗਾਂਹ ਲੰਘ ਗਏ। ਰਮਨੀਕ ਡਰਾਇੰਗ ਰੂਮ 'ਚ ਹੀ ਸੋਫੇ ਉੱਪਰ ਬੈਠੀ ਸੀ। ਉਹਨੇ ਨਾਈਟੀ ਪਾਈ ਹੋਈ ਸੀ। ਉੱਠ ਕੇ ਭੱਜ ਕੇ ਬੇਜੀ ਨੂੰ ਨਹੀਂ ਮਿਲੀ। ਬੇਜੀ ਨੇ ਆਪ ਹੀ ਨੇੜੇ ਹੋ ਕੇ ਸਿਰ ਪਲੋਸਿਆ, ਪੁੱਛਿਆ, ਠੀਕ ਹੈ? ਅੱਜ ਤੇ ਕਮਾਲ ਕਰਤੀ, ਬੇਜੀ ਆ ਗਏ। ਇੰਦਰ ਉਹਨਾਂ ਦਾ ਅਟੈਚੀ ਕੇਸ ਪਰਾਂ ਰੱਖਦਾ ਬੋਲਿਆ। ਮੈਂ ਬੜੇ ਦਿਨਾਂ ਦੀ ਸੋਚ ਰਹੀ ਸੀ ਤੁਹਾਨੂੰ ਲਿਖਾਂ ਕਿ ਆ ਜਾਓ। ਰਮਨੀਕ ਬੋਲੀ। ਇਸੇ ਨੂੰ ਤਾਂ ਕਹਿੰਦੇ ਨੇ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ। ਇੰਦਰਦੇਵ ਨੇ ਬੇਤਕੱਲਫੀ ਨਾਲ ਆਖਿਆ। ਬੇਜੀ ਨੇ ਫਿਰ ਵੀ ਕੋਈ ਹੁੰਗਾਰਾ ਨਾ ਭਰਿਆ। ਸਾਲ ਭਰ ਹੋ ਗਿਆ ਸੀ ਤੈਨੂੰ ਦੇਖਿਆ, ਫਿਰ ਵੀ ਮਾਂ ਕਾਲਜਾ ਤਾਂ ਪੁੱਜਦਾ। ਮੈਂ ਚਾਹ ਬਣਾ ਕੇ ਲਿਆਵਾਂ? ਆਖਦੀ ਰਮਨੀਕ ਜਦੋਂ ਸੋਫੇ ਤੋਂ ਉੱਠੀ। ਬੇਜੀ ਦਾ ਕਾਲਜਾ ਧੱਸ ਦੇ ਕੇ ਹੇਠਾਂ ਨੂੰ ਗਿਆ। ਉਹ ਤਾਂ ਪੂਰੇ ਦਿਨਾਂ ਤੇ ਲੱਗਦੀ ਸੀ। ਇੰਦਰਦੇਵ ਨੇ ਉਹਨਾਂ ਦੀ ਬੇਚੈਨੀ ਸਮਝ ਲਈ ਸੀ। ਬੈਡਰੂਮ 'ਚੋਂ ਐਲਬਮ ਲਿਆ ਕੇ
ਬੇਜੀ ਦੇ ਅੱਗੇ ਰੱਖਤੀ। ਬੇਜੀ ਨੇ ਐਲਬਮ ਨਹੀਂ ਚੱਕੀ। ਉਹ ਬੇਆਰਾਮ ਜਿਹੇ ਇੱਧਰ ਉੱਧਰ ਝਾਕ ਰਹੇ ਸਨ। ਇੰਦਰਦੇਵ ਨੇ ਆਪ ਐਲਬਮ ਖੋਲ੍ਹ ਕੇ ਬੇਜੀ ਦੇ ਗੋਡਿਆਂ ਉੱਪਰ ਰੱਖਤੀ। ਤਸਵੀਰਾਂ ਸਨ ਇੰਦਰਦੇਵ ਤੇ ਰਮਨੀਕ ਦੇ ਵਿਆਹ ਦੀਆਂ। ਤਸਵੀਰਾਂ ਬਹੁਤ ਸਨ, ਪਰ ਬੰਦੇ ਉਹੀ 3-4 ਸਨ ਜਿਨ੍ਹਾਂ ਦੇ ਸਾਹਮਣੇ ਮੰਦਰ 'ਚ ਰਮਨੀਕ ਨੇ ਇੰਦਰਦੇਵ ਨਾਲ ਵਿਆਹ ਕੀਤਾ ਸੀ। 2 ਕੁ ਮਿੰਟ ਤਸਵੀਰਾਂ ਦੇਖ ਕੇ ਐਲਬਮ ਬੇਜੀ ਨੇ ਪਰਾਂ ਰੱਖਤੀ। ਰਮਨੀਕ ਚਾਹ ਦਾ ਕੱਪ ਤੇ ਨਾਲ ਬਿਸਕੁਟ ਲੈ ਆਈ। ਸਿਰਫ ਤੁਹਾਡੇ ਕਰਕੇ ਵਿਆਹ ਕੀਤਾ। ਨਹੀਂ, ਇਹ ਤਾਂ ਆਖਦੇ ਸੀ ਇਹ ਰਿਸ਼ਤਾ ਸਾਡੀ ਮਰਜ਼ੀ ਦਾ ਹੈ, ਮਜਬੂਰੀ ਦਾ ਨਹੀਂ। ਜੇ ਵਿਆਹ ਦੀ ਮੋਹਰ ਦੀ ਲੋੜ ਪਵੇ, ਰਮਨੀਕ ਨੇ ਦੱਸਿਆ। ਬੇਜੀ ਨੇ ਕੋਈ ਉੱਤਰ ਨਹੀਂ ਦਿੱਤਾ। ਵਲਾਇਤ ਵਿੱਚ ਅੱਧਿਓਂ ਬਹੁਤੇ ਲੋਕ ਵਿਆਹ ਕਰਦੇ ਹੀ ਨਹੀਂ, ਇਕੱਠੇ ਰਹੀ ਜਾਂਦੇ ਨੇ ਤੇ ਬੱਚੇ ਵੀ ਹੋ ਜਾਂਦੇ ਨੇ। ਚਾਹ ਦਾ ਕੱਪ ਬੇਜੀ ਦੇ ਹੋਰ ਕੋਲ ਨੂੰ ਕਰਦਿਆਂ ਰਮਨੀਕ ਬੋਲੀ, ਇਹ ਵਲਾਇਤ ਨਹੀਂ, ਇੱਥੇ ਵਿਆਹ ਇੱਕ ਪਵਿੱਤਰ ਰਸਮ ਮੰਨੀ ਜਾਂਦੀ ਹੈ ਤੇ ਵਿਆਹ ਵੰਸ਼ ਨੂੰ ਅਗਾਂਹ ਤੋਰਨ ਲਈ ਕੀਤਾ ਜਾਂਦਾ ਹੈ। ਬੇਜੀ ਨੇ ਗੰਭੀਰ ਆਵਾਜ਼ 'ਚ ਆਖਿਆ। ਇਸੇ ਲਈ ਤਾਂ ਅਸੀਂ ਵੰਸ਼ ਅਗਾਂਹ ਤੋਰ ਲਈ। ਇਹ ਤਾਂ ਭਾਵੇਂ ਮੰਨਦੇ ਨਹੀਂ ਸੀ, ਰਮਨੀਕ ਨੇ ਹੱਸ ਕੇ ਇੰਦਰਦੇਵ ਵੱਲ ਝਾਕ ਕੇ ਦੱਸਿਆ। ਕਿਉਂ ਨਹੀਂ ਸੀ ਮੰਨਦਾ? ਬੇਜੀ ਨੇ ਪੁੱਛਿਆ। ਆਖਦੇ ਸੀ ਅੱਗੇ ਦੁਨੀਆ ਦੀ ਵਸੋਂ ਬਥੇਰੀ ਹੈ, ਪਰ ਮੈਂ ਇੱਕ ਵੱਡੇ ਕਲਾਕਾਰ ਬੰਦੇ ਨੂੰ ਸਾਂਭ ਲੈਣਾ ਚਾਹੁੰਦੀ ਸੀ। ਇਹ ਤਾਂ ਮੇਰੀ ਜ਼ਿੱਦ ਸੀ। ਪਰ ਬੇਜੀ, ਇਹ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਵੱਡਾ ਕਲਾਕਾਰ ਬੰਦਾ ਵੀ ਵੱਡਾ ਹੋਵੇ। ਕਈ ਵਾਰੀ ਅਸੀਂ ਆਪਣੀ ਕਲਪਨਾ ਨਾਲ ਹੀ ਉਹਨੂੰ ਵੱਡਾ ਬਣਾ ਲੈਂਦੇ ਹਾਂ। ਮੈਂ ਇਹ ਗੱਲ ਰਮਨੀਕ ਨੂੰ ਬੜੀ ਵਾਰੀ ਸਮਝਾਈ ਹੈ, ਪਰ ਇਹਨੂੰ ਸਮਝ ਹੀ ਨਹੀਂ ਆਉਂਦੀ। ਬੇਜੀ ਨੇ ਕੋਈ ਉੱਤਰ ਨਹੀਂ ਦਿੱਤਾ। ਉਹਨਾਂ ਨੇ ਇੰਦਰਦੇਵ ਦੀ ਗੱਲ ਦਾ ਹੁੰਗਾਰਾ ਵੀ ਨਹੀਂ ਭਰਿਆ। ਤੁਸੀਂ ਜੋ ਮਰਜ਼ੀ ਆਖੀ ਜਾਓ, ਇਹ ਮੇਰੀ ਪ੍ਰਾਪਤੀ ਹੈ ਕਿ ਮੈਂ ਸਾਰੀ ਦੁਨੀਆ ਨੂੰ ਲੰਘ ਕੇ ਇੱਕ ਸੁਪਰ ਹਿਊਮਨ ਬੰਦੇ ਨੂੰ ਟੁੱਟ ਕੇ ਬਿਖਰ ਜਾਣੋਂ ਬਚਾ ਲਿਆ ਤੇ ਉਹਦਾ ਬੀਜ ਸਾਂਭ ਲਿਆ, ਰਮਨੀਕ ਨੇ ਖੁਸ਼ ਹੋ ਕੇ ਦੱਸਿਆ। ਕਿਉਂ, ਇਹਦੇ ਆਪਣੇ ਬੱਚੇ ਨਹੀਂ ਹਨ? ਬੇਜੀ ਨੇ ਤਲਖੀ ਨੂੰ ਦਬਾ ਕੇ ਆਵਾਜ਼ ਨੂੰ ਸਧਾਰਨ ਬਣਾਉਂਦਿਆਂ ਪੁੱਛਿਆ। ਅਸਮਾਨ ਦਾ ਚੰਦਰਮਾ ਝੀਲ ਦੇ ਪਾਣੀਆਂ ਵਿੱਚ ਹੀ ਉਤਰਦਾ ਹੈ, ਸੁੱਕੀ ਧਰਤੀ ਉੱਪਰ ਨਹੀਂ। ਧਰਤੀ ਉੱਪਰ ਸਭ ਕੁਝ ਉੱਗ ਸਕਦਾ ਹੈ, ਪਰ ਚੰਦਰਮਾ ਨਹੀਂ। ਇਸੇ ਜ਼ਿੱਦ ਕਾਰਨ ਸਾਨੂੰ ਸਭ ਕੁਝ ਕਰਨਾ ਪਿਆ, ਦੇਵ ਬੋਲਿਆ। ਬੇਜੀ ਨੇ ਫਿਰ ਵੀ ਕੋਈ ਉੱਤਰ ਨਾ ਦਿੱਤਾ। ਅੱਛਾ, ਮੈਂ ਬਾਜ਼ਾਰ ਤੋਂ ਕੁਝ ਚੀਜ਼ਾਂ ਲੈ ਆਵਾਂ, ਆਖ ਕੇ ਦੇਵ ਚਲਾ ਗਿਆ। ਬੇਜੀ, ਪਲੀਜ਼ ਮੇਰੇ ਨਾਲ ਨਾਰਾਜ਼ ਨਾ ਹੋ, ਮੈਂ ਕੋਈ ਗੁਨਾਹ ਨਹੀਂ ਕੀਤਾ। ਇਹ ਬੰਦਾ ਆਪਣੀ ਔਰਤ ਨਾਲ ਖੁਸ਼ ਨਹੀਂ ਸੀ, ਰਮਨੀਕ ਨੇ ਬੇਜੀ ਦੇ ਗਲ ਬਾਹਾਂ ਪਾਉਂਦਿਆਂ ਕਿਹਾ। ਹਰ ਬੰਦਾ ਦੂਜੀ ਔਰਤ ਨੂੰ ਇਹੀ ਆਖਦਾ ਹੁੰਦਾ ਹੈ ਵੀ ਮੈਂ ਆਪਣੀ ਔਰਤ ਨਾਲ ਖੁਸ਼ ਨਹੀਂ। ਹੋਰ ਉਹ ਆਖੇ ਵੀ ਕੀ? ਨਹੀਂ ਬੇਜੀ, ਮੈਂ ਇਹਦੀ ਜ਼ਿੰਦਗੀ 'ਚ ਨਾ ਆਉਂਦੀ ਤਾਂ ਦੇਵ ਨੇ ਆਤਮ ਹੱਤਿਆ ਕਰ ਲੈਣੀ ਸੀ। ਉਹ ਆਖਦਾ ਸੀ ਮੈਂ ਤਿਲ ਤਿਲ ਕਰਕੇ ਨਹੀਂ ਮਰ ਸਕਦਾ। ਕੀ ਨੁਕਸ ਹੈ ਉਹਦੀ ਔਰਤ ਵਿੱਚ? ਉਹ ਸਧਾਰਨ ਔਰਤ ਹੈ ਤੇ ਇੱਕ ਕਲਾਕਾਰ ਹੈ। ਇਹਨੂੰ ਕੋਈ ਵੱਡੀ ਔਰਤ ਚਾਹੀਦੀ ਸੀ ਜਿਹੜੀ ਉਹਨੂੰ ਸੰਭਾਲ ਸਕਦੀ, ਤੇ ਉਹਦੀ ਔਰਤ ਨੂੰ ਮਿਲੀ ਸੀ। ਤੂੰ ਉਹਦੀ ਔਰਤ ਨੂੰ ਮਿਲੀ ਸੀ? ਨਹੀਂ, ਸਿਰਫ ਦੇਖੀ ਸੀ ਇੱਕ ਵਾਰੀ, ਬਾਜ਼ਾਰ 'ਚ ਇਹਦੇ ਨਾਲ ਜਾਂਦੀ। ਹੋ ਸਕਦਾ ਉਸ ਕੋਲ ਤੈਨੂੰ ਮਖੌਲ ਹੀ ਕਰਦਾ ਹੋਵੇ, ਅਖੇ ਇਹ ਕੁੜੀ ਮੇਰੇ ਮਗਰ ਪਈ ਹੋਈ ਹੈ। ਨਹੀਂ ਦੇਵ, ਇਹੋ ਜਿਹਾ ਨਹੀਂ। ਫਿਰ ਉਹਨੇ ਤੇਰੀ ਖਾਤਰ ਆਪਣੀ ਘਰਵਾਲੀ ਨੂੰ ਤਲਾਕ ਕਿਉਂ ਨਹੀਂ ਦਿੱਤਾ? ਵਹੁਟੀ ਨੂੰ ਤਾਂ ਤਲਾਕ ਦੇ ਦਿੰਦਾ, ਪਰ ਉਹਦੇ 2 ਬੱਚੇ ਵੀ ਨੇ। ਫਿਰ ਜੇ ਉਹ ਆਪਣੇ ਬੱਚਿਆਂ ਦੀ ਮਾਂ ਨੂੰ ਧੋਖਾ ਦੇ ਸਕਦਾ, ਤੈਨੂੰ ਕਿਉਂ ਨਹੀਂ? ਨਹੀਂ ਬੇਜੀ, ਨਹੀਂ, ਉਹ ਜਿਹਾ ਨਹੀਂ। ਉਹ ਤਾਂ ਇੱਕ ਲੇਖਕ ਹੈ ਤੇ ਲੇਖਕ ਤਾਂ ਰੱਬ ਵਰਗੇ ਹੁੰਦੇ ਨੇ। ਹਰ ਬੰਦੇ ਦਾ ਰੱਬ ਉਹਦੇ ਆਪਣੇ ਜਿੱਡਾ ਹੀ ਹੁੰਦਾ। ਅਸਲ 'ਚ ਰੱਬ ਕੀ ਹੈ, ਇਹ ਤਾਂ ਕੋਈ ਨਹੀਂ ਨਾ ਜਾਣਦਾ। ਰਮਨੀਕ ਹੈਰਾਨ ਹੋ ਕੇ ਬੇਜੀ ਦੇ ਮੂੰਹ ਵੱਲ ਝਾਕੀ। ਇੰਨੇ ਨੂੰ ਇੰਦਰਦੇਵ ਆ ਗਿਆ। ਉਹ ਰੋਟੀ ਬਣੀ ਬਣਾਈ ਹੋਟਲ ਤੋਂ ਲੈ ਆਇਆ ਸੀ ਤੇ ਹੋਰ ਨਿੱਕ ਸੁੱਕ ਵੀ ਲੈ ਆਇਆ ਸੀ। ਚੀਜ਼ਾਂ ਰਸੋਈ 'ਚ ਰੱਖ ਕੇ ਉਹ ਬਿੰਦਕ ਉਹਨਾਂ ਦੇ ਕੋਲ ਡਰਾਇੰਗ ਰੂਮ 'ਚ ਬੈਠਾ ਰਿਹਾ। ਫਿਰ ਖੜਾ ਹੋ ਕੇ ਰਮਨੀਕ ਨੂੰ ਆਖਣ ਲੱਗਾ, ਅੱਜ ਬੇਜੀ ਹੈਗੇ ਨੇ ਤੇਰੇ ਕੋਲ, ਮੈਂ ਹੁਣ ਚੱਲਾਂ। ਡਾਕਟਰ ਨੇ ਆਖਦੀ ਸੀ ਰਾਤ ਬਰਾਤੇ ਵੀ ਲੋੜ ਪੈ ਸਕਦੀ ਹੈ, ਰਮਨੀਕ ਨੇ ਉਤਾਵਲੀ ਜੀ ਨੇ ਯਾਦ ਕਰਵਾਇਆ। ਸਭ ਇੰਤਜ਼ਾਮ ਕੀਤਾ ਹੋਇਆ, ਬਸ ਫੋਨ ਕਰਨਾ, ਐਂਬੂਲੈਂਸ ਆਪੇ ਆ ਕੇ ਲੈ ਜਾਏਗੀ। ਅਜੇ ਤਾਂ ਨਾ, ਬੇਜੀ ਵੀ ਹੈਗੇ ਨੇ ਕੋਲ। ਪਰ ਘਰ ਤਾਂ ਤੁਸੀਂ ਆਖਿਆ ਹੋਇਆ ਕਿ ਬਾਹਰ ਜਾ ਰਹੇ ਹੋ। ਮੇਰਾ ਮਤਲਬ ਹੈ ਅੱਜ ਤਾਂ ਹੁਣ ਸਰ ਜਾਣਾ, ਫਿਰ ਕੰਮ ਆ ਜਾਊ ਇਹ ਬਹਾਨਾ, ਇੰਦਰਦੇਵ ਨੇ ਹੱਸ ਕੇ ਆਖਿਆ। ਠੀਕ ਹੈ, ਰਮਨੀਕ ਨੇ ਅਣਮੰਨੇ ਜਿਹੇ ਮਨ ਨਾਲ ਆਖ ਦਿੱਤਾ ਤੇ ਇੰਦਰਦੇਵ ਘਰ ਦੀ ਦੂਜੀ ਚਾਬੀ ਆਪਣੀ ਜੇਬ 'ਚ ਪਾ ਕੇ ਘੜੀ ਦੇਖਦਾ ਚਲਾ ਗਿਆ। ਇਹ ਇੱਥੇ ਨਹੀਂ ਰਹਿੰਦਾ ਹੁੰਦਾ? ਬੇਜੀ ਨੇ ਪੁੱਛਿਆ। ਆਫੀਸ਼ੀਅਲੀ ਤਾਂ ਇਹ ਦੂਜਾ ਵਿਆਹ ਨਹੀਂ ਨਾ ਕਰਵਾ ਸਕਦੇ, ਇਸ ਲਈ ਬਾਕੀ ਭਾਵੇਂ ਸਾਰੀ ਦੁਨੀਆ ਜਾਣਦੀ ਹੈ, ਪਰ ਇਹਨਾਂ ਨੇ ਆਪਣੀ ਘਰਵਾਲੀ ਨੂੰ ਨਹੀਂ ਦੱਸਿਆ, ਕਿਉਂਕਿ ਵਾਹ ਵੇਲਾ ਤਾਂ ਸਿਰਫ ਉਹੀ ਖੜਾ ਕਰ ਸਕਦੀ ਹੈ, ਰਮਨੀਕ ਨੇ ਦੱਸਿਆ। ਬੇਜੀ ਨੇ ਹੋਰ ਕੁਝ ਨਹੀਂ ਪੁੱਛਿਆ। ਗੁਸਲਖਾਨੇ 'ਚ ਜਾ ਕੇ ਹੱਥ ਮੂੰਹ ਧੋ ਕੇ ਅਟੈਚੀ ਕੇਸ 'ਚ ਗੁਟਕਾ ਕੱਢ ਕੇ ਪਾਠ ਕਰਨ ਬੈਠ ਗਏ। ਰਮਨੀਕ ਬੇਆਰਾਮ ਜੀ ਇੱਧਰ ਉੱਧਰ ਫਿਰ ਰਹੀ ਸੀ। 10 ਕੁ ਵਜੇ ਰਮਨੀਕ ਨੇ ਫਿਰ ਬੇਜੀ ਨੂੰ ਰੋਟੀ ਲਈ ਪੁੱਛਿਆ। ਨਹੀਂ, ਮੈਨੂੰ ਭੁੱਖ ਨਹੀਂ, ਤੂੰ ਖਾ ਲੈ, ਬੇਜੀ ਨੇ ਜਵਾਬ ਦਿੱਤਾ। ਬਹੁਤ ਆਖਣ ਉੱਪਰ ਉਹਨਾਂ ਸਿਰਫ ਇੱਕ ਦੁੱਧ ਦਾ ਗਲਾਸ ਹੀ ਪੀਤਾ। ਰਾਤ ਨੂੰ ਰਮਨੀਕ ਕਈ ਵਾਰ ਉੱਠ ਕੇ ਗੁਸਲਖਾਨੇ ਗਈ। ਬੇਜੀ ਉਸੇ ਤਰ੍ਹਾਂ ਜਾਗਦੇ ਪਏ ਪਤਾ ਨਹੀਂ ਕੀ ਸੋਚੀ ਜਾ ਰਹੇ ਸੀ। ਅੱਧੀ ਕੁ ਰਾਤ ਰਮਨੀਕ ਨੇ ਸਿਟੀ ਮੈਟਰਨਿਟੀ ਹੋਮ ਨੂੰ ਫੋਨ ਕਰਕੇ ਐਂਬੂਲੈਂਸ ਮੰਗਵਾ ਲਈ। ਬੇਜੀ ਨੇ ਉੱਠ ਕੇ ਅੱਖਾਂ ਉੱਪਰ ਪਾਣੀ ਦੇ ਛਿੱਟੇ ਮਾਰ ਲਈ, ਹੱਥ ਮੂੰਹ
ਧੋ ਕੇ ਕੁਰਲੀ ਕਰਕੇ ਉਹਨਾਂ ਗੁਟਕੇ ਚੋਂ ਵਾਕ ਲਿਆ ਤੇ ਅਰਦਾਸ ਕੀਤੀ, ਹੇ ਸੱਚਾ ਪਾਤਸ਼ਾਹ ਮੇਰੀ ਧੀ ਦੀ ਰੱਖਿਆ ਕਰਨੀ। ਹਸਪਤਾਲ ਪਹੁੰਚ ਕੇ ਸਵੇਰ ਹੋਣ ਤੱਕ ਰਮਨੀਕ ਲੇਬਰ ਰੂਮ 'ਚ ਕਰਾਉਂਦੀ ਸੀ ਤੇ ਬੇਜੀ ਬਾਹਰ ਬੈਠੇ ਪਾਠ ਕਰਦੇ ਰਹੇ। ਵਿੱਚ ਉਹ ਜਾ ਕੇ ਰਮਨੀਕ ਦੇ ਮੱਥੇ ਉੱਤੋਂ ਪਸੀਨਾ ਪੂੰਝ ਦਿੰਦੇ, ਉਹਦੇ ਹੱਥ ਘੁੱਟ ਦਿੰਦੇ, ਕੋਸੇ ਪਾਣੀ ਦੀ ਘੁੱਟ ਪਿਲਾ ਦਿੰਦੇ ਤੇ ਹੌਸਲਾ ਦੇ ਕੇ ਬਾਹਰ ਆ ਜਾਂਦੇ। 8 ਕੁ ਵਜੇ ਡਾਕਟਰਨੀ ਨੇ ਉਹਨਾਂ ਨੂੰ ਅੰਦਰ ਬੁਲਾਇਆ। ਬੱਚਾ ਪੈਦਾ ਹੋ ਗਿਆ ਸੀ। ਰਮਨੀਕ ਨਿਢਾਲ ਹੋਈ, ਅੱਖਾਂ ਮੀਟੀ ਪਈ ਸੀ। ਰੂੰ 'ਚ ਵਲੇਟ ਕੇ ਤੌਲੀਏ 'ਚ ਰੱਖਿਆ ਬੱਚਾ ਡਾਕਟਰਨੀ ਨੇ ਜਦੋਂ ਉਹਨਾਂ ਦੇ ਅੱਗੇ ਨੰਗਾ ਕੀਤਾ ਤਾਂ ਉਹਨਾਂ ਦਾ ਤਰਾ ਹੀ ਨਿਕਲ ਗਿਆ। ਉਹ ਪਤਾ ਨਹੀਂ ਬਾਂਦਰ ਸੀ ਜਾਂ ਬਿੱਜੂ ਸੀ, ਪਰ ਇੰਨਾ ਜ਼ਰੂਰ ਸੀ ਕਿ ਉਹ ਇਨਸਾਨ ਦੇ ਬੱਚੇ ਵਰਗਾ ਬੱਚਾ ਨਹੀਂ ਸੀ। ਬੇਜੀ ਘਬਰਾ ਕੇ ਇੱਕ ਕਦਮ 50 ਹਟ ਗਏ। ਉਹ ਡਰੇ ਹੋਏ ਰਮਨੀਕ ਵੱਲ ਝਾਕੇ। ਉਹ ਜਿਉਂਦਾ ਨਹੀਂ, ਇਸ ਲਈ ਮਾਂ ਨੂੰ ਵਿਖਾਉਣ ਦੀ ਲੋੜ ਨਹੀਂ, ਡਾਕਟਰਨੀ ਨੇ ਤੌਲੀਏ 'ਚ ਲਪੇਟਿਆ ਆਖਿਆ। ਨਹੀਂ, ਇਹਨੂੰ ਦਿਖਾ ਦਿਓ, ਨਹੀਂ ਤਾਂ ਸਬਰ ਨਹੀਂ ਆਉਣਾ, ਬੇਜੀ ਨੇ ਅੱਖਾਂ ਭਰ ਕੇ ਆਖਿਆ। ਠੀਕ ਹੈ, ਆਖ ਕੇ ਡਾਕਟਰਨੀ ਨੇ ਰਮਨੀਕ ਨੂੰ ਜਗਾਇਆ। ਨਰਸ ਨੇ ਉਹਨੂੰ ਫੜ ਕੇ ਬੈਠੇ ਕੀਤਾ। ਦੂਜੀ ਨਰਸ ਨੇ ਬੱਚਾ ਉਹਦੇ ਸਾਹਮਣੇ ਲਿਆਂਦਾ। ਅਫਸੋਸ ਹੈ, ਇਹ ਸਬ ਹਿਊਮਨ ਬੱਚਾ ਜਿੰਦਾ ਨਹੀਂ। ਉੱਪਰੋਂ ਕੱਪੜਾ ਲਾਉਂਦਿਆਂ ਡਾਕਟਰਨੀ ਨੇ ਆਖਿਆ। ਰਮਨੀਕ 2 ਪਲ ਉਸ ਵੱਲ ਦੇਖਦੀ ਰਹੀ ਤੇ ਫਿਰ ਨਹੀਂ ਨਹੀਂ ਆਖਦੀ ਚੀਕ ਮਾਰ ਕੇ ਬੇਹੋਸ਼ ਹੋ ਗਈ। ਡਾਕਟਰਨੀ ਸਿਆਣੀ ਸੀ, ਉਹ ਦਿਲਾਸਾ ਦਿੰਦੀ ਰਹੀ, ਰੱਬ ਦੀ ਇਹ ਮਰਜ਼ੀ ਸੀ, ਅਸੀਂ ਇਸ 'ਚ ਕੁਝ ਨਹੀਂ ਸੀ ਕਰ ਸਕਦੇ। ਸਾਈਕੈਟਰਿਸਟ ਨੂੰ ਵੀ ਸੱਦ ਲਿਆਈ। ਹਫ਼ਤਾ ਭਰ ਰਮਨੀਕ ਹਸਪਤਾਲ 'ਚ ਰਹੀ। ਇੰਦਰਦੀਪ 2 ਵਾਰੀ ਆਉਂਦਾ ਰਿਹਾ, ਪਰ ਰਮਨੀਕ ਨੇ ਉਸ ਨਾਲ ਕਦੇ ਕੋਈ ਗੱਲ ਨਾ ਕੀਤੀ। 9ਵੇਂ ਦਿਨ ਬੇਜੀ ਰਮਨੀਕ ਨੂੰ ਘਰ ਲੈ ਆਏ। ਘਰ ਆ ਕੇ ਸਭ ਤੋਂ ਪਹਿਲਾਂ ਰਮਨੀਕ ਨੇ ਬੈਡਰੂਮ ਵਿੱਚੋਂ ਆਪਣੇ ਵਿਆਹ ਦੀਆਂ ਤਸਵੀਰਾਂ ਵਾਲੀ ਐਲਬਮ ਲੈ ਕੇ ਵਿੱਚੋਂ ਸਾਰੀਆਂ ਤਸਵੀਰਾਂ ਪਾੜੀਆਂ, ਮਗਰੋਂ ਅਲਮਾਰੀ ਵਿੱਚੋਂ ਕੱਢ ਕੇ ਨੈਗੇਟਿਵ ਵੀ ਫਾੜ ਦਿੱਤੇ। ਕਮਲੀ ਹੋ ਗਈ, ਆਖਦੇ ਬੇਜੀ ਨੇ ਰੋਕਣਾ ਚਾਹਿਆ, ਪਰ ਉਹ ਰੁਕੀ ਨਹੀਂ। ਤਸਵੀਰਾਂ ਪਾੜ ਕੇ ਰੋਣ ਲੱਗ ਪਈ। ਬੇਜੀ ਨੇ ਮਸਾਂ ਚੁੱਪ ਕਰਵਾਈ, ਪਾਠ ਕਰਨ ਲਈ ਆਖਿਆ। ਉਹ ਸੱਚੀ ਮੁੱਚੀ ਪਾਠ ਕਰਨ ਲੱਗ ਪਈ। ਇਸ ਤੋਂ ਮਗਰੋਂ ਇੰਦਰਦੇਵ ਨੂੰ ਵੀ ਉਹ ਇੱਕ ਦਿਨ ਹਰਕ ਕੇ ਪਈ ਤੇ ਇੱਥੋਂ ਤੱਕ ਆਖ ਦਿੱਤਾ ਕਿ ਤੂੰ ਮੁੜ ਕੇ ਇੱਥੇ ਨਾ ਆਈ, ਨਹੀਂ ਤਾਂ ਮੈਂ ਤੇਰੀ ਘਰ ਵਾਲੀ ਨੂੰ ਦੱਸ ਦਿਆਂਗੀ। 15 ਦਿਨ ਬੇਜੀ ਉੱਥੇ ਰਹੇ। 15 ਦਿਨਾਂ 'ਚ ਉਹ ਕਾਫੀ ਸੰਭਲ ਗਈ ਸੀ। ਹੁਣ ਤਾਂ ਉਹ ਪੜ੍ਹਾਉਣ ਵੀ ਜਾਂਦੀ ਸੀ। ਹੁਣ ਮੈਂ ਜਾਵਾਂ, ਬੇਜੀ ਨੇ ਇੱਕ ਦਿਨ ਪੁੱਛਿਆ। ਜਾਓ, ਉਹਨੇ ਆਖਿਆ। अंग 19। बेजी पटियाले वापस आ गए। बाद में कितने ही लोग आपको पूछने आते रहे, बहादुर ने पैरी हाथ लाउंदे ने दस्सिया। कौन, कोई बाहरों आया सी, बेजी ने पूछा। नहीं, यहीं आस पास के लोग, बहादुर दस ही रहा सी कि रामदेई आ गई। बेबे हरिद्वार जाना सी तो मैनू भी नाल लै जांदी, वो पीढ़ी उपर बैठदी बोली। मत्था टेकदी, अगली वारी तैनू लै चलूंगी, बेजी ने आख्या। ਜਿਉਂਦੀ ਵਸਦੀ ਰਹੋ, ਤੇਰੇ ਬੱਚੇ ਜਿਉਣ, ਅਗਲੀ ਵਾਰੀ ਖਬਰੇ ਹੁਣ ਤੂੰ ਕਦੋਂ ਜਾਏਂਗੀ। ਜਦੋਂ ਤੂੰ ਆਖੇਂਗੀ ਚੱਲੇ ਚੱਲਾਂਗੇ। ਹਰਿਦੁਆਰ ਜਾਣ ਨੂੰ ਕਿਹੜਾ ਊਠ ਘੋੜਾ ਲੱਗਦਾ ਹੈ। 200 'ਚ ਅਗਲਾ ਹਰਿਦੁਆਰ ਜਾ ਕੇ ਮੁੜ ਆਉਂਦਾ। ਤੈਨੂੰ 200 ਕੁਛ ਨਹੀਂ ਲੱਗਦਾ। ਊਂ ਤਾਂ 2 ਰੁਪਈਏ ਨਹੀਂ ਮਾਨ ਹੁੰਦੇ ਜੇ ਤੁਹਾਡੇ ਪੱਲੇ ਕੁਛ ਨਾ ਹੋਵੇ। ਅਗਲੇ ਕੁੱਤੇ ਬਿੱਲੇ ਵਾਲੀ ਸਿਆਣ ਨਹੀਂ ਕੱਢਦੇ। ਜ਼ਮਾਨਾ ਹੀ ਇਹੋ ਜਿਹਾ ਆ ਗਿਆ, ਤਾਂ ਹੀ ਤਾਂ ਗੌਰਮੈਂਟ ਨੇ ਜਾਇਦਾਦ 'ਚ ਤੀਵੀਂ ਦਾ ਹੱਕ ਰੱਖ ਦਿੱਤਾ। ਰਾਮਦੇਈ ਦੱਸ ਰਹੀ। ਇੱਜ਼ਤ ਦੀਆਂ 2 ਰੋਟੀਆਂ ਮਿਲੀ ਜਾਣ, ਕੀ ਕਰਨਾ ਜਾਇਦਾਦਾਂ ਨੂੰ, ਬੇਜੀ ਬੋਲੀ। ਅੱਜ ਕੱਲ੍ਹ ਤਾਂ ਇੱਜ਼ਤ ਦਾ ਵੀ ਕਿਹਨੂੰ ਖਿਆਲ ਹੈ। ਪੁੱਤਾਂ ਪੋਤਿਆਂ ਵਾਲੇ ਧਾਲੀਵਾਲ ਨੇ ਸੁਨਿਆਰਾਂ ਦੀ ਕੁੜੀ ਰੱਖ ਛੱਡੀ ਹੈ। ਆਡੂ ਨੂੰ ਕੋਠੀ ਲੈ ਦਿੱਤੀ, 2 ਲੱਖ ਰੁਪਈਆ ਨਾਂ ਜਮ੍ਹਾਂ ਕਰਵਾਤਾ, ਕਾਰ ਲੈ ਦਿੱਤੀ। ਕੋਈ ਪੁੱਛਣ ਵਾਲਾ ਹੋਵੇ ਵੀ ਕਬਰ 'ਚ ਤੇਰੀਆਂ ਲੱਤਾਂ ਨੇ, ਤੂੰ ਕੀ ਚੱਜ ਕਰਨ ਲੱਗ ਪਿਆ। ਚਾਹੀਦਾ ਤਾਂ ਸੁਨਿਆਰੀ ਨੂੰ ਸੀ ਬੀਬੀ ਰਾਮਦੇਈ, ਆਦਮੀਆਂ ਨੂੰ ਤਾਂ ਫਰਕ ਹੀ ਨਹੀਂ ਪੈਂਦਾ। ਇਹੋ ਜਿਹੀਆਂ ਗੱਲਾਂ ਨਾਲ ਬੇਜੀ ਆਖਣ ਲੱਗੇ। ਉਹ ਸੋਚਦੀ ਹੋਣੀ ਆ ਮਾਂ ਪਿਓ ਨੇ ਕੋਈ ਟੁੱਟਿਆ ਜਿਹਾ ਸੁਨਿਆਰ ਹੀ ਲੱਭਣਾ, ਹੋਰ ਕੀ। ਸਾਰੀ ਉਮਰ ਉਹਦਾ ਗੋਲਤ ਧੰਦਾ ਕਰਕੇ ਦਿਨ ਕੱਟੀ ਕਰਨੇ ਪਊ। ਕਿਉਂ ਨਾ ਇਸ ਬੁੜੇ ਸਿਰ ਤੇ ਐਸ਼ ਕੀਤੀ ਜਾਵੇ, ਰਾਮਦੇਈ ਬੋਲੀ। ਇਸ ਕਿਸਮ ਦੀ ਐਸ਼ ਤਾਂ ਫਿਰ ਨਿਰਾ ਨਰਕ ਦਾ ਸਮਾਨ ਹੈ। 2 ਪਲ ਜੀਭ ਮਿੱਠੀ ਕਰ ਲਈ ਤਾਂ ਕੀ ਕਰ ਲਿਆ, ਗਾਹਾਂ ਜਾ ਕੇ ਜਦੋਂ ਹਿਸਾਬ ਦੇਣਾ ਪਿਆ ਪਤਾ ਤਾਂ ਲੱਗੂ। ਅਸਲ 'ਚ ਬੇਬੇ ਪਿਛਲੇ ਰਾਜੇ ਨੇ 360 ਰਾਣੀਆਂ ਰੱਖ ਕੇ ਲੋਕਾਂ ਦਾ ਹਿਆਉਂ ਖੋਲ੍ਹਤਾ। ਪਰ ਕੋਈ ਪੁੱਛਣ ਵਾਲਾ ਹੋਵੇ, ਉਹ ਤਾਂ ਭਲਾ ਰਾਜਾ ਸੀ। ਉਹ ਵੀ ਭਾਵੇਂ ਸੱਚ ਭਾਵੇਂ ਝੂਠ ਅਖੇ ਕ੍ਰਿਸ਼ਨ ਦਾ ਅਵਤਾਰ ਸੀ। ਵੀ ਤੁਸੀਂ ਤਾਂ ਫਿੱਟੇ ਹੋਏ ਹੋ, ਧੀਆਂ ਭੈਣਾਂ ਵਾਲੇ ਕਬੀਲਦਾਰ ਬੰਦੇ ਹੋ। ਕਲਯੁਗ ਹੈ ਰਾਮਦੇਈ, ਬੰਦਿਆਂ ਦੀ ਬੁੱਧ ਭ੍ਰਿਸ਼ਟ ਹੋ ਗਈ ਹੈ, ਧਰਮ ਕਰਮ ਭੁੱਲ ਗਏ ਨੇ। ਮੈਨੂੰ ਤਾਂ ਸਮਝ ਨਹੀਂ ਆਉਂਦੀ ਬਈ ਇਹ ਗੱਲ ਖੜੂ ਕਿੱਥੇ ਜਾ ਕੇ। ਖੜਨੀ ਖੜਾਉਣੀ ਹੁਣ ਕਿੱਥੇ ਆ ਬੇਬੇ, ਹੁਣ ਤਾਂ ਪਰਲੋ ਹੀ ਆਊ। ਜਦੋਂ ਬਹੁਤੀ ਅੰਤ ਹੋ ਜਾਏ ਫਿਰ ਕੁਦਰਤ ਉਪਾਅ ਕਰਦੀ ਹੈ। ਮਹਾਂਭਾਰਤ ਵੇਲੇ 18 ਖੂਣੀਆਂ ਲੋਕ ਮਰੇ ਸੀ। ਤੈਨੂੰ ਪਤਾ ਹੈ ਕਿ ਖੂਣੀ ਕਿੰਨੀ ਹੁੰਦੀ ਹੈ। ਖੂਣੀ ਦਾ ਮਤਲਬ ਹੈ ਵੀ ਸੜਕ ਦੇ ਕੰਢੇ ਖੂਹ ਪੁੱਟ ਦਿਓ, ਕੋਲ ਦੀ ਲੋਕ ਲੰਘੀ ਜਾਣ, ਉਹਨਾਂ ਦੇ ਪੈਰਾਂ ਨਾਲ ਉੱਡੀ ਗਰਦ ਪੈ ਜਦੋਂ ਖੂਹ ਭਰ ਜਾਏ ਤਾਂ ਇੱਕ ਖੂਣੀ ਬਣਦੀ ਹੈ। ਤੂੰ ਆਪ ਹਿਸਾਬ ਲਾ,
ਵੀ 18 ਖੂਹਣੀਆਂ 'ਚ ਕਿੰਨੇ ਲੋਕ ਹੋਣਗੇ। ਪਰ ਬੀਬੀ, ਉਦੋਂ ਤਾਂ ਕ੍ਰਿਸ਼ਨ ਭਗਵਾਨ ਆਪ ਵਿੱਚ ਸੀ। ਉਹ ਚਾਹੁੰਦਾ ਤਾਂ ਲੜਾਈ ਰੋਕ ਵੀ ਸਕਦਾ ਸੀ। ਲੈ ਹੈ ਕਮਲੀ, ਉਹ ਲੋਕਾਂ ਦੇ ਕਰਮਾਂ ਦੇ ਫਲ ਕਿਵੇਂ ਟਾਲ ਸਕਦਾ ਸੀ? ਰਾਜ ਘਰਾਣੇ ਦੀ ਇਸਤਰੀ ਹੋਵੇ ਤੇ ਉਹਨੂੰ ਰਾਜ ਸਭਾ 'ਚ ਨੰਗੀ ਕੀਤਾ ਜਾਵੇ, ਇਸ ਤੋਂ ਅੰਦਾਜ਼ਾ ਲਗਾ ਲਓ ਉਦੋਂ ਕਿਸ ਕਿਸਮ ਦੇ ਰਾਜੇ ਹੋਣਗੇ, ਕਿਸ ਕਿਸਮ ਦਾ ਰਾਜ ਹੋਏਗਾ। ਮਰਨਾ ਤਾਂ ਉਹਨਾਂ ਸੀ। ਸਾਡੇ ਦੇਖਦੇ ਹੀ ਦੇਖਦੇ ਪਟਿਆਲਾ ਕਿੰਨਾ ਬਦਲ ਗਿਆ। ਲੈ ਹੈ ਬੇਬੇ, ਨਿਰਾ ਪਟਿਆਲਾ ਨਹੀਂ, ਸਾਰਾ ਜ਼ਮਾਨਾ ਹੀ ਬਦਲ ਗਿਆ। ਮੇਰਾ ਦਾਦਾ ਰਾਜ ਪੰਡਤ ਹੁੰਦਾ ਸੀ। ਉਹ ਆਖਦਾ ਹੁੰਦਾ ਸੀ, ਗਾਹਾਂ ਗਾਹਾਂ ਅਜਿਹਾ ਜ਼ਮਾਨਾ ਆ ਰਿਹਾ ਹੈ ਵੀ ਖੱਬੇ ਹੱਥ ਨੇ ਸੱਜੇ ਨੂੰ ਨਹੀਂ ਸਿਆਣਨਾ। ਸਭ ਰਿਸ਼ਤੇ ਨਾਤੇ ਖਤਮ ਹੋ ਜਾਣਗੇ। ਪੁੰਨ ਦਾ ਨਾਸ ਤੇ ਪਾਪ ਦੀ ਬ੍ਰਿਧੀ ਇੰਨੀ ਹੋ ਜਾਊ ਕਿ ਸੂਰਜ ਗ੍ਰਹਿਣ ਬਾਰ-ਬਾਰ ਲੱਗੂ। ਅੱਗੇ ਕਿਤੇ 100 ਸਾਲ 'ਚ ਇੱਕ ਅੱਧੀ ਵਾਰੀ ਲੱਗਦਾ ਸੀ। ਬਹਾਦਰ, ਚਾਹ ਬਣਾ। ਬੀਬੀ ਰਾਮ ਦੇ ਲਈ ਬੇਜੀ ਨੇ ਹਾਕ ਮਾਰੀ। ਬਹਾਦਰ ਨੇ ਅਜੇ ਚਾਹ ਧਰੀ ਸੀ ਕਿ ਬੇਜੀ ਦੇ ਪਿੰਡ ਦੇ ਇੱਕ ਬਜ਼ੁਰਗ ਆ ਗਿਆ। ਉਹਦਾ ਨਾਂ ਈਸ਼ਰ ਸਿੰਘ ਸੀ ਤੇ ਉਹ ਆਖਦਾ ਸੀ, ਨਿੱਕੇ ਹੁੰਦਿਆਂ ਜੱਜ ਮਹਿੰਦਰ ਦਾ ਬਾਪ ਮੇਰੇ ਨਾਲ ਪੜ੍ਹਦਾ ਹੁੰਦਾ ਸੀ ਪਿੰਡ। ਮਰਨ ਤੋਂ ਪਹਿਲਾਂ ਇੱਕ ਦਿਨ ਪਿੰਡ ਜਾ ਕੇ ਤੇ ਮੈਨੂੰ ਮਿਲ ਕੇ ਵੀ ਆਇਆ ਸੀ। ਅੱਜ ਕਿਵੇਂ ਆਉਣਾ ਹੋਇਆ? ਬੇਜੀ ਨੇ ਉਸ ਬਜ਼ੁਰਗ ਦੇ ਪਰੇਸ਼ਾਨ ਜਿਹੇ ਚਿਹਰੇ ਵੱਲ ਤੱਕ ਕੇ ਕਿਹਾ। ਕਾਹਦਾ ਆਇਆ ਭਾਈ? ਸਾਡੀ ਹਾਲਤ ਦਾ ਤਾਂ ਤੁਹਾਨੂੰ ਪਤਾ ਹੀ ਹੈ। ਦਰਸ਼ਨ ਤਾਂ ਸ਼ਹੀਦ ਹੋ ਗਿਆ ਸੀ ਜਦੋਂ ਚਾਰੇ ਪਾਸਿਆਂ ਤੋਂ ਘੇਰੇ 'ਚ ਆ ਗਿਆ, ਸਾਈਨਾਈਡ ਖਾ ਗਿਆ ਸੀ। ਮਗਰੋਂ ਪੁਲਿਸ ਨੇ ਸਾਡੇ ਘਰ ਦੀ ਤਲਾਸ਼ੀ ਲਈ, ਹੋਰ ਤਾਂ ਕੁਝ ਮਿਲਿਆ ਨਹੀਂ। ਬੈਂਕ ਦੀ ਕਾਪੀ ਲੈ ਗਏ, ਨਾਲੇ ਮੈਨੂੰ ਫੜ ਕੇ ਲੈ ਗਏ। ਦਰਸ਼ਨ ਦੀ ਬੇਬੇ ਨੂੰ ਵੀ ਤੁਹਾਨੂੰ ਕੀ ਦੱਸੀਏ, ਕੀ ਨਹੀਂ ਤਸੀਹੇ ਦਿੱਤੇ। ਆਖੇ ਕਾਪੀ ਵਾਲਾ 2.5 ਲੱਖ ਦਰਸ਼ਨ ਲੁੱਟ ਮਾਰ ਕਰਕੇ ਦੇ ਕੇ ਗਿਆ। ਮੈਂ ਬਥੇਰੇ ਹੱਥ ਬੰਨੇ ਬਈ ਘਰ ਪਾਉਣਾ ਸੀ, ਨਾਲੇ ਕੁੜੀ ਦਾ ਵਿਆਹ ਕਰਨਾ ਸੀ। ਇਸ ਖਾਤਰ ਥੋੜ੍ਹੀ ਜਿਹੀ ਜ਼ਮੀਨ ਗਹਿਣੇ ਧਰੀ ਹੈ। ਮੇਰੇ ਕੋਲ ਗਹਿਣੇ ਦੇ ਕਾਗਜ਼ ਹੈਗੇ, ਗਵਾਹ ਹੈਗੇ, ਪਰ ਕੌਣ ਸੁਣਦਾ? ਆਖਣ 2.5 ਲੱਖ ਰੁਪਈਆ ਲਿਆ ਕੇ ਦੇ ਸਾਨੂੰ। ਮੈਨੂੰ ਬੈਂਕ ਲੈ ਗਏ। ਮੈਂ ਸੋਚਿਆ ਅੱਗ ਲੱਗੇ ਰੁਪਈਆਂ ਨੂੰ, ਜਿੱਥੇ ਜਵਾਨ ਪੁੱਤ ਗਿਆ ਉੱਥੇ ਰੁਪਈਏ ਵੀ ਗਏ ਸਮਝ ਲਾਂਗੀ। ਪਰ ਬੈਂਕ ਵਾਲਿਆਂ ਆਖਿਆ, ਸਰਪੰਚ ਸੱਦੋ ਗਵਾਹੀ ਲਈ ਵੀ ਇਹ ਉਹੀ ਬੰਦਾ ਹੈ। ਸਰਪੰਚ ਕਿਧਰੇ ਵਾਂਢੇ ਗਿਆ ਹੋਇਆ ਸੀ। ਮੈਨੂੰ ਮੋੜ ਕੇ ਥਾਣੇ ਲੈ ਗਏ। ਥਾਣੇਦਾਰ ਅੰਦਰ DSP ਨੂੰ ਦੱਸਣ ਚਲਾ ਗਿਆ ਵੀ ਪੈਸੇ ਨਿਕਲੇ ਨਹੀਂ। ਮੈਂ ਤਾਂ ਪਿਸ਼ਾਬ ਕਰਨ ਦੇ ਬਹਾਨੇ ਜਰਾ ਕੁ ਇੱਧਰ ਨੂੰ ਹੋਇਆ ਤੇ ਜਾ ਕੇ ਝਾੜੀਆਂ 'ਚ ਲੁਕ ਗਿਆ। ਆਥਣ ਜਿਹਾ ਹੋਇਆ ਸੀ। ਜਦੋਂ ਰਾਤ ਹੋਈ, ਬਾਣੀ ਮੈਂ ਨਵੇਂ ਪਿੰਡ ਚਲਿਆ ਗਿਆ। ਰਾਤ ਨੂੰ ਕਿਸੇ ਨੇ ਬਾਰ ਨਾ ਖੋਲ੍ਹਿਆ। ਡਰਦੇ ਸੀ ਸਾਰੇ। ਕਦੇ ਪੁਲਸੀਏ ਖਾੜਕੂ ਬਣ ਕੇ ਆ ਜਾਂਦੇ, ਕਦੇ ਖਾੜਕੂ ਪੁਲਸੀਏ। ਇਹ ਜਿਹੜੇ ਲਾਗੀ ਤੱਥੀਆਂ ਦੇ ਮੁੰਡੇ ਸਰਕਾਰ ਨੇ ਜਾਣ ਕੇ ਹੋਮਗਾਰਡੀਏ ਭਰਤੀ ਕਰ ਲਏ ਸੀ, ਉਹਨਾਂ ਦਾ ਤਾਂ ਕੰਮ ਹੀ ਇਹ ਸੀ ਵੀ ਰਾਤ ਨੂੰ ਖਾੜਕੂ ਬਣ ਕੇ ਲੁੱਟਮਾਰ ਕਰੋ, ਧੀਆਂ ਭੈਣਾਂ ਦੀ ਬੇਇੱਜ਼ਤੀ ਕਰੋ। ਬਦਨਾਮ ਤਾਂ ਸਾਰੇ ਖਾੜਕੂ ਹੀ ਹੋਣਗੇ। ਮੈਂ ਜੀ ਬੇਬੇ ਰਾਤੋਂ ਰਾਤ ਖੰਨੇ ਅੱਪੜ ਗਿਆ। ਉੱਥੋਂ ਕਰਮਚੰਦ ਆੜ੍ਹਤੀਏ ਤੋਂ 300 ਰੁਪਈਆ ਫੜਿਆ। ਉਹਨੇ ਮੈਨੂੰ ਦੁਕਾਨ ਦੇ ਮਗਰ ਲੁਕੋ ਛੱਡਿਆ ਤੇ ਵਿਚਾਰਾ ਰਾਤ ਦੀ ਗੱਡੀ ਚਾੜ੍ਹ ਕੇ ਗਿਆ। ਮੈਂ UP ਆ ਗਿਆ। ਆਪਣੀ ਬੀਬੀ ਵਿਆਹੀ ਹੋਈ ਹੈ UP, ਪਰ 5-7 ਦਿਨਾਂ ਮਗਰੋਂ ਉੱਥੇ ਵੀ ਪੁਲਿਸ ਪਹੁੰਚ ਗਈ। ਤੂੰ ਦੇਖ ਲੈ ਬੇਬੇ, ਜਮਾਈ ਮੇਰਾ ਸੱਤਿਆਮਾਨ ਕੁੱਟ ਖਾਈ ਗਿਆ, ਪਰ ਦੱਸਿਆ ਨਹੀਂ ਵੀ ਬੁੜਾ ਸਾਡੇ ਕੋਲ ਹੈ। ਅਗਲੇ ਦਿਨ ਮੈਂ ਉੱਥੋਂ ਵੀ ਤੁਰ ਪਿਆ। ਸੋਚਿਆ ਇਹਨੂੰ ਬਗਾਨੇ ਪੁੱਤ ਨੂੰ ਕਾਹਤੋਂ ਬਿਪਤਾ ਪਾਉਣੀ ਹੈ। ਉਦੋਂ ਦਾ ਮੈਂ 4 ਦਿਨ ਕਿਤੇ, 2 ਦਿਨ ਕਿਤੇ, ਗੁਰਦੁਆਰਿਆਂ 'ਚ ਹੀ ਤੁਰਿਆ ਫਿਰਦਾ। 2.5 ਸਾਲ ਹੋ ਗਿਆ। ਗੁਰਦੁਆਰਿਆਂ 'ਚ ਪੁੰਨ ਦੀ ਰੋਟੀ ਖਾਣ ਨੂੰ ਵੀ ਚਿੱਤ ਨਹੀਂ ਕਰਦਾ। ਹਾਰ ਕੇ ਮਾੜਾ ਮੋਟਾ ਕੰਮ ਕਰੀਦਾ। ਕਦੇ ਫਰਸ਼ ਧੋ ਦਿੱਤੇ, ਕਦੇ ਭਾਂਡੇ ਮਾਂਜਤੇ, ਕਦੇ ਗੰਢੜੀ ਘਰ 'ਚ ਡਿਊਟੀ ਦੇ ਦਿੱਤੀ। ਪਰ ਇਸ ਉਮਰ 'ਚ ਇਹ ਕੋਈ ਜਿਉਣਾ? ਬਲੱਡ ਪ੍ਰੈਸ਼ਰ ਹੋਣ ਲੱਗ ਪਿਆ। ਹੋਮਿਓਪੈਥੀ ਦੀ ਦਵਾਈ ਲੈਣਾ, ਉਹਦੇ ਪੈਸੇ ਨਹੀਂ ਲੱਗਦੇ। ਕਦੇ ਕਦੇ ਸੋਚਦਾ, ਦਰਸ਼ਨ ਆਪ ਤਾਂ ਰਾਹ ਪੈ ਗਿਆ, ਸਾਨੂੰ ਸੂਲੀ ਤੇ ਟੰਗਿਆ। ਪਰ ਫੇਰ ਸੋਚਦਾ, ਉਹ ਅਲੂਆ ਮੁੰਡਾ ਜੇ ਆਪਣੀ ਜਾਨ ਤੱਕ ਦੇ ਸਕਦਾ ਹੈ ਗੁਰੂ ਘਰ ਲਈ, ਅਸੀਂ ਕਾਹਨੂੰ ਉਲਾਂਭਾ ਦੇਣਾ? ਅਜੇ ਵੀ ਪੁਲਿਸ ਤੈਨੂੰ ਲੱਭ ਰਹੀ ਹੈ ਈਸਰ ਸਿਆਂ ਭਾਈ? ਬੇਜੀ ਨੇ ਪੁੱਛਿਆ। ਮੇਰੇ ਉੱਪਰ ਕੇਸ ਕੋਈ ਨਹੀਂ, ਮੈਂ ਕੀਤਾ ਕੁਛ ਨਹੀਂ। ਬਸ ਦਰਸ਼ਨ ਦਾ ਬਾਪ ਹੋਣ ਕਰਕੇ ਦਸੌਂਟੇ ਭੋਗ ਰਹੇ ਹਾਂ। ਜਦੋਂ ਉਹ ਜਿਉਂਦਾ ਸੀ ਤਾਂ ਸਾਰੇ ਰਿਸ਼ਤੇਦਾਰਾਂ ਨੂੰ ਵੀ ਫੜ ਲਿਆ ਸੀ। ਪਰ ਮੈਂ ਆਖਦਾ, ਹੁਣ ਤਾਂ ਉਹ ਜਿਉਂਦਾ ਵੀ ਨਹੀਂ। ਕੇਸ ਦਾ ਕੀ ਹੈ ਈਸ਼ਰ ਸਿਆਂ? ਕੇਸ ਤਾਂ ਪੁਲਿਸ ਜਿਹੜਾ ਮਰਜ਼ੀ ਜਿਹਦੇ ਤੇ ਮਰਜ਼ੀ ਬਣਾ ਲੈਂਦੀ ਹੈ। ਕਿਵੇਂ ਵੀ ਹੋਵੇ ਮੈਨੂੰ ਬਚਾਓ। ਕਾਕੇ ਮਹਿੰਦਰ ਨੂੰ ਸੱਦ ਲਓ। ਕੁਆਬ ਵੀ ਤਾਂ ਵੱਡਾ ਅਫਸਰ ਹੈ, ਅਫਸਰਾਂ ਨਾਲ ਗੱਲ ਕਰ ਸਕਦਾ। ਸਾਡੇ ਹੱਡ ਛੁਡਾਓ। ਤੂੰ ਰੋਕਣਾ ਸੀ ਮੁੰਡੇ ਨੂੰ। ਬਥੇਰਾ ਰੋਕਿਆ ਵੀ ਆਪਣੇ ਘਰ ਕਾਸੇ ਦਾ ਤੋੜਾ ਨਹੀਂ। ਜ਼ਮੀਨ ਹੈ, ਨਹੀਂ ਨੌਕਰੀ ਮਿਲਦੀ ਨਾ ਸੀ। ਰੋਟੀ ਤੋਂ ਤਾਂ ਨਹੀਂ ਮਰਦੇ, ਪਰ ਇੱਕ ਵਾਰੀ ਜਿਹੜਾ ਇਸ ਪਾਸੇ ਤੁਰ ਪਵੇ, ਖਬਰ ਨਹੀਂ ਰੱਬ ਦਾ ਕੀ ਵਿਸੇਖ ਹੈ, ਉਹ ਜਾਨ ਦੇ ਦੂ, ਪਰ ਕਦਮ ਪਿਛਾਂਹ ਨਹੀਂ ਮੋੜਦਾ। ਅਲੂਏ ਜੇ ਮੁੰਡਿਆਂ 'ਚ ਖਬਰ ਨਹੀਂ ਕਿੱਥੋਂ ਇੰਨੀ ਸੱਤਿਆ ਆ ਜਾਂਦੀ ਹੈ ਵੀ ਟੁੰਡੇ ਲਾਟ ਦੀ ਕਿਹੜਾ ਪਰਵਾਹ ਕਰਦੇ ਨੇ। ਹੋ ਸਕਦਾ ਕਦੇ ਭਗਤ ਸਿੰਘ ਹੋਰਾਂ ਨੂੰ, ਕਦੇ ਇਹਨਾਂ ਦੀਆਂ ਮੜੀਆਂ ਉੱਪਰ ਵੀ ਮੇਲੇ ਲੱਗਣ।
ਤੇ ਸੁੱਖਾਂ ਵਾਰ ਆਉਣ। ਕੁਰਬਾਨੀ ਆਲੀ ਨਹੀਂ ਜਾਂਦੀ ਹੁੰਦੀ, ਈਸ਼ਰ ਸਿਉਂ ਕਹਿੰਦਾ ਗਿਆ। ਪਰ ਈਸ਼ਰ ਸਿਆਂ ਏਡੇ ਕੀਮਤੀ ਮੁੰਡੇ ਗਮਾਂ 'ਚ ਏਡੇ ਕੀਮਤੀ ਮੁੰਡੇ ਗਮਾਜ ਜੇ ਕੁਝ ਖੱਟਿਆ ਤਾਂ ਕੀ ਖੱਟਿਆ? ਚੱਲ ਨਾ ਖੱਟਿਆ ਸਹੀ, ਨਾਂ ਤਾਂ ਰਹਿ ਜੂ ਜੱਗ ਤੇ। ਜਦੋਂ ਨਾਂ ਵਾਲਾ ਹੀ ਨਾ ਰਿਹਾ ਤੇ ਰੱਖ ਕੇ ਕੀ ਕਰਨਾ? ਬੇਜੀ ਨੇ ਉਦਾਸ ਹੋ ਕੇ ਆਖਿਆ। ਊਂ ਵੀ ਤਾਂ ਹਰ ਰੋਜ਼ ਲੋਕ ਕੀੜਿਆਂ ਮਕੌੜਿਆਂ ਵਾਂਗੂ ਮਰੀ ਜਾਂਦੇ ਆ। ਮੁੰਡੇ ਤਾਂ ਫੇਰ ਜਾਨ ਕਿਸੇ ਲੇਖੇ ਲਾ ਰਹੇ ਨੇ। ਪਰ ਇੱਕ ਗੱਲ ਆ ਬੇਬੇ, ਫੌਜ ਪੁਲਿਸ ਜ਼ੋਰ ਲਾ ਬੈਠੀ। ਇਹ ਸਾਰੇ ਕਾਬੂ ਨਹੀਂ ਆਉਂਦੇ। ਜਾਂ ਮੁਕਾਬਲੇ 'ਚ ਮਰਨਗੇ ਜਾਂ ਫਿਰ ਸਾਈਨਾਈਡ ਖਾ ਜਾਣਗੇ। ਜਾਨ ਲਈ ਲੇਲੜੀਆਂ ਨਹੀਂ ਕੱਢਦੇ। ਪਰ ਬਹੁਤਿਆਂ ਨੂੰ ਤਾਂ ਵਿਚਾਰਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਲੜ ਕਾਹਦੇ ਲਈ ਰਹੇ ਹਾਂ। ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਹਰਿਆਣਾ ਦਾ ਪਾਣੀ, ਇਹਨਾਂ ਗੱਲਾਂ ਦਾ ਹੱਲ ਮਾਰ ਕੇ ਜਾਂ ਮਾਰ ਕੇ ਤਾਂ ਹੀ ਹੋ ਨਹੀਂ ਸਕਦਾ। ਬਸ ਜਾਨਾਂ ਗਵਾਈ ਜਾਂਦੇ ਨੇ। ਚਾਹੇ ਕੋਈ ਖੜਕੂ ਹੈ ਜਾਂ ਪੁਲਿਸ ਵਾਲਾ ਹੈ ਜਾਂ ਕੋਈ ਆਮ ਬੰਦਾ ਹੈ, ਉਹਦੇ ਮਰਨ ਨਾਲ ਨੁਕਸਾਨ ਤਾਂ ਪੰਜਾਬ ਦਾ ਹੀ ਹੁੰਦਾ। ਤੂੰ ਬੇਬੇ ਜੀ ਗੱਲ ਤਾਂ ਕਰੀ ਕਿਸੇ ਕੋਲ ਵੀ ਮੈਂ ਤੇਰੇ ਕੋਲ ਆਇਆ ਸੀ। ਉਹ ਮਹਿੰਦਰ ਸਿੰਘ ਆਪਣੇ ਅਸਰ ਰਸੂਖ ਨਾਲ ਸਾਡਾ ਜੇ ਖਹਿੜਾ ਛੁਡਾ ਦੇਵੇ ਪੁਲਿਸ ਤੋਂ, ਤਾਂ ਬੁਢੇਪੇ ਦੇ 4 ਦਿਨ ਘਰ ਬਹਿ ਕੇ ਕੱਟ ਲੂੰਗਾ। ਨਹੀਂ ਤਾਂ ਇਉਂ ਹੀ ਭਟਕਦੇ ਦੀ ਖਬਰ ਨਹੀਂ, ਕਿੱਥੇ ਜਾਣ ਨਿਕਲ ਜੇ। ਕਿਤੇ ਮਰਿਆ ਪਿਆ ਹੂੰ, ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਵੀ ਇਹ ਕੌਣ ਹੈ। ਇਉਂ ਨਾ ਚਿੱਤ ਡੁਲਾ, ਮੈਂ ਕਰੂੰਗੀ ਗੱਲ ਮਹਿੰਦਰ ਨਾਲ। ਬੇਜੀ ਨੇ ਆਖ ਤਾਂ ਦਿੱਤਾ, ਪਰ ਮਨ 'ਚ ਸੰਕੋਚ ਸੀ ਕਿ ਮਹਿੰਦਰ ਇਸ ਗੱਲ ਨੂੰ ਖਬਰੇ ਕਿਵੇਂ ਲਵੇ। ਚੰਗਾ, ਮੈਂ ਚੱਲਦਾ, ਈਸ਼ਰ ਸਿੰਘ ਨੇ ਖੜਾ ਹੁੰਦੇ ਆਖਿਆ। ਚਾਹ ਤਾਂ ਪੀਓ। ਬਹਾਦਰ ਛੇਤੀ ਲਿਆ ਨਾ ਚਾਹ। ਨਹੀਂ, ਚਾਹ ਨਹੀਂ ਮੈਂ ਪੀਂਦਾ। ਬੈਲ ਤਾਂ ਰੋਟੀ ਦਾ ਹੀ ਬਥੇਰਾ ਹੈ। ਮੈਂ ਚੱਲਦਾ ਫਿਰ। ਮੱਥਾ ਟੇਕਦਾ ਆ ਕੇ ਈਸ਼ਰ ਸਿੰਘ ਚਲਿਆ ਗਿਆ। ਬੇਜੀ ਬਹੁਤ ਉਦਾਸ ਹੋ ਕੇ ਰਾਮਦੇਵੀ ਵੱਲ ਝਾਕੀ। ਲੈ ਬੇਬੇ, ਸਾਨੂੰ ਇਹ ਵੇਲੇ ਵੀ ਦੇਖਣੇ ਪੈਣੇ ਸੀ। ਕਲਯੁਗ ਇਸੇ ਨੂੰ ਤਾਂ ਆਖਦੇ ਨੇ। ਰਾਮਦੇਵ ਨੇ ਆਪਣੇ ਮੱਥੇ ਨੂੰ ਹੱਥ ਲਾ ਕੇ ਆਖਿਆ। ਅੰਗ 20ਵਾਂ। ਅਜੇ ਅਵਿਨਾਸ਼ ਤੇ ਬਾਵੇ ਨੂੰ ਗਿਆ 1 ਮਹੀਨਾ ਹੀ ਹੋਇਆ ਸੀ, ਪਰ ਬੇਜੀ ਨੂੰ ਲੱਗਦਾ ਜਿਵੇਂ ਬੜਾ ਚਿਰ ਹੋ ਗਿਆ ਉਹਨਾਂ ਨੂੰ ਗਿਆ। ਘਰ ਸੁੰਨਾ ਸੁੰਨਾ ਲੱਗਦਾ ਸੀ। ਅਜੇ 1.25 ਮਹੀਨਾ ਹੋਰ ਪਿਆ ਸੀ ਉਹਨਾਂ ਦੇ ਆਉਣ 'ਚ। ਜਾ ਕੇ ਖੱਤ ਪੱਤਰ ਵੀ ਕਿਹੜਾ ਪਾਉਂਦੇ ਸੀ। ਮੁੰਡਿਆਂ ਦਾ ਤਾਂ ਭਲਾ ਇਹੋ ਜਿਹਾ ਹੀ ਹੁੰਦਾ। ਬਹੂ ਨੂੰ ਤਾਂ ਚਾਹੀਦਾ ਵੀ ਹੋਰ ਨਹੀਂ ਟੈਲੀਫੋਨ ਹੀ ਕਰ ਦੇਵੇ। ਬੇਜੀ ਸੋਚ ਰਹੀ ਸੀ। ਬੇਬੇ ਜੀ ਘਰੇ ਹੀ ਹੋ? ਪੌੜੀਆਂ ਚੜ੍ਹਦਿਆਂ ਰਾਮਦੇਵ ਨੇ ਪੁੱਛਿਆ। ਮੱਥਾ ਟੇਕਦੀਆਂ। ਆ ਜਾ ਬੀਬੀ, ਬੇਜੀ ਨੇ ਕੁਰਸੀ ਅੱਗੇ ਕਰਦਿਆਂ ਆਖਿਆ। ਅੱਜ ਤਾਂ ਬੇਬੇ ਜੀ ਮੈਂ ਕੰਮ ਆਈ ਹਾਂ ਤੇਰੇ ਕੋਲ। 200 ਰੁਪਏ ਚਾਹੀਦੇ ਨੇ। ਕੀ ਗੱਲ ਹੋ ਗਈ? ਲੈ ਜੀ ਪੈਸੇ ਤਾਂ, ਬੇਜੀ ਨੇ ਆਖਿਆ। ਮੈਂ ਸੋਚਿਆ ਬੇਬੇ ਕਹੂਗੀ ਹਰਤੇ ਕਰਤੇ ਮੇਰੇ ਕੋਲ ਹੀ ਮੰਗਣ ਆ ਜਾਂਦੀ ਹੈ, ਇਸ ਲਈ ਤਹਿਸੀਲਦਾਰਨੀ ਤੋਂ ਲੈ ਲੈਂਦੀ ਹਾਂ। ਪਰ ਖੜੀਓ ਮੁੱਕਰ ਗਈ। ਆਖੇ ਅੱਜ ਤਾਂ ਸਾਰੇ 50 ਰੁਪਈਏ ਹੀ ਨੇ। ਮੈਂ ਜਿਵੇਂ ਭੁੱਲੀ ਹੋਈ ਹਾਂ ਤਹਿਸੀਲਦਾਰਾਂ ਦੀ ਹਰਾਮ ਦੀ ਕਮਾਈ ਨੂੰ। ਤਾਈਆਂ ਤਾਂ ਕੋਈ ਜਵਾਕ ਪੜ੍ਹਿਆ ਨਹੀਂ, ਲਾਇਕ ਨਹੀਂ ਬਣਿਆ। ਗੁਰੂ ਨਾਨਕ ਜੀ ਨੇ ਜਦੋਂ ਰਾਜੇ ਦੀ ਰੋਟੀ 'ਚੋਂ ਲਹੂ ਤੇ ਭਾਈ ਲਾਲੋ ਦੀ ਰੋਟੀ 'ਚੋਂ ਦੁੱਧ ਕੱਢਿਆ ਸੀ, ਉਹਦਾ ਵੀ ਤਾਂ ਇਹੀ ਮਤਲਬ ਸੀ ਵੀ ਦੂਜਿਆਂ ਦਾ ਲਹੂ ਪੀ ਕੇ ਢਿੱਡ ਭਰਨ ਵਾਲੇ ਰਾਕਸ਼, ਨਹੀਂ ਤਾਂ ਹੋਰ ਕੀ ਬਣਨਗੇ। ਰਾਮਦੇਵ ਨੇ ਦੱਸਿਆ। ਮੈਂ ਤਾਂ ਇਹ ਸੋਚਦੀ ਹਾਂ ਬੀਬੀ, ਵੀ ਮਰੇ ਸੋ ਮੰਗਣ ਜਾਏ, ਫਿੱਟੇ ਮੂੰਹ ਉਹਦੇ ਜਿਹੜਾ ਹੁੰਦੇ ਮੁੱਕਰ ਜਾਏ। ਪਰ 200 ਦੀ ਲੋੜ ਕੀ ਪੈ ਗਈ ਅੱਜ? ਬੇਜੀ ਨੇ 100 ਦੇ 2 ਨੋਟ ਫੜਾਉਂਦਿਆਂ ਪੁੱਛਿਆ। ਤੈਨੂੰ ਕੀ ਦੱਸਾਂ ਬੇਬੇ ਜੀ, 2 ਸਾਲ ਹੋ ਗਏ ਸੋਚਦੇ ਨੂੰ। ਸਾਡੇ ਘਰ ਦੇ ਮਗਰ ਵਾਲਿਆਂ ਦੇ ਬੁੜੇ ਦੀਆਂ ਅੱਖਾਂ ਦਾ ਆਪਰੇਸ਼ਨ ਕਰਵਾਉਣਾ ਹੈ, ਪਰ ਪੈਸੇ ਹੋਣ ਤਾਂ ਕਰਵਾਵੇ। ਮੁੰਡਿਆਂ ਨੂੰ ਕਈ ਵਾਰ ਆਖ ਹਟਿਆ। ਘੁਰਕ ਕੇ ਪੈਂਦੇ ਨੇ। ਆਖੇ ਅੱਖਾਂ ਬਣਵਾ ਕੇ ਹੁਣ ਤਾਂ ਜੰਨ ਚੜ੍ਹਨਾ। ਕਰਵਾ ਦਿਆਂਗੇ ਜਦ ਪੈਸੇ ਹੋਣਗੇ। ਕੱਲ ਤਾਂ ਰੋਣ ਹੀ ਲੱਗ ਪਿਆ ਮੇਰੇ ਕੋਲ। ਆਖੇ ਬੀਬੀ ਰਾਮਦੇਵ, ਬੰਦਾ ਆਪਣੀ ਕਿਰਿਆ ਸੋਧਣ ਜੋਗਾ ਤਾਂ ਚਾਹੀਦਾ ਹੀ ਹੈ। ਮੈਂ ਆਖਿਆ ਚੱਲ ਮੈਂ ਕਰ ਦੂੰਗੀ ਪੈਸਿਆਂ ਦਾ ਇੰਤਜ਼ਾਮ। ਇਹ ਤਾਂ ਪੁੰਨ ਵਾਲੀ ਗੱਲ ਹੈ। ਬੀਬੀ ਗਰੇਵਾਲਨੀ ਨੂੰ ਆ ਕੇ ਹਸਪਤਾਲ 'ਚ ਆਪਰੇਸ਼ਨ ਤਾਂ ਉਹਦਾ ਮੁਫਤ ਹੋ ਸਕਦਾ। ਫਿਰ ਇਹ ਤਾਂ ਬਾਹਲੀ ਓ ਚੰਗੀ ਗੱਲ ਹੈ। ਹਾੜੇ ਮੇਰੀ ਬੇਬੇ, ਇਹ ਤਾਂ ਕੰਮ ਤੂੰ ਕਰਵਾਈ ਦੇ। ਫਿਰ ਤਾਂ ਭਾਵੇਂ ਪੈਸੇ ਵੀ ਰਹਿਣ ਦੇ। ਰਾਮਦੇਵ ਨੇ ਪੈਸੇ ਵਾਪਸ ਕਰਦਿਆਂ ਆਖਿਆ। ਇਹ ਤਾਂ ਰੱਖ, ਹਸਪਤਾਲ 'ਚ ਵੀ ਮਾੜਾ ਮੋਟਾ ਤਾਂ ਖਰਚਾ ਹੋਊਗਾ ਹੀ, ਨਾਲੇ ਇਹ ਤਾਂ ਪੁੰਨ ਹੈ। ਬੇਜੀ ਬੋਲੇ। ਫਿਰ ਬੇਬੇ ਜੀ ਕਦੋਂ ਜਾ ਕੇ ਆਏਂਗੀ ਡਾਕਟਰਨੀ ਗਰੇਵਾਲਨੀ ਕੋਲ? ਰਾਮਦੇਵ ਨੇ ਪੁੱਛਿਆ। ਮੈਂ ਟੈਲੀਫੋਨ ਕਰ ਦੂੰ ਵੀ ਭਲਕੇ ਹਸਪਤਾਲ ਨੂੰ ਜਾਂਦੀ ਹੋਈ ਇੱਧਰ ਦੀ ਲੰਘ ਜੇ, ਬੇਜੀ ਨੇ ਦੱਸਿਆ। ਤੂੰ ਬੇਬੇ ਜੀ ਡਾਕਟਰਨੀ ਤੋਂ ਅੱਖਾਂ ਵਾਲੇ ਡਾਕਟਰ ਦੇ ਨਾਂ ਚਿੱਠੀ ਲੈ ਲਈ, ਬੁੜੇ ਨੂੰ ਦੇ ਦਿਆਂਗੇ। ਨਾਲੇ ਤੂੰ ਤਾਂ ਨਹੀਂ ਜਾਣਾ ਹੋਣਾ ਫਿਰ ਯਾਤਰਾ 'ਤੇ, ਤੂੰ ਹੁਣੇ ਜਾ ਕੇ ਆਈ ਹੈ। ਮੈਂ ਤਾਂ ਪੈਸੇ ਭਰਤੇ ਨੇ। ਸੋਮਵਾਰ ਨੂੰ ਚੱਲਣੀ ਹੈ ਬੱਸ ਕਾਲੀ ਦੇਵੀ ਦੇ ਮੰਦਿਰ ਤੋਂ ਸਵੇਰੇ 7 ਵਜੇ। ਹਰਿਦੁਆਰ, ਰਿਸ਼ੀਕੇਸ਼ ਤੋਂ ਲੈ ਕੇ ਹੇਮਕੁੰਟ ਤੱਕ ਸਾਰੀਆਂ ਥਾਵਾਂ 'ਤੇ ਦਰਸ਼ਨ ਕਰਾ ਕੇ ਮਹੀਨਾ ਮਗਰੋਂ ਪਹਿਲੀ ਨੂੰ ਮੁੜ ਕੇ ਪਟਿਆਲੇ ਪਹੁੰਚ ਜਾਣਗੇ। ਮੈਂ ਤਾਂ ਕਿੱਥੇ ਜਾ ਸਕਣਾ ਹੈ? ਜਿਹਦੀ ਕਿਸਮਤ 'ਚ ਹੁੰਦਾ ਉਹੀ ਜਾ ਸਕਦਾ। ਭਾੜਾ ਕਿੰਨਾ ਲਿਆ ਹੈ? ਬੇਜੀ ਨੇ ਪੁੱਛਿਆ। ਕਹਿੰਦੇ ਨੇ 1500 ਲਿਆ ਹੈ। ਮੇਰੇ ਤਾਂ ਪੈਸੇ ਸੇਠ ਦੁਆਰਕਾ ਦਾਸ ਹੈ ਨਹੀਂ, ਉਹ
ਨਵਯੁੱਗ ਵਸਤਰਾਲਿਆ ਵਾਲਾ ਉਹਨੇ ਭਰਤੇ। ਉਹਦੀ ਮਾਂ ਵੀ ਚੱਲੀ ਆ ਨਾਲ। ਆਪਦੇ ਮੁੰਡੇ ਨੂੰ ਆਖ ਕੇ ਮੇਰਾ ਵੀ ਨਾਂ ਲਿਖਵਾਤਾ ਸੀ ਲਿਸਟ 'ਚ। ਅਜੇ ਚੰਗੇ ਬੰਦਿਆਂ ਦਾ ਬੀਜ ਨਾਸ ਨਹੀਂ ਨਾ ਹੋਇਆ ਇਸ ਕਲਯੁੱਗ ਦੇ ਪਹਿਰੇ। ਬੇਜੀ ਬੋਲੇ। ਆਪਾਂ ਆਖੀ ਤਾਂ ਜਾਂਦੇ ਹਾਂ ਕਈ ਗੱਲਾਂ 'ਚ ਕਲਯੁੱਗ ਚੰਗਾ ਹੀ ਹੈ। ਕਥਾ ਆਉਂਦੀ ਹੈ ਭਾਗਵਤ ਵਿੱਚ, ਅਖੇ ਇੱਕ ਸਮੇਂ ਰਾਜਾ ਪ੍ਰੀਛਤ ਕਲਯੁੱਗ ਨੂੰ ਮਾਰਨ ਲੱਗਿਆ ਸੀ। ਇਹ ਧਰਮਾਰਥ ਕੰਮਾਂ 'ਚ ਵਿਘਨ ਜੋ ਪਾਉਂਦਾ ਹੈ। ਤਾਂ ਕਲਯੁੱਗ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਰਾਜਨ, ਤੂੰ ਸਿਰਫ ਮੇਰੇ ਔਗਣ ਦੇਖਦਾ, ਗੁਣ ਨਹੀਂ। ਬ੍ਰਹਮਾ ਜੀ ਨੇ 4 ਯੁੱਗ ਬਣਾਏ, ਸਤਯੁੱਗ, ਤ੍ਰੇਤਾ, ਦੁਆਪਰ, ਕਲਯੁੱਗ। ਸਤਯੁੱਗ 'ਚ ਜੇ ਇੱਕ ਮਨੁੱਖ ਪਾਪ ਕਰਦਾ ਸੀ ਉਹਦੇ ਬਦਲੇ ਸਾਰਾ ਰਾਜ ਦੁੱਖ ਪਾਉਂਦਾ ਸੀ। ਤ੍ਰੇਤੇ 'ਚ ਜੇ ਇੱਕ ਮਨੁੱਖ ਪਾਪ ਕਰਦਾ ਸੀ ਤੇ ਉਹਦੇ ਬਦਲੇ ਸਾਰਾ ਪਿੰਡ ਦੁੱਖ ਪਾਉਂਦਾ ਸੀ। ਦੁਆਪਰ 'ਚ ਇੱਕ ਮਨੁੱਖ ਦੇ ਪਾਪ ਕਰਨ ਨਾਲ ਸਾਰਾ ਪਰਿਵਾਰ ਕਸ਼ਟ ਪਾਉਂਦਾ ਸੀ। ਪਰ ਹੁਣ ਕਲਯੁੱਗ 'ਚ ਜਿਹੜਾ ਮਨੁੱਖ ਜਿਸ ਅੰਗ ਨਾਲ ਪਾਪ ਕਰਦਾ ਉਸੇ ਅੰਗ ਨੂੰ ਹੀ ਕਸ਼ਟ ਮਿਲਦਾ ਹੈ। ਉਹਨਾਂ ਯੁੱਗਾਂ 'ਚ ਜੇ ਕੋਈ ਪਾਪ ਚਿਤਵਦਾ ਸੀ ਤਾਂ ਵੀ ਉਹਨੂੰ ਪਾਪ ਦਾ ਫਲ ਲੱਗ ਜਾਂਦਾ ਸੀ ਬਿਨਾਂ ਕੀਤੇ। ਪਰ ਹੁਣ ਕਲਯੁੱਗ 'ਚ ਪਾਪ ਚਿਤਵੇ ਤਾਂ ਉਹਨੂੰ ਪਾਪ ਦਾ ਫਲ ਨਹੀਂ ਮਿਲਦਾ। ਸਤਯੁੱਗ 'ਚ 10,000 ਬਰਸ ਤਪ ਕਰਨ ਨਾਲ ਫਲ ਦੀ ਪ੍ਰਾਪਤੀ ਹੁੰਦੀ ਸੀ। ਤ੍ਰੇਤਾ 'ਚ 1000 ਬਰਸ ਤਪ ਕਰਨ ਨਾਲ, ਦੁਆਪਰ 'ਚ 100 ਬਰਸ ਜਪ ਤਪ ਕਰਨ ਨਾਲ ਜੋ ਮਿਲਦਾ ਸੀ। ਹੁਣ ਕਲਯੁੱਗ 'ਚ ਕੇਵਲ ਇੱਕ ਨਿਮਖ ਮਾਤਰ ਸੱਚੇ ਮਨ ਨਾਲ ਇਕਾਗਰ ਹੋ ਕੇ ਪਰਮਾਤਮਾ ਦਾ ਧਿਆਨ ਕਰਨ ਨਾਲ ਜਾਂ ਉਸ ਹਰੀ ਦੀ ਕਥਾ ਸੁਣਨ ਨਾਲ ਮਨੁੱਖ ਅਨੇਕਾਂ ਜਨਮਾਂ ਦੇ ਪਾਪਾਂ ਤੋਂ ਛੁੱਟ ਜਾਂਦਾ ਹੈ ਤੇ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਤਾਂ ਰਾਜੇ ਪ੍ਰੀਛਤ ਨੇ ਉਹਦੀ ਜਾਨ ਤਾਂ ਬਖਸ਼ਤੀ, ਪਰ ਉਹਨੂੰ ਆਖਿਆ ਤੂੰ ਸਿਰਫ ਉੱਥੇ ਹੀ ਰਹੇਂਗਾ ਜਿੱਥੇ ਲੋਕ ਜੂਆ ਖੇਡਦੇ ਹੋਣ, ਮਦਰਾ ਪੀਂਦੇ ਹੋਣ, ਜਿੱਥੇ ਬੇਸੁਆਵਾਂ ਰਹਿੰਦੀਆਂ ਹੋਣ। ਤੇ ਤੂੰ ਉੱਥੇ ਜਾ ਕੇ ਵੀ ਰਹਿ ਸਕਦਾ ਹੈ ਜਿੱਥੇ ਮਨੁੱਖ ਕੋਲ ਧਨ ਦੌਲਤ ਤਾਂ ਬਹੁਤ ਹੋਵੇ ਪਰ ਉਸ ਵਿੱਚ ਉਹ ਪੁੰਨ ਦਾਨ ਨਾ ਕਰਦਾ ਹੋਵੇ। ਸੋ ਬੇਬੇ ਜੀ, ਇਸ ਖਾਤਰ ਜਿਨ੍ਹਾਂ ਲੋਕਾਂ ਕੋਲ ਮਾਇਆ ਹੈ ਉਹ ਦਾਨ ਜ਼ਰੂਰ ਕਰਨ। ਇਸੇ ਬਾਤ ਕਰਕੇ ਤਾਂ ਦਵਾਰਕਾ ਦਾਸ ਦੀ ਮਾਂ ਹਮੇਸ਼ਾ ਪੁੰਨ ਦਾਨ ਕਰਵਾਉਂਦੀ ਰਹਿੰਦੀ ਹੈ। ਚੰਗਾ ਹੈ, ਇਹ ਮਹੀਨਾ ਤਾਂ ਤੇਰੇ ਮਨ ਬਦਨ ਕਰਮ ਕਰਕੇ ਰੱਬ ਦੇ ਲੇਖੇ ਲੱਗੇਗਾ। ਚੱਲ ਬੇਬੇ ਜੀ, ਰੱਬ ਜਿਹੜੇ ਮਰਜ਼ੀ ਲੇਖੇ ਲਾਈ ਜਾਵੇ, ਆਪਾਂ ਤਾਂ ਸਾਰੀ ਉਮਰ ਕੁਛ ਖੱਟਿਆ ਕਮਾਇਆ ਨਹੀਂ। ਖੱਟਣ ਕਮਾਉਣ ਵਾਲੇ ਵੀ ਇੱਥੋਂ ਖਾਲੀ ਜਾਂਦੇ ਨੇ। ਬਸ ਜੀ ਸੰਸਾਈ ਹੈ, ਬੇਜੀ ਨੇ ਆਖਿਆ। ਇੰਨੇ ਚਿਰ ਨੂੰ ਬਹਾਦਰ ਚਾਹ ਲੈ ਆਇਆ। ਚਾਹ ਪੀ ਕੇ ਰਾਮਦੇਈ ਚਲੀ ਗਈ। ਬੇਜੀ ਨੇ ਡਾਕਟਰ ਗਰੇਵਾਲ ਨੂੰ ਫੋਨ ਕੀਤਾ। ਅੱਗੋਂ ਆਖਣ ਲੱਗੀ, ਮੈਂ ਆਈ ਸੀ ਇੱਕ ਦਿਨ, ਤੁਸੀਂ ਘਰ ਨਹੀਂ ਸੀ, ਆਥਣੇ ਆਊਂਗੀ। ਬੇਜੀ ਸੋਚਣ ਜੇ ਲੱਗ ਪਈ। ਆਥਣੇ ਜਦੋਂ ਡਾਕਟਰ ਗਰੇਵਾਲ ਆਈ, ਉਹਨੇ ਅੱਖਾਂ ਦੇ ਡਾਕਟਰ ਦੇ ਨਾਮ ਸਲਿੱਪ ਲਿਖ ਦਿੱਤੀ। ਫਿਰ 2 ਪਲ ਚੁੱਪ ਜਿਹੀ ਹੋ ਕੇ ਬੈਠ ਗਈ। ਫਿਰ ਆਪ ਹੀ ਆਖਣ ਲੱਗੀ, ਬੇਜੀ ਹੁਣ ਜ਼ਮਾਨਾ ਬਦਲ ਗਿਆ, ਤੁਸੀਂ ਬਹੁਤਾ ਦਖਲ ਹੀ ਨਾ ਦਿਆ ਕਰੋ ਧੀਆਂ ਪੁੱਤਾਂ ਦੇ ਮਾਮਲੇ 'ਚ। ਬੇਜੀ ਚੌਂਕ ਕੇ ਉਹਦੇ ਵੱਲ ਝਾਕ ਕੇ ਫਿਰ ਆਖਣ ਲੱਗੇ, ਦੇਖ ਮੇਰੀ ਧੀ, ਤੈਨੂੰ ਮੇਰੀ ਸਹੁੰ ਲੱਗੇ, ਸੱਚ ਦੱਸ ਕੀ ਗੱਲ। ਬੇਜੀ ਜਾਣ ਤੋਂ ਪਹਿਲਾਂ ਅਵਿਨਾਸ਼ ਤੇ ਮਹਿੰਦਰ ਹਸਪੀਟਲ ਆਏ ਸੀ। ਨਾਲੇ ਮੈਂ ਸੋਚਿਆ ਜੇ ਮੈਂ ਨਹੀਂ ਕਰਾਂਗੀ ਕਿਸੇ ਅਣਜਾਣ ਕੋਲੋਂ ਕਰਵਾਉਣਗੇ, ਇਸ ਨਾਲ ਕੋਈ ਹੋਰ ਨੁਕਸਾਨ ਵੀ ਹੋ ਸਕਦਾ, ਸੋ ਕਰਨਾ ਪਿਆ। ਸੁਣਦਿਆਂ ਬੇਜੀ ਨੂੰ ਜਿਵੇਂ ਚੱਕਰ ਜਿਹਾ ਆ ਗਿਆ, ਜੀ ਵਿੱਚ ਅੱਜ ਘੇਰ ਜੀ ਪਈ। ਤੇ ਉਹ ਫਿਰ ਰਹੇ ਕਿੱਥੇ? ਬੇਜੀ ਨੇ ਪੁੱਛਿਆ। ਅਵਿਨਾਸ਼ ਤਾਂ ਹਸਪਤਾਲ 'ਚ ਹੀ ਰਹੀ। ਮਹਿੰਦਰ ਬਾਵੇ ਨਾਲ ਕਿਸੇ ਹੋਟਲ 'ਚ ਰਿਹਾ। ਦਿਨ 'ਚ ਆ ਜਾਂਦੇ ਸੀ ਉਹਦੇ ਕੋਲ। ਉਂਝ ਖਤਰੇ ਵਾਲੀ ਕੋਈ ਗੱਲ ਨਹੀਂ। ਜਦੋਂ ਗਈ ਤਾਂ ਅਵਿਨਾਸ਼ ਠੀਕ ਠਾਕ ਸੀ। ਇਸ ਤੋਂ ਮਗਰੋਂ ਕਿੰਨਾ ਹੀ ਚਿਰ ਡਾਕਟਰ ਗਰੇਵਾਲ ਬੈਠੀ ਰਹੀ, ਪਰ ਬੇਜੀ ਨੂੰ ਜਿਵੇਂ ਕੋਈ ਗੱਲ ਹੀ ਨਹੀਂ ਸੀ ਔੜ ਰਹੀ। ਉਸ ਰਾਤ ਨਾ ਉਹਨਾਂ ਨੇ ਕੁਝ ਖਾਧਾ ਨਾ ਕੁਝ ਪੀਤਾ। ਸਾਰੀ ਰਾਤ ਉਹ ਆਪਣੇ ਮਨ ਨਾਲ ਹੀ ਗੱਲਾਂ ਕਰਦੇ ਰਹੇ। ਇਉਂ ਜਾਗਦਿਆਂ ਨੂੰ ਉਹਨਾਂ ਨੂੰ ਦਿਨ ਚੜ੍ਹ ਗਿਆ। ਅਖੀਰਲਾ ਅੰਗ 21ਵਾਂ। ਦਿਨ ਚੜ੍ਹੇ ਸਵੇਰੇ ਹੀ ਨਹਾ ਧੋ ਕੇ ਬੇਜੀ ਗੁਰਦੁਆਰੇ ਗਏ। ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ, ਸਰੋਵਰ ਦੀ ਪਰਿਕਰਮਾ ਕੀਤੀ। ਫਿਰ ਇੱਕ ਪਾਸੇ ਖੜੇ ਹੋ ਕੇ ਅਰਦਾਸ ਕੀਤੀ ਤੇ ਬਾਰ-ਬਾਰ ਇਹੀ ਆਖਿਆ, ਰੱਬਾ ਇਸ ਔਖੀ ਘੜੀ ਤੂੰ ਮੈਨੂੰ ਸਹਾਰਾ ਦੇ। ਫਿਰ ਉਹ ਬੈਂਕ ਗਏ। ਬਹਾਦਰ ਦੇ ਅਕਾਊਂਟ 'ਚ 10,000 ਰੁਪਏ ਜਮ੍ਹਾਂ ਕਰਵਾਏ। ਸੇਫ 'ਚੋਂ ਰਾਣੀ ਹਾਰ ਤੇ ਕੜੇ ਕੱਢ ਕੇ ਝੋਲੇ ਜਿਹੇ 'ਚ ਪਾ ਲਏ। ਰਸਤੇ 'ਚੋਂ ਕਾਫੀ ਸਾਰੀ ਧੂਫ ਲਈ, ਗੰਗਾ ਜਲ ਲਿਆ, ਨਵੇਂ ਤੌਲੀਏ ਖਰੀਦੇ, ਚਿੱਟੀਆਂ ਚਾਦਰਾਂ ਲਈਆਂ। ਘਰ ਆ ਕੇ ਉਹਨਾਂ 2 ਮਹੀਨੇ ਜੋਗਾ ਰਾਸ਼ਨ ਬਹਾਦਰ ਤੋਂ ਮੰਗਵਾ ਲਿਆ ਤੇ 2 ਹੀ ਮਹੀਨੇ ਜੋਗੀ ਸਬਜ਼ੀ ਭਾਜੀ ਤੇ ਦੁੱਧ ਦੇ ਪੈਸੇ ਬਹਾਦਰ ਨੂੰ ਫੜਾ ਦਿੱਤੇ। ਕਿਆ ਬਾਤ ਹੈ ਬੇਜੀ? ਬਹਾਦਰ ਨੇ ਪੁੱਛਿਆ। ਬਹਾਦਰ, ਆਪਾਂ ਇਸ ਘਰ ਦੀ, ਇਸ ਕੁਲ ਦੀ ਸੁੱਖ ਮਨਾਉਣੀ ਹੈ। ਇਸ ਘਰ 'ਚ ਬੱਜਰ ਪਾਪ ਹੋ ਗਿਆ ਹੈ। ਇਹ ਪਾਪ ਇਸ ਘਰ ਨੂੰ ਲੈ ਨਾ ਡੁੱਬੇ। ਆਪਾਂ ਨੇ ਉਪਾਅ ਕਰਨਾ। ਮੈਂ 40 ਦਿਨਾਂ ਦਾ ਵਰਤ ਰੱਖਣਾ। ਇਹ ਗੱਲ ਕਿਸੇ ਨੂੰ ਦੱਸਣੀ ਨਹੀਂ। ਕੋਈ ਮਿਲਣ ਆਵੇ ਤਾਂ ਆਖ ਛੱਡੀ, ਬੇਜੀ ਯਾਤਰਾ ਤੇ ਗਏ ਨੇ। ਜੇ ਦੇਹ ਮਾੜੀ ਮੋਟੀ ਕਮਜ਼ੋਰ ਹੋ ਗਈ, ਫਿਕਰ ਨਾ ਕਰੀ, ਕਿਸੇ ਡਾਕਟਰ ਨੂੰ ਬੁਲਾਉਣ ਦੀ ਲੋੜ ਨਹੀਂ। ਫਰਿੱਜ 'ਚੋਂ ਨਹੀਂ, ਤਾਜ਼ੇ ਪਾਣੀ ਦੀ ਸੁਰਾਹੀ ਮੇਰੇ ਕੋਲ ਰੱਖ ਦੇਈਂ। ਰੋਟੀ ਪਾਣੀ ਤੋਂ ਵਿਹਲਾ ਹੋ ਕੇ ਜਿੰਨਾ ਕੁ ਪਾਠ ਤੈਨੂੰ ਆਉਂਦਾ ਹੈ, ਉਹੀ 5 ਪੌੜੀਆਂ ਦਾ ਹੀ ਸਹੀ, ਉਹ ਜਿੰਨਾ ਕੁ ਚਿਰ ਹੋਇਆ ਮੇਰੇ ਕੋਲ ਬੈਠ ਕੇ ਕਰਤਾ। ਊਂ ਡਰਨ ਵਾਲੀ ਕੋਈ ਗੱਲ ਨਹੀਂ। ਇਹ ਪਾਪ ਤਾਂ ਆਪਾਂ ਕਿਵੇਂ ਨਾ ਕਿਵੇਂ
ਉਤਾਰਨਾ ਹੀ ਹੈ। ਬੇਜੀ ਨੇ ਬਹਾਦਰ ਨੂੰ ਸਮਝਾਇਆ। ਕਿਆ ਪਾਪ ਹੋ ਗਿਆ? ਬਹਾਦਰ ਨੇ ਚਿੰਤਾਤੁਰ ਹੋ ਕੇ ਪੁੱਛਿਆ। ਇੱਕ ਬੇਟੀ ਆਉਣ ਵਾਲੀ ਸੀ ਇਹਨਾਂ ਦੇ ਘਰ, ਉਹ ਇਹਨਾਂ ਨੇ ਮਾਰਤੀ ਹੈ। ਬੇਜੀ ਨੇ ਜਦੋਂ ਦੱਸਿਆ, ਬਹਾਦਰ ਵੀ ਪਰੇਸ਼ਾਨ ਜਿਹਾ ਹੋ ਗਿਆ। ਪਹਿਲੇ 2 ਕੁ ਦਿਨ ਭੁੱਖ ਲੱਗੀ, ਅੰਦਰਾਂ ਖੁਸ਼ੀਆਂ, ਪਰ ਬੇਜੀ ਮਨ 'ਚ ਵੈਗਰੂ ਵੈਗਰੂ ਕਰਕੇ ਵਕਤ ਲਗਾਉਂਦੇ ਰਹੇ। ਸ਼ੁਕਰ ਹੈ ਰਾਮਦੇਈ ਗਈ ਹੋਈ ਹੈ, ਬੇਜੀ ਸੋਚਦੇ। 5 ਕੁ ਦਿਨ ਮਗਰੋਂ ਭੁੱਖ ਤਾਂ ਲੱਗਣੋਂ ਹਟ ਗਈ, ਪਰ ਕਮਜ਼ੋਰੀ ਜੀ ਮਹਿਸੂਸ ਹੋਣ ਲੱਗ ਪਈ। 10-12 ਦਿਨਾਂ ਮਗਰੋਂ ਬੇਜੀ ਦਾ ਰੰਗ ਪੀਲਾ ਪੈ ਗਿਆ ਤੇ ਉਹਨਾਂ ਦੇ ਹੱਥ ਪੈਰ ਠੰਡੇ ਰਹਿਣ ਲੱਗ ਪਏ। 20 ਦਿਨ ਮਗਰੋਂ ਬੇਜੀ ਵੱਲ ਦੇਖ ਕੇ ਬਹਾਦਰ ਨੂੰ ਘਬਰਾਹਟ ਹੋਣ ਲੱਗ ਪਈ, ਪਰ ਉਹ ਆਖ ਦਿੰਦੇ ਸਨ, ਮੈਂ ਠੀਕ ਹਾਂ, ਤੂੰ ਬਸ ਵੈਗਰੂ ਵੈਗਰੂ ਕਰਿਆ ਕਰ। 30 ਦਿਨ ਹੁੰਦਿਆਂ ਤੱਕ ਬੇਜੀ ਜਿਵੇਂ ਅੱਧੇ ਰਹਿ ਗਏ ਸਨ। ਹੁਣ ਕਈ ਵਾਰੀ ਘੂਕੀ ਜਿਹੀ 'ਚ ਉਹਨਾਂ ਦੀਆਂ ਅੱਖਾਂ ਮਿਟ ਜਾਂਦੀਆਂ। ਉਹ ਜਿਵੇਂ ਹੌਲੇ ਫੁੱਲ ਹਵਾ 'ਚ ਬੱਦਲਾਂ 'ਚ ਉੱਡੇ ਫਿਰਦੇ। ਦੇਸ਼ ਕਾਲ ਦੀਆਂ ਹੱਦਾਂ ਸਭ ਪਿਛਾਂਹ ਰਹਿ ਗਈਆਂ ਸਨ। ਜਿਹਨੂੰ ਜੀ ਕਰਦਾ ਮਿਲ ਲੈਂਦੇ, ਜਿਹਦੇ ਨਾਲ ਜੀ ਕਰਦਾ ਗੱਲਾਂ ਕਰ ਲੈਂਦੇ। ਵਕਤ 'ਚ ਪਿਛਾਂਹ ਤੱਕ ਹੀ ਨਹੀਂ, ਅਗਾਂਹ ਤੱਕ ਵੀ ਉਹ ਭੌਂ ਆਉਂਦੇ ਸਨ। ਬਾਵੇ ਦੇ ਵਿਆਹ ਹੁੰਦੇ ਤੇ ਗਾਹਾਂ ਉਹਨਾਂ ਦੇ ਧੀਆਂ ਪੁੱਤਰਾਂ ਦੇ ਵਿਆਹ ਹੁੰਦੇ ਵੀ ਉਹ ਵੇਖ ਰਹੇ ਸਨ। ਉਹਨਾਂ ਨੇ ਤਾਂ ਉਹ ਕੁੜੀ ਵੀ ਲੱਭ ਲਈ ਸੀ ਜਿਹਨੇ ਅਵਿਨਾਸ਼ ਦੀ ਕੁੱਖ ਚੁਣੀ ਸੀ। ਉਹ ਖਿੜ-ਖਿੜ ਹੱਸ ਰਹੀ ਸੀ, ਆਖੇ ਮੈਂ ਤਾਂ ਉਹੀ ਖੇਡਾਂ ਕਰਦੀ ਸੀ। ਬੇਜੀ ਆਖ ਰਹੇ ਸਨ, ਮੈਂ ਤੈਨੂੰ ਕੰਜਕ ਖੁਆ ਕੇ ਤੇਰੇ ਪੈਰੀਂ ਹੱਥ ਲਾਣੇ ਨੇ, ਤੂੰ ਮੇਰੀ ਦੇਹਲੀ ਨੂੰ ਸਰਾਪ ਨਾ ਦੇਈਂ। ਕੁੜੀ ਆਖਦੀ ਸੀ, ਮੈਂ ਧੀ ਧਿਆਣੀ ਕਿੱਥੇ ਆ, ਮੈਂ ਤਾਂ ਤੇਰੀ ਸੱਸ ਆਂ, ਮਹਿੰਦਰ ਦੀ ਦਾਦੀ, ਆਪਣੇ ਮੂੰਹ ਦਾ ਕਰਜ਼ਾ ਮੰਗਣ ਆਈ ਸੀ। ਬੇਜੀ ਨੀਂਦ ਬੇਹੋਸ਼ੀ 'ਚ ਕਦੇ ਉੱਗਦੀਆਂ ਪਤਾਲ ਗੱਲਾਂ ਕਰਦੇ ਜਾਂਦੇ। ਸ਼ਾਇਦ ਬਹਾਦਰ ਨੂੰ ਉੱਗਦੀਆਂ ਪਤਾਲ ਲੱਗਦੀਆਂ ਸਨ। ਅਸਲ 'ਚ ਤਾਂ ਉਹ ਪਤਾ ਨਹੀਂ ਕਿਹੜੇ ਨਛੱਤਰੀ ਤੁਰੇ ਫਿਰ ਰਹੇ ਸਨ, ਕਿਸ ਕਿਸ ਜਨਮ ਦਾ ਹਿਸਾਬ ਚੁਕਤਾ ਕਰ ਰਹੇ ਸਨ, ਕਿਸ ਕਿਸ ਕਾਇਆ ਦੇ ਉਲੰਭੇ ਲਾ ਰਹੇ ਸਨ, ਕਿਸ ਕਿਸ ਕਾਲ 'ਚ ਆਪਣੇ ਹੋਏ ਬੀਤੇ ਆਪੇ ਦੀ ਖਬਰਸਾਰ ਲੈ ਰਹੇ ਸਨ। 33ਵਾਂ ਦਿਨ ਸੀ ਜਦੋਂ ਬਹਾਦਰ ਕਈ ਵਾਰ ਆਪਣੀਆਂ ਉਂਗਲੀਆਂ ਉੱਪਰ ਗਿਣ ਬੈਠਾ ਸੀ ਕਿ ਚਲੀਹਾ ਪੂਰਾ ਹੋਣ 'ਚ ਅਜੇ ਕਿੰਨੇ ਦਿਨ ਬਾਕੀ ਹਨ ਕਿ ਅਵਿਨਾਸ਼ ਬੱਚਿਆਂ ਨੂੰ ਲੈ ਕੇ ਵਾਪਸ ਆ ਗਈ। ਘਰ 'ਚ ਸੁੰਨ-ਸਰਾਂ ਵਰਤੀ ਦੇਖ ਘਬਰਾ ਜੀ ਗਈ। ਬੇਜੀ ਠੀਕ ਹੋ? ਉਹਨੇ ਪੈਰੀਂ ਹੱਥ ਲਾ ਕੇ ਪੁੱਛਿਆ। ਠੀਕ ਆ, ਸਵੇਰੇ ਗੱਲ ਕਰਾਂਗੇ, ਆਰਾਮ ਕਰੋ, ਥੱਕ ਕੇ ਆਈ ਹੋਏਗੀ, ਬੇਜੀ ਨੇ ਜ਼ੋਰ ਲਾ ਕੇ ਭਰੜਾਈ ਜੀ ਆਵਾਜ਼ 'ਚ ਆਖਿਆ। ਬਹਾਦਰ, ਬੇਜੀ ਨੂੰ ਕੀ ਗੱਲ ਹੋ ਗਈ? ਤੂੰ ਪਤਾ ਕਿਉਂ ਨਹੀਂ ਕੀਤਾ ਸਾਨੂੰ? ਕੋਈ ਡਾਕਟਰ ਬੁਲਾਇਆ ਸੀ? ਕਿੰਨੇ ਕੁ ਦਿਨਾਂ ਦੇ ਢਿੱਲੇ ਨੇ? ਅਵਿਨਾਸ਼ ਇੱਕੋ ਸਾਹ ਕਿੰਨਾ ਕੁਝ ਪੁੱਛ ਗਈ। ਬੇਜੀ ਨੇ ਮਨਾ किया था डॉक्टर, बहादुर ने दसिया। हमारी किसी बात का पता है बेजी को? अविनाश ने अंदरले डर नाल पूछा। हाँ जी, बेजी बीमार नहीं है, उन्होंने चलीहा शुरू किया हुआ है। बहादुर ने जदों दसिया, अविनाश का फिक्र तो घट गया, गुस्सा वध गया। घुट्टी वट्टी अविनाश ने बावे नूं खाना खवाया, आप रोटी खाधी ते बहादुर नूं पुछया, बेजी की लैणगे? वो कुछ नहीं लेंगे अब। बहादुर ने जदों दसिया, अविनाश ने सोचिया जिवें मुसलमान रोजे रखते ने उसी तरह बेजी ने कोई चलीहा शुरू किया होना। अगले दिन अविनाश डॉक्टरनी गरेवाल कोल पुछण चली गई कि बेजी नूं गल किवें पता लग गई। ਉਹਨੇ ਦੱਸਿਆ ਕਿ ਬੇਜੀ ਨੇ ਕਸਮ ਖਵਾ ਕੇ ਮੇਰੇ ਕੋਲੋਂ ਪੁੱਛ ਲਿਆ ਸੀ, ਨਾਲੇ ਕੱਲ੍ਹ ਨੂੰ ਵੀ ਇਹ ਤਾਂ ਗੱਲ ਪਤਾ ਲੱਗ ਹੀ ਜਾਣੀ ਸੀ ਜਦੋਂ ਉਹਨਾਂ ਨੇ ਤੇਰੇ ਵੱਲ ਦੇਖਣਾ ਸੀ। ਡਾਕਟਰਨੀ ਨੇ ਦੱਸਿਆ। ਅਸੀਂ ਆਖ ਦਿੰਦੇ ਆਪਣੇ ਆਪ ਹੋ ਗਿਆ ਇਸ ਤਰ੍ਹਾਂ। ਬੇਜੀ ਐਡੇ ਸਿੰਪਲ ਨਹੀਂ ਜੋ ਤੁਸੀਂ ਉਹਨਾਂ ਨੂੰ ਇਉਂ ਬੇਵਕੂਫ ਬਣਾ ਸਕੋ। ਲੋਕਾਂ ਦੀਆਂ ਬੁੜੀਆਂ ਆਪਣੀਆਂ ਕੁਲੱਛਣੀਆਂ ਨੂੰਹਾਂ ਧੀਆਂ ਦੀਆਂ ਗੱਲਾਂ ਉੱਪਰ ਵੀ ਪਰਦਾ ਪਾ ਲੈਂਦੀਆਂ ਨੇ, ਆਪੇ ਸਾਰੇ ਇੰਤਜ਼ਾਮ ਕਰ ਦਿੰਦੀਆਂ ਨੇ, ਤੇ ਇੱਥੇ ਨਿੱਕੀ ਜਿਹੀ ਗੱਲ ਤੇ ਸਿਆਪਾ ਖੜਾ ਹੋ ਗਿਆ। ਅਵਿਨਾਸ਼ ਰੋਣ ਹਾਕੀ ਹੋਈ ਆਖ ਰਹੀ ਸੀ। ਅਗਲੇ ਦਿਨ ਰਾਮਦੇਈ ਵੀ ਆ ਗਈ। ਹੈ ਕੁੜੇ, ਬੇਬੀ ਜੀ ਨੂੰ ਕੀ ਹੋ ਗਿਆ? ਮੈਂ ਤਾਂ ਤੇਰੇ ਜੋਗਾ ਪ੍ਰਸ਼ਾਦ ਤੇ ਗੰਗਾ ਜਲ ਲੈ ਕੇ ਆਈ ਹਾਂ। ਉਹਨੇ ਬੇਜੀ ਦੇ ਕੋਲ ਬੈਠ ਕੇ ਉਹਨਾਂ ਦਾ ਹੱਥ ਫੜ ਕੇ ਘਬਰਾ ਕੇ ਆਖਿਆ। ਬੇਜੀ ਨੇ ਅੱਖਾਂ ਉਘੇੜ ਕੇ ਰਾਮਦੇਈ ਵੱਲ ਦੇਖਿਆ ਤੇ ਫਿਰ ਬੇਮਲੂਮਾ ਜਿਹਾ ਪਾਣੀ ਉਹਨਾਂ ਦੀਆਂ ਅੱਖਾਂ 'ਚ ਆ ਗਿਆ, ਜਿਹੜਾ ਉਹਨਾਂ ਵਿੱਚੇ ਵਿੱਚ ਜਜ਼ਬ ਕਰ ਲਿਆ। ਮੈਨੂੰ ਦੱਸ ਖੁਸ਼, ਰਾਮਦੇਈ ਨੇ ਬੇਜੀ ਦੇ ਨੇੜੇ ਹੋ ਕੇ ਪੁੱਛਿਆ। ਕੁਝ ਸੁਣਾ ਦਿਆ ਕਰ ਪੜ੍ਹ ਕੇ। ਬੇਜੀ ਨੇ ਜਿਵੇਂ ਆਪਣੀ ਇੱਛਾ ਦੱਸੀ। ਭਗਵਤ ਗੀਤਾ ਜਾਂ ਫਿਰ ਸੁਖਮਨੀ, ਕੀ ਪੜ੍ਹ ਕੇ ਸੁਣਾਇਆ ਕਰਾਂ? ਰਾਮਦੇਈ ਨੇ ਪੁੱਛਿਆ। ਜੋ ਤੇਰਾ ਚਿੱਤ ਕਰੇ, ਬੇਜੀ ਨੇ ਥਿੜਕਵੀਂ ਆਵਾਜ਼ 'ਚ ਆਖਿਆ। ਉਸ ਦਿਨ ਘਰ ਨੂੰ ਜਾਂਦੀ ਰਾਮਦੇਈ ਸੋਚ ਰਹੀ ਸੀ, ਬੇਬੇ ਨੇ ਤਾਂ ਤਿਆਰੀ ਕਰ ਲਈ ਲੱਗਦੀ ਹੈ। ਅਗਲੇ ਦਿਨ ਬੇਜੀ ਨੇ ਅਵਿਨਾਸ਼ ਨੂੰ ਆਪਣੇ ਕੋਲ ਬੁਲਾ ਕੇ ਸਿਰਹਾਣੇ ਹੇਠੋਂ ਅਲਮਾਰੀ ਦੀ ਚਾਬੀ ਦੇ ਕੇ ਆਖਿਆ, ਅਲਮਾਰੀ 'ਚੋਂ ਟੈਚੀ ਕੇਸ ਕੱਢ ਲਿਆ। ਅਵਿਨਾਸ਼ ਨੇ ਟੈਚੀ ਕੇਸ ਬੇਜੀ ਦੇ ਕੋਲ ਲਿਆ ਦਿੱਤਾ। ਖੋਲ ਕੇ ਵਿੱਚੋਂ ਲਾਲ ਥੈਲੀ ਕੱਢ ਬੇਜੀ ਨੇ ਡੁੱਬਦੀ ਜਿਹੀ ਆਵਾਜ਼ 'ਚ ਆਖਿਆ। ਅਵਿਨਾਸ਼ ਨੇ ਟੈਚੀ ਕੇਸ ਵਿੱਚੋਂ ਲਾਲ ਥੈਲੀ ਕੱਢ ਕੇ ਉਹਨਾਂ ਨੂੰ ਫੜਾਤੀ। ਕੰਬਦੇ ਜਿਹੇ ਹੱਥਾਂ ਨਾਲ ਬੇਜੀ ਨੇ ਥੈਲੀ ਵਿੱਚੋਂ 51 ਤੋਲੇ ਵਾਲਾ ਰਾਣੀ ਹਾਰ ਕੱਢਿਆ। ਕੜੇ ਕੱਢੇ ਤੇ ਅਵਿਨਾਸ਼ ਨੂੰ ਫੜਾਉਂਦੇ ਆਖਣ ਲੱਗੇ, ਬਾਵੇ ਦੀ ਬਹੂ ਨੂੰ ਦੇਣੇ ਨੇ। ਇਹ ਸਾਡੀ ਕੁਲ ਦੀ ਧਰੋਹਰ ਹੈ, ਐਵੇਂ ਤੁਰਦੀ ਰਹਿਣੀ ਚਾਹੀਦੀ ਹੈ। ਤੁਸੀਂ ਆਖਦੇ ਸੀ ਤੇਰੇ ਵਿਆਹ ਵੇਲੇ ਬਣਾ ਦਿੱਤੇ ਸੀ। ਅਵਿਨਾਸ਼ ਨੇ ਹੈਰਾਨ ਹੋ ਕੇ ਪੁੱਛਿਆ। ਇਉਂ ਨਾ ਆਖਦੀ, ਤੁਸੀਂ ਹੁਣ ਤਾਂ ਹੀ ਵਰਤ ਲੈਣੇ ਸੀ। ਤੁਸੀਂ ਆਪ ਹੀ ਦਿਓ ਬਾਵੇ ਦੇ ਵਿਆਹ ਤੇ।
ਆਪ ਹੀ ਰੱਖੋ, ਅਵਿਨਾਸ਼ ਨੇ ਥੈਲੀ ਬੇਜੀ ਵੱਲ ਕਰਦਿਆਂ ਆਖਿਆ। ਨਹੀਂ ਨਹੀਂ, ਮੇਰੀ ਥਾਂ ਹੁਣ ਇਸ ਘਰ 'ਚ ਤੂੰ ਹੀ ਹੈ। ਬੁੱਢ ਸੁਹਾਗਣ ਹੋਵੇ, ਇਹ ਹੁਣ ਤੂੰ ਹੀ ਰੱਖ। ਆਖ ਬੇਜੀ ਨੇ ਥੈਲੀ ਉਸੇ ਨੂੰ ਸੰਭਾਲ ਦਿੱਤੀ। ਤੇ ਇਹ ਕੁੰਜੀਆਂ ਵੀ ਨਹੀਂ, ਫੜ ਲੈ, ਬੇਜੀ ਬੋਲੇ। ਅਵਿਨਾਸ਼ ਬੇਜੀ ਵੱਲ ਦੇਖਦੀ ਬੜੀ ਬੇਚੈਨ ਜੀ ਹੋ ਗਈ। ਸਾਰਾ ਦਿਨ ਬੇਜੀ ਨੇ ਜਦੋਂ ਕੁਝ ਵੀ ਨਾ ਖਾਧਾ ਤੇ ਹਾਕ ਮਾਰਨ ਉੱਪਰ ਵੀ ਜਦੋਂ ਕਿਧਰੋਂ ਦੂਰੋਂ ਜਿਉਂ ਹਾਂ ਆਖਦੇ ਤਾਂ ਉਹਨੂੰ ਪਤਾ ਨਾ ਲੱਗਦਾ ਕਿ ਕੀ ਕਰੇ। ਇੱਕ ਦਿਨ ਹੋਰ ਲੰਘ ਗਿਆ। ਬੇਜੀ ਬੇਜੀ, ਅਵਿਨਾਸ਼ ਨੇ ਭੁੱਬ ਮਾਰ ਕੇ ਹਾਕਾਂ ਮਾਰੀਆਂ। ਹਾਂ, ਰੋਂਦੀ ਕਿਉਂ ਹੈ? ਸੁੱਖ ਨਾਲ, ਬੇਜੀ ਨੇ ਅੱਖ ਉਘੇੜ ਕੇ ਪੁੱਛਿਆ। ਇਉਂ ਨਾ ਕਰ ਮੇਰੀ ਧੀ, ਤੁਹਾਡੀ ਕੁੱਲ ਨੂੰ ਬਚਾਉਣ ਖਾਤਰ ਮੈਂ ਕਾਹਦੀ ਬਲੀ ਦਿੰਦੀ। ਨਾ ਸਿਆਣੀਏ ਧੀਏ, ਮੇਰੀ ਮੌਤ ਨਾ ਰੋਲੀ। ਲੋਕ ਕੀ ਆਖਣਗੇ? ਵਾਹਿਗੁਰੂ ਵਾਹਿਗੁਰੂ ਕਰੋ, ਬੇਜੀ ਨੇ ਜਦੋਂ ਥਿੜਕਦੇ ਜੇ ਬੋਲਣ ਨਾਲ ਆਖਿਆ। ਅਵਿਨਾਸ਼ ਜਿਵੇਂ ਚੌਂਕ ਪਈ। ਹੇਠਲਿਆਂ ਨੂੰ ਆਖ ਕੇ ਉਹਨੇ ਮਹਿੰਦਰ ਨੂੰ ਤਾਰ ਭੇਜਤੀ। ਬੇਜੀ ਸਖਤ ਬਿਮਾਰ ਹਨ, ਛੇਤੀ ਆ ਜਾ। ਬਹਾਦਰ ਨੂੰ ਚਿੱਠੀ ਦੇ ਕੇ ਡਾਕਟਰ ਨੇ ਗਰੇਵਾਲ ਕੋਲ ਭੇਜਿਆ। ਰਮਨੀਕ ਭੈਣ ਜੀ ਨੂੰ ਫੋਨ ਕਰ ਦਿਓ, ਆ ਜਾਣ, ਬੇਜੀ ਨੇ ਬੁਲਾਇਆ। ਡਾਕਟਰਨੀ ਨੇ ਸਮਝਿਆ ਅਵਿਨਾਸ਼ ਦਾ ਸੁਲ੍ਹਾ ਕਰਨ ਨੂੰ ਜੀ ਕਰ ਆਇਆ ਹੋਣਾ ਤੇ ਮਹਿੰਦਰ ਨੇ ਵੀ ਆਖ ਦਿੱਤਾ ਹੋਣਾ ਤਾਂ ਬੁਲਾ ਰਹੀ ਹੈ। ਉਹਨੇ ਰਮਨੀਕ ਨੂੰ ਵੀ ਫੋਨ ਉੱਪਰ ਨਹੀਂ ਇਹੀ ਦੱਸਿਆ। ਅਗਲੇ ਦਿਨ ਮਹਿੰਦਰ ਵੀ ਨਾ ਪਹੁੰਚ ਸਕਿਆ ਤੇ ਰਮਨੀਕ ਵੀ ਨਾ ਆਈ। ਤੀਸਰੇ ਦਿਨ ਦੋਵੇਂ ਪਹੁੰਚ ਗਏ। ਮਹਿੰਦਰ ਮਾਂ ਦੀ ਹਾਲਤ ਦੇਖ ਕੇ ਉੱਕਾ ਹੀ ਘਬਰਾ ਗਿਆ। ਰਮਨੀਕ ਦੇ ਆਉਣ ਤੱਕ ਉਹ ਡਾਕਟਰ ਨੂੰ ਵੀ ਬੁਲਾ ਲਿਆਇਆ ਸੀ, ਪਰ ਬੇਜੀ ਨੇ ਡਾਕਟਰ ਨੂੰ ਦੂਰੋਂ ਹੀ ਹੱਥ ਮਾਰਤਾ। ਬੇਜੀ ਕੀ ਗੱਲ? ਫਿਰ ਵੀ ਡਾਕਟਰ ਨੇ ਕੋਲ ਬੈਠ ਕੇ ਪੁੱਛਿਆ। ਮੇਰਾ ਅੰਤ ਆ ਗਿਆ ਡਾਕਟਰ ਸਾਹਿਬ, ਮੇਰੀ ਮੌਤ ਨਾ ਰੋਲੋ। ਬੇਜੀ ਨੇ ਥਿੜਕਦੀ ਜੀ ਆਵਾਜ਼ ਨਾਲ ਡਾਕਟਰ ਅੱਗੇ ਹੱਥ ਜੋੜੇ। ਇਸ ਹਾਲਤ ਵਿੱਚ ਜ਼ਬਰਦਸਤੀ ਕੁਝ ਦੇਣਾ ਵੀ ਠੀਕ ਨਹੀਂ, ਡਾਕਟਰ ਨੇ ਆਖਿਆ। ਬੇਜੀ ਕੀ ਗੱਲ? ਰਮਨੀਕ ਉਹਨਾਂ ਦੇ ਠਰੇ ਜਾ ਰਹੇ ਹੱਥ ਘੁੱਟੀ ਵੀ ਜਾ ਰਹੀ ਸੀ ਤੇ ਰੋਈ ਵੀ ਜਾ ਰਹੀ ਸੀ। ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਬੇਜੀ ਨੇ ਹਟਕੋਰਾ ਜਿਹਾ ਲਿਆ। ਰਮਨੀਕ ਭੈਣ ਜੀ, ਬੇਜੀ ਨੂੰ ਬਚਾ ਲਓ, ਅਵਿਨਾਸ਼ ਨੇ ਲੇਰ ਮਾਰ ਕੇ ਆਖਿਆ। ਹਾਏ ਵੇ ਰੱਬਾ, ਕੋਈ ਮੇਰੀ ਮਾਂ ਨੂੰ ਬਚਾ ਲਓ। ਰਮਨੀਕ ਰੋ ਫਾਵੀ ਹੋ ਰਹੀ ਸੀ। ਬੇਜੀ ਨੂੰ ਜਿਵੇਂ ਦੂਰੋਂ ਕਿਧਰੋਂ ਆਵਾਜ਼ਾਂ ਜੀਆਂ ਸੁਣਾਈ ਦੇ ਰਹੀਆਂ ਸਨ। ਫਿਰ ਉਹ ਵੀ ਸੁਣਨੋਂ ਹਟ ਗਈਆਂ ਤੇ ਸਹਿਜੇ ਸਹਿਜੇ ਉਹਨਾਂ ਦੀਆਂ ਅੱਖਾਂ ਬੰਦ ਹੋ ਗਈਆਂ। ਸਾਹ ਚੱਲਣੋਂ ਹਟ ਗਿਆ। ਬੇਜੀ ਦਾ ਚਿਹਰਾ ਸ਼ਾਂਤ ਸੀ, ਜਿਵੇਂ ਉਹ ਵੈਤਰਨੀ ਲੰਘ ਗਏ ਸਨ। ਬੀਬੀ ਰਾਮ ਦੇ ਆਲੇ ਦੁਆਲੇ ਤੋਂ ਬੇਧਿਆਨ ਉਸੇ ਸਹਿਜ ਨਾਲ ਉਹਨਾਂ ਦੇ ਕੋਲ ਬੈਠੀ ਭਾਗਵਤ ਪੁਰਾਣ ਦੀ ਕਥਾ ਸੁਣਾ ਰਹੀ ਸੀ। ਧੰਨਵਾਦ।